ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਦੋਹਰਾ ਸ੍ਰੀ ਸਤਿਗੁਰ ਪੂਰਨ ਪੁਰਖ ਦੇ ਦਿਜ ਕੋ ਦੀਨਾਰ ਗੁਰਮਤਿ ਦੇ ਰੁਖਸਦ ਕਰਿਓ ਗਮਨਿਓ ਨਗਰ ਮਝਾਰ ਸ੍ਰੀ ਸਤਿਗੁਰ ਪੂਰਨ ਪੁਰਖ ਦੇ ਦਿਜ ਕੋ ਦੀਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਿਛਲੇ ਦਿਨ ਆਪ ਜੀ ਨੇ ਸਰਵਣ ਕੀਤਾ ਕਿ ਕਲਗੀਧਰ ਪਾਤਸ਼ਾਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚਾਲੇ ਪਾਏ ਨੇ। ਹਜ਼ੂਰ ਸਾਹਿਬ ਵਾਲੇ ਪਾਸੇ ਜਾ ਰਹੇ ਨੇ ਤੇ ਚੱਲਣ ਤੋਂ ਪਹਿਲਾਂ ਡੱਲੇ ਨੂੰ ਰਾਮ ਸਿੰਘ, ਫਤਿਹ ਸਿੰਘ ਅਤੇ ਆਦਿਕ ਹੋਰ ਬੇਅੰਤ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਸਾਡੇ ਨਾਲ ਹਜ਼ੂਰ ਸਾਹਿਬ ਚੱਲੋ। ਦੱਖਣ ਦੇਸ਼ ਜਾਣਾ ਚਾਹੁੰਦੇ ਆ ਪਰ ਸਿੱਖ ਪਰਿਵਾਰਾਂ ਦੇ ਮੋਹ ਦੇ ਵਿੱਚ ਫਸੇ ਕਈ ਤਰ੍ਹਾਂ ਦੇ ਬਹਾਨੇ ਮਾਰਨੇ ਸ਼ੁਰੂ ਕੀਤੇ। ਮਹਾਰਾਜ ਨੇ ਤਾੜ ਕੇ ਆਖਿਆ ਡੱਲੇ ਵਰਗੇ ਵੀ ਨਾਲ ਤੁਰੇ ਨੇ। ਇੱਕ ਪੜਾਅ ਲੰਘਿਆ ਇੱਕ ਰਾਤ ਤੇ ਦੂਜੀ ਰਾਤ ਮਨ ਡੋਲ ਗਿਆ। ਪਰਿਵਾਰ ਦੇ ਮੋਹ ਦੀਆਂ ਖਿੱਚਾਂ ਪਈਆਂ। ਕਲਗੀਧਰ ਪਾਤਸ਼ਾਹ ਆਰਾਮ ਵਿੱਚ ਹੋਏ। ਡੱਲੇ ਨੂੰ ਜਿਹੜੇ ਬਖਸ਼ੇ 2 ਸੋਨੇ ਦੇ ਕੜੇ ਦਿੱਤੇ ਸਨ, ਖੰਡਾ ਦਿੱਤਾ ਸੀ, ਮਹਾਰਾਜ ਦੇ ਪਲਗੇ ਦੇ ਕੋਲੇ ਰੱਖ ਕੇ ਪਰਿਕਰਮਾ 2 ਕੀਤੀਆਂ ਤੇ ਤੀਜੀ ਕਰਨ ਦੇ ਮਨ ਵਿੱਚ ਉਹ ਬਲ ਸ਼ਕਤੀ ਰਹੀ ਨਾ, ਉਹ ਹੌਸਲਾ ਰਿਹਾ ਨਾ। ਰੱਖ ਕੇ ਤੇ ਵਾਪਸ ਤੁਰ ਪਿਆ ਕਿ ਮਹਾਰਾਜ ਨੇ ਬਚਨ ਕੀਤਾ ਸੀ। ਆਪ ਜੀ ਨੇ ਸਰਵਣ ਕੀਤਾ ਕਿ ਗੁਰਮੁਖ ਪਿਆਰਿਆਂ ਨੇ ਜਿਹੜੇ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਦੇ, ਕਲਗੀਧਰ ਪਾਤਸ਼ਾਹ ਡੱਲ ਸਿੰਘ ਨੂੰ ਦਿੱਲੀ ਦੇ ਤਖ਼ਤ ਤੇ ਬਿਠਾਉਣਾ ਚਾਹੁੰਦੇ ਸਨ, ਪੂਰੇ ਦੇਸ਼ ਦਾ ਰਾਜਾ ਬਣਾਉਣਾ ਚਾਹੁੰਦੇ ਸਨ। ਪਰ ਭਾਗ ਧੁਰ ਮੰਦੇ, ਗੁਰੂ ਕੋਲ ਰਹਿ ਕੇ ਵੀ ਛੂਛਾ ਰਹਿ ਗਿਆ ਤੇ ਪਰਿਵਾਰ ਦਾ ਮੋਹ ਨਾ ਤਿਆਗ ਸਕਿਆ ਤੇ ਵਾਪਸ ਮੁੜ ਪਿਆ। ਆਪ ਜੀ ਨੇ ਸਰਵਣ ਕੀਤਾ ਸੀ। ਕਲਗੀਧਰ ਪਾਤਸ਼ਾਹ ਨੇ ਫਿਰ ਬਚਨ ਕੀਤਾ, ਮੋਹ ਕਰਕੇ ਚਲੇ ਗਿਆ। ਦੇਣ ਬਹੁਤ ਕੁਝ ਚਾਹੁੰਦੇ ਸੀ ਅਸੀਂ, ਮੂਰਖ ਕਹਿਣ ਦੀ ਦੇਰ ਸੀ, ਪਾਗਲ ਹੋ ਗਿਆ ਤੇ ਸਾਧ ਸੰਗਤ ਫਿਰ ਬੜਾ ਔਖਾ ਸਮਾਂ ਅਖੀਰਲਾ ਬਣਿਆ। ਕਿਤੇ ਪਹਿਲਾਂ ਬਖਸ਼ਿਸ਼ ਦਾ ਪਾਤਰ ਸੀ ਤੇ ਮਹਾਰਾਜ ਚੱਲਦੇ ਹੋਏ ਨੌਹਰ ਨਗਰ ਵਿੱਚ ਪਹੁੰਚੇ। ਪਹੁੰਚਦਿਆਂ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ,
ਭਾਈ ਪੂਰਬ ਵਾਲੇ ਪਾਸੇ ਜਾਓ, ਕਿਸ਼ਨ ਲਾਲ ਕਰਕੇ ਇੱਕ ਪੰਡਤ ਰਹਿੰਦਾ ਉੱਥੇ, ਉਹਨੂੰ ਬੁਲਾ ਕੇ ਲੈ ਕੇ ਆਓ। ਜਦੋਂ ਬੁਲਾ ਕੇ ਲੈ ਕੇ ਆਂਦਾ, ਮਹਾਰਾਜ ਦੇ ਦਰਸ਼ਨ ਕੀਤੇ, ਪਾਤਸ਼ਾਹ ਨੇ ਕੁਝ ਪ੍ਰਸ਼ਨ ਕੀਤੇ ਨੇ। ਔਰੰਗੇ ਤੋਂ ਲੈ ਕੇ ਪੰਡਤ ਨੇ ਸਾਰਾ ਕੁਝ ਦੱਸਿਆ ਕਿ ਪਾਤਸ਼ਾਹ ਉਹਨੇ ਹੁਣ ਆਪ ਜੀ ਨੂੰ ਮਿਲਣਾ ਨਹੀਂ, ਆਪ ਜੀ ਦੇ ਪਹੁੰਚਣ ਤੋਂ ਪਹਿਲਾਂ ਉਹਨੇ ਸਰੀਰ ਤਿਆਗ ਦੇਣਾ। ਮਹਾਰਾਜ ਖੁਸ਼ ਹੋਏ ਨੇ, ਮਹਾਰਾਜ ਨੇ ਬੇਅੰਤ ਬਖਸ਼ੀਸ਼ਾਂ ਦਿੱਤੀਆਂ, ਮਿਹਰ ਦੀ ਦ੍ਰਿਸ਼ਟੀ ਪਾਈ, ਕਪਾਟ ਖੁੱਲ੍ਹ ਗਏ। ਤੇ ਅੱਗੋਂ ਕ੍ਰਿਸ਼ਨ ਲਾਲ ਪੰਡਤ ਕਹਿੰਦੇ ਮਹਾਰਾਜ ਕਮਾਲ ਦੀ ਗੱਲ, ਆਪ ਜੀ ਦੀ ਦ੍ਰਿਸ਼ਟੀ ਪਈ ਤੇ ਕਪਾਟ ਖੁੱਲ੍ਹ ਗਏ। ਜਿਹੜੇ ਮਹਾਰਾਜ ਮਹੀਨਿਆਂ ਸਾਲਾਂ ਬੱਧੀ ਆਪ ਜੀ ਨਾਲ ਰਹਿੰਦੇ ਹੋਣਗੇ, ਉਹ ਤਾਂ ਬੜੀ ਉੱਚੀਆਂ ਅਵਸਥਾ ਵਾਲੇ ਹੋਣਗੇ। ਫਿਰ ਆਪ ਜੀ ਨੇ ਸਰਵਣ ਕੀਤਾ ਸੀ, ਗੁਰਮੁਖ ਪਿਆਰਿਆਂ ਨੇ ਮਹਾਰਾਜ ਨੇ ਉਦਾਹਰਨ ਗਾਂ ਦੀ ਦਿੱਤੀ ਸੀ ਕਿ ਕਿਵੇਂ ਵਪਾਰੀ ਜਾਂਦਾ ਤੇ ਗਾਂ ਨਾਲ ਲੈ ਕੇ ਜਾਂਦਾ, ਦੁੱਧ ਦੀ ਖੀਰ ਬਣਾ ਕੇ ਛਕਦਾ ਤੇ ਅੱਗੇ ਇੱਕ ਵਪਾਰੀ ਮਿੱਤਰ ਬਣ ਜਾਂਦਾ। ਜਿਹੜੇ ਟਾਪੂ ਤੇ ਕੋਈ ਮੱਝ ਗਾਂ ਨਹੀਂ ਸੀ ਤੇ ਇੱਕ ਦਿਨ ਫਿਰ ਬੁਲਾਇਆ ਪ੍ਰਸ਼ਾਦੇ ਤੇ ਜਦੋਂ ਖੀਰ ਖਵਾਈ ਤੇ ਸਵਾਦ ਲੱਗੀ, ਤੇ ਜਦੋਂ ਸਵਾਦ ਲੱਗੀ ਤੇ ਉਸ ਸਮੇਂ ਪੰਡਤ ਜਿਹੜਾ ਵਪਾਰੀ ਸੀ ਮਿੱਤਰ ਉਹਦਾ, ਟਾਪੂ ਵਾਲਾ, ਤੇ ਉਹਨੇ ਕਿਹਾ ਸੀ ਇਹ ਕਿਹੜੀ ਚੀਜ਼ ਹੈ, ਕਿੱਥੋਂ ਇਹ ਪ੍ਰਾਪਤ ਹੁੰਦੀ ਹੈ? ਤੇ ਕਿਹਾ ਸੀ ਜਾਣ ਤੋਂ ਪਹਿਲਾਂ ਮੈਂ ਦੇ ਕੇ ਜਾਵਾਂਗਾ। ਗਾਂ ਦੇ ਗਿਆ, ਗੱਲਾਂ ਕੁਝ ਦੱਸ ਕੇ ਗਿਆ, ਪਰ ਕੁਝ ਸੁਣੀਆਂ ਤੇ ਕੁਝ ਸੁਣੀਆਂ ਹੀ ਨਾ, ਕੁਝ ਮੰਨੀਆਂ ਤੇ ਕੁਝ ਮੰਨੀਆਂ ਨਾ। ਤੇ ਆਪ ਜੀ ਨੇ ਸਰਵਣ ਕੀਤਾ ਕਿਵੇਂ ਫਿਰ ਬੱਚਾ ਛੱਡਿਆ ਤੇ ਦੁੱਧ ਉਹ ਚੁੰਘ ਗਿਆ ਤੇ ਮੂਤਰੀ ਹੋਈ ਗਾਂ ਦਾ ਮੂਤ ਲੈ ਕੇ ਤੇ ਜਦੋਂ ਬਣਾਈ ਤੇ ਬਕਬਕੀ ਬਣੀ। ਮਹਾਰਾਜ ਨੇ ਉਦਾਹਰਨ ਦਿੱਤੀ, ਭਾਈ ਇਉਂ ਕਰਕੇ ਕਈ ਨਾਲ ਰਹਿ ਕੇ ਵੀ ਦੁੱਧ ਦੀ ਖੀਰ ਨਹੀਂ ਛਕ ਸਕੇ, ਭਾਵ ਉਹ ਜਿਹੜੇ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕੇ, ਦੁਨਿਆਵੀ ਚੀਜ਼ਾਂ ਹੀ ਸਾਡੇ ਤੋਂ ਲੈ ਕੇ ਗਏ, ਜਿਹਦੇ ਕਰਕੇ ਭਾਈ ਛੂਛੇ ਰਹਿ ਗਏ। ਅਤੇ ਆਦਿਕ ਆਪ ਜੀ ਨੇ ਮਹਾਰਾਜ ਦੇ ਪ੍ਰੇਮ ਦੇ ਬੇਅੰਤ ਬਚਨ ਸੁਣੇ। ਮਹਾਰਾਜ ਨੇ ਉਸ ਪੰਡਤ ਨੂੰ ਨਿਹਾਲ ਕੀਤਾ ਕਿ ਕਿਤੇ ਸਿੱਖ ਭੁਲੇਖਾ ਨਾ ਖਾ ਜਾਵੇ ਕਿ ਜਦੋਂ ਸਮਾਂ ਬਣਿਆ ਸੀਗਾ ਏਮਨਾਬਾਦ ਗੁਰੂ ਨਾਨਕ ਪਾਤਸ਼ਾਹ ਗਏ ਸਨ, ਬਾਬਰ ਨੇ ਉਦੋਂ ਹੱਲਾ ਕੀਤਾ ਹੋਇਆ ਤੇ ਉਦੋਂ ਇਹੀ ਪੰਡਤ ਕਹਿੰਦੇ ਸਨ ਕਿ ਤੁਸੀਂ ਫਿਕਰ ਨਾ ਕਰੋ, ਜਦੋਂ ਮੁਗਲ ਚੜ੍ਹ ਕੇ ਆਉਣਗੇ ਤੇ ਅਸੀਂ ਪਠਾਣੋਂ ਅਸੀਂ ਇਹੋ ਜਿਹੇ ਮੰਤਰ ਜੰਤਰ ਪੜ੍ਹਾਂਗੇ ਕਿ ਉਹ ਅੰਨੇ ਹੋ ਜਾਣਗੇ, ਉਹ ਜਿਉਂਦੇ ਹੀ ਸੜ ਜਾਣਗੇ, ਨਾਪਾਕ ਹੋ ਕੇ ਮਰਨਗੇ। ਫਿਰ ਮਹਾਰਾਜ ਨੇ ਆਪ ਬਚਨ ਕੀਤਾ ਕੋਈ ਮੁਗਲ ਨਾ ਹੋਆ ਆਂਦਾ ਕਿਨੇ ਨਾ ਪਰਚਾ ਲਾਇਆ। ਮਹਾਰਾਜ ਕਹਿੰਦੇ ਭਾਈ ਦੱਸੋ ਜਿਹੜੇ ਤੁਸੀਂ ਕਹਿੰਦੇ ਮੰਤਰ ਪੜ੍ਹ ਕੇ ਤੇ ਅੰਨੇ ਕਰ ਦੇਵਾਂਗੇ, ਦੱਸੋ ਕਿਹੜਾ ਮੰਨਾ ਹੋਇਆ? ਕਿਤੇ ਵੀ ਬਾਬਾ ਨਾਨਕ ਸਿੰਘ ਦਾ ਬਚਨ, ਗੁਰੂ ਗ੍ਰੰਥ ਸਾਹਿਬ ਤੋਂ ਇੱਧਰ ਉੱਧਰ ਨਹੀਂ ਜਾਣਾ, ਜਿਹਦੀ ਪੂਰੀ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਪਈ ਉਹਦੇ ਕਿਤੇ ਵੀ ਨਹੀਂ ਪੈਣੀ। ਤੇ ਨਾਲੇ ਇਹ ਵੀ ਗੱਲ ਜਿਹੜੀ ਆਪਦੀ ਮਾਂ ਨੂੰ ਛੱਡ ਕੇ ਕਿਤੇ ਹੋਰ ਥੱਲੇ ਜਾਂਦਾ ਜਦੋਂ ਤੇ ਫਿਰ ਲੱਤਾਂ ਹੀ ਖਾ ਕੇ ਮੁੜਦਾ, ਕਿਤੇ ਭੁਲੇਖਾ ਨਾ ਖਾ ਜਾਵੇ। ਮਹਾਰਾਜ ਨੇ ਉਹਦੇ ਉੱਤੇ ਬਖਸ਼ਿਸ਼ ਕਰਨੀ ਸੀ, ਪੰਡਤ ਦਾ ਭਲਾ ਕਰਨਾ ਸੀ, ਕਿਉਂ? ਗੁਰੂ ਤਾਰਨ ਵਾਲਾ ਸਾਰਿਆਂ ਨੂੰ। ਜਾਤੇ ਭਰਮ ਗਿਓ ਹੈ ਉਰਕਾ, ਤਿਸ ਆਗੇ ਕਿਆ ਹਿੰਦੂ ਕਿਆ ਤੁਰਕਾ। ਗੁਰੂ ਦੀ ਖੇਡ ਵੱਡੀ ਆ, ਮਹਾਰਾਜ ਨੇ ਇਹਨਾਂ ਦਾ ਸਭ ਦਾ ਭਲਾ ਕਰਨਾ। ਪਰ ਸਿੱਖ ਇਸ ਘਰ 'ਚ ਜਨਮ ਲੈ ਕੇ ਵੀ ਜੇ ਛੂਛਾ ਰਹਿ ਜਾਵੇ ਤੇ ਫਿਰ ਉਹ ਤੋਂ ਮਾੜੀ ਕਿਸਮਤ ਕੀ ਹੋਵੇਗੀ। ਅੱਗੇ ਇਤਿਹਾਸ ਦੀ ਲੜੀਵਾਰ ਇਤਿਹਾਸ ਦੀ ਕਥਾ ਸ਼ੁਰੂ ਹੋ ਰਹੀ ਹੈ। ਆਪ ਜੀ ਇਕਾਗਰਤਾ ਬਖਸ਼ੋ। ਕਿਵੇਂ ਮਹਾਰਾਜ ਲਾਹੌਰ ਸ਼ਹਿਰ ਵਿੱਚ ਹੋਰ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕਰਨਗੇ, ਕਿਹੜੇ ਕਿਹੜੇ ਜੀ ਮਾਤਰ ਦਾ ਕਿਵੇਂ ਭਲਾ ਹੋ ਰਿਹਾ। ਆਪ ਜੀ ਟਿਕਾ ਬਖਸ਼ੋ ਤੇ ਕਰੋ ਸਰਵਣ ਜੀ। ਦੋਹਰਾ ਸ੍ਰੀ ਸਤਿਗੁਰ ਪੂਰਨ ਪੁਰਖ ਦੇ ਦਿਜ ਕੋ ਦੀਨਾਰ। ਕਹਿੰਦੇ ਗੁਰੂ ਸਾਹਿਬ ਕੌਣ ਨੇ? ਪੂਰਨ ਪੁਰਖ ਨੇ, ਕਾਰਜ ਵੀ ਸਾਰੇ ਉਹਨਾਂ ਦੇ ਪੂਰੇ ਨੇ।
ਤੇ ਦਿਜ ਭਾਵ ਪੰਡਤ ਜਿਹੜਾ ਆਇਆ, ਮਹਾਰਾਜ ਨੇ ਟੁੱਟ ਕੇ ਤੇ ਉਹਨੂੰ ਦਿਨਾਰ ਦਿੱਤੇ, ਮਾਇਆ ਦਿੱਤੀ ਜੀ। ਗੁਰਮਤਿ ਦੇ ਰੁਖਸਦ ਕਰਿਓ। ਮਹਾਰਾਜ ਨੇ ਦੇਖੋ ਸਾਧ ਸੰਗਤ ਇੱਥੇ ਆਈ ਹੈ ਗੁਰਮਤਿ, ਮਹਾਰਾਜ ਨੇ ਉਹਦੀ ਮੱਤ ਨਹੀਂ ਲਈ ਤੇ ਕਿਤੇ ਕੱਲ ਨੂੰ ਤੁਸੀਂ ਨਾ ਟੇਵੇ ਬਣਾਉਂਦੇ ਫਿਰਿਓ, ਕਿਤੇ ਗਲਤੀ ਨਾ ਕਿਤੇ ਤਬਲਾ ਨਾ ਖਾ ਜਿਓ। ਪ੍ਰੇਮ ਦੇ ਨਾਲ ਸਾਰੀ ਸੰਗਤ, ਕਿਉਂ ਨਾਲ ਨਾਲ ਆਪ ਜੀ ਨੂੰ ਗ੍ਰੰਥ ਤੇ ਦਰਸ਼ਨ ਹੋ ਰਿਹਾ ਪ੍ਰੋਜੈਕਟਰ ਉੱਪਰ, ਸਾਰੇ ਪੜ੍ਹ ਲਵੋ ਤੇ ਕਿਤੇ ਭੁਲੇਖਾ ਨਾ ਖਾ ਜਿਓ ਕਿ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਸ਼ਰਮ ਨਾਲ ਸਿੱਖ ਨੂੰ ਮਰ ਜਾਣਾ ਚਾਹੀਦਾ ਤੇ ਜੇ ਕਿਸੇ ਹੋਰ ਪਾਸੇ ਕਦੇ ਪੁੱਛਾਂ ਲੈਣ ਚਲਿਆ ਜਾਵੇ। ਗੁਰੂ ਗ੍ਰੰਥ ਸਾਹਿਬ ਕੋਲੇ ਆਓ ਸਾਧ ਸੰਗਤ, ਪ੍ਰੇਮ ਦੇ ਨਾਲ ਦੇਗ ਤਿਆਰ ਕਰੋ ਤੇ ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਆਪ ਜੀ ਦੇ ਸਵਾਲ ਦਾ ਜਵਾਬ ਦੇਣਗੇ। ਕਿਤੇ ਜਾਣ ਦੀ ਲੋੜ ਨਹੀਂ, ਪੜ੍ਹੋ ਪ੍ਰੇਮ ਨਾਲ ਹੀ ਪੰਕਤੀ ਜੀ। ਗੁਰਮਤਿ ਦੇ ਰੁਖਸਦ ਕਰਿਓ। ਗੁਰੂ ਸਾਹਿਬ ਨੇ ਜਿਹੜੀ ਗੁਰਮਤਿ ਦਾ, ਜਿਹੜਾ ਗੁਰੂ ਸਾਹਿਬ ਦਾ ਆਸ਼ਾ ਸੀ, ਮਹਾਰਾਜ ਜਿਹੜੀ ਮਹਾਰਾਜ ਦੀ ਵਿਚਾਰ ਸੀ, ਸੋਚ, ਉਹ ਦੇ ਕੇ, ਜਿਹੜੀ ਸੱਜੀ ਸੋਚ ਸੀ ਉਹ ਦੇ ਕੇ ਤੇ ਮਹਾਰਾਜ ਨੇ ਤੋਰਨਾ ਕੀਤਾ ਜੀ। ਗਮਨਿਓ ਨਗਰ ਮਝਾਰ। ਤੇ ਆਪਦੇ ਨਗਰ ਆਇਆ ਸੀ ਜਿਹੜਾ ਪੂਰਬ ਵਾਲੇ ਪਾਸੋਂ ਤੇ ਵਾਪਸ ਚਲਿਆ ਗਿਆ ਜੀ। ਚੌਪਈ ਦਿਨ ਕੋ ਤ੍ਰਿਤੀ ਜਾਮ ਜਬ ਹੋਇਓ। ਤੇ ਸਾਧ ਸੰਗਤ ਜਦੋਂ ਦਿਨ ਦੇ 3 ਜਾਮ ਜੋ ਬਤੀਤ ਹੋ ਗਏ ਨੇ ਜੀ। ਸੋਚ ਇਸ਼ਨਾਨ ਭਲੇ ਤਬ ਕੀਨ। ਤੇ ਜਦੋਂ ਸਾਧ ਸੰਗਤ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ ਜੀ। ਕੇਸ ਸੁਧਾਰ ਜੂੜ ਕੋ ਕਰਿਓ। ਤੇ ਸਾਧ ਸੰਗਤ ਮਹਾਰਾਜ ਨੇ ਕੰਘਾ ਕੀਤਾ ਤੇ ਸਿਰ ਦੇ ਜਿਹੜੇ ਕੇਸ ਵਾਹੇ ਤੇ ਤਾਲੂਏ ਵਾਲੀ ਜਗ੍ਹਾ ਦੇ ਉੱਤੇ ਪਾਤਸ਼ਾਹ ਨੇ ਜੂੜਾ ਸਜਾਇਆ ਜੀ। ਸੁੰਦਰ ਸ਼ਮਸ ਸੋ ਕੰਘਾ ਫਿਰਿਓ। ਤੇ ਜਿਹੜਾ ਮਹਾਰਾਜ ਦਾ ਬਹੁਤ ਸੁੰਦਰ ਮਸ਼ਹਿਰਾ ਦਾੜਾ ਸੀ ਨਾ ਮਹਾਰਾਜ ਦਾ, ਤੇ ਮਸ਼ਹਿਰੇ ਤੇ ਦਾੜੇ ਵਿੱਚ ਪਾਤਸ਼ਾਹ ਨੇ ਕੰਘਾ ਫੇਰਿਆ ਜੀ। ਪੇਚ ਬੰਦੇਜ ਅਨੂਠੇ ਪੱਗ ਹੈ। ਤੇ ਮਹਾਰਾਜ ਨੇ ਸਾਧ ਸੰਗਤ ਜਿਹੜੇ ਦਮਾਲਾ ਸਜਾਇਆ ਨਾ, ਫਿਰ ਪੇਚਾਂ ਵਾਲਾ ਸਜਾਇਆ, ਲੜਾਂ ਵਾਲਾ, ਕੱਲੇ ਕੱਲੇ ਲੜ ਚਮਕ ਰਹੇ ਮਹਾਰਾਜ ਦੇ। ਬਹੁਤ ਸੋਹਣਾ ਦਮਾਲਾ ਬੁੰਗੇ ਵਾਲਾ ਸਜਾਇਆ ਜੀ। ਜ਼ੇਵਰ ਜੋਤ ਜਵਾਹਰ ਜਗ ਹੈ। ਤੇ ਸਾਧ ਸੰਗਤ ਉੱਥੇ ਕਲਗੀ, ਉੱਥੇ ਜਗ੍ਹਾ ਲਾਈਆਂ ਸਾਧ ਸੰਗਤ, ਬਹੁਤ ਸੋਹਣੀਆਂ ਜਿਹੜੀਆਂ ਮੋਤੀਆਂ ਦੀਆਂ, ਹੀਰੇ ਜਵਾਹਰਾਤ ਦੀਆਂ ਸਾਧ ਸੰਗਤ ਜਿਹੜੀਆਂ ਮਾਲਾ ਸਨ ਉਹ ਲਾਈਆਂ ਜੀ। ਪਟ ਸੂਖਮ ਬਹੁ ਜਾਮਾ ਪਾਇਓ। ਤੇ ਸਾਧ ਸੰਗਤ ਗਰਮੀਆਂ ਦੇ ਦਿਨ ਸਨ। ਕਲਗੀਧਰ ਪਾਤਸ਼ਾਹ ਨੇ ਬਹੁਤ ਸੂਖਮ ਭਾਵ, ਬਹੁਤ ਪਤਲਾ ਚੋਲਾ ਪਾਇਆ ਹੋਇਆ ਸੀ ਜੀ। ਜਿਸਮ ਹੈ ਸਭ ਸਰੀਰ ਚਲਕਾਇਓ। ਤੇ ਕਹਿੰਦੇ ਕਿੰਨਾ ਪਤਲਾ ਸੀ ਕਿ ਕਲਗੀਧਰ ਪਾਤਸ਼ਾਹ ਦਾ ਸਾਰਾ ਸੁੰਦਰ ਜਿਹੜਾ ਸਰੂਪ ਸਰੀਰ ਸੀ ਉਹਦੇ ਵਿੱਚ ਨਹੀਂ ਦਿਸ ਰਿਹਾ ਸੀ, ਕਿ ਉਹ ਸੂਰਬੀਰ ਨੇ ਅੱਜ ਵਾਲਿਆਂ ਵਰਗੇ, ਖਾਲਸਿਆਂ ਵਰਗੇ ਨਹੀਂ। ਕਿਉਂ ਖਾਲਸੇ ਦਾ ਬਹੁਤਾ ਸਰੀਰ ਭਾਰਾ ਨਹੀਂ ਹੋਣਾ ਚਾਹੀਦਾ। ਖਾਲਸਾ ਹੈਗਾ ਵਾਰੀਅਰ, ਫਾਈਟਰ ਹੈ, ਸੰਤ ਸਿਪਾਹੀ ਬਣਾਇਆ ਹੋਇਆ। ਅੱਗੇ ਇਸੇ ਪ੍ਰਥਾ ਹੈ ਨਾ, ਅੱਗੇ ਸਵਾਲ ਆਉਣਾ। ਕਿਸੇ ਕਹਿੰਦਾ ਕਹਾਉਂਦਾ ਮਹੰਤ ਤੇ ਉਹਨੇ ਸਵਾਲ ਕਰਨਾ ਕਲਗੀਧਰ ਪਾਤਸ਼ਾਹ, ਮਹਾਰਾਜ ਤੁਸੀਂ ਰੱਬ ਰੂਪ ਨਾਲ ਤੁਸੀਂ ਸ਼ਸਤਰ ਚੱਕਿਆ, ਜੰਗਾਂ ਲੜਦੇ। ਮਹਾਰਾਜ ਕਹਿੰਦੇ ਜੇ ਇਹ ਨਾ ਚੱਕਦੇ ਤੇ ਭਾਈ ਤੁਹਾਡੇ ਜਨੇਊ ਨਹੀਂ ਰਹਿਣੇ ਸੀ। ਮਹਾਰਾਜ ਕਹਿੰਦੇ ਅਸੀਂ ਕੱਲਾ ਸੰਤ ਨਹੀਂ ਬਣਾਇਆ, ਅਸੀਂ ਸਿਪਾਹੀ ਬਣਾਇਆ। ਕੱਲੇ ਸੰਤ ਬਣਾਵਾਂਗੇ ਤੇ ਲੁੱਟ ਕੇ ਲੈ ਜਾਣਗੇ। ਦੋਨੇ ਗੁਣ ਇੱਕ ਦੇ ਵਿੱਚ ਹੀ ਦੇ ਦਿੱਤੇ ਸੀ। ਉਹਦੇ ਪ੍ਰਥਾ ਇੱਕ ਵਾਰ ਫੇਰ ਸੁਣੋ ਜੀ। ਜਿਸਮ ਹੈ ਸਭ ਸਰੀਰ ਚਲਕਾਇਓ। ਮਹਾਰਾਜ ਦਾ ਬਹੁਤ ਸੁੰਦਰ ਜਿਹੜਾ ਸਰੂਪ ਸਰੀਰ ਦਰਸ਼ਨ ਹੋ ਰਹੇ ਸਨ ਜੀ। ਖੜਗ ਬਿਲੰਦ ਗਰੇ ਮਹਤਾਰਾ। ਤੇ ਖੜ ਕਿਹੜੀ ਆ? ਬੁਲੰਦ 3 ਫੁੱਟੀ ਮਹਾਰਾਜ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗਾਤਰੇ। ਤੇ ਸਾਧ ਸੰਗਤ ਅੱਜ ਵਾਲੇ ਕਹਿੰਦੇ 2.5-3 ਸੈਂਟੀਮੀਟਰ ਵਾਲੀਆਂ ਨਿੱਕੀਆਂ, ਪਤਾ ਨਹੀਂ ਕਿਹੋ ਜਿਹੀਆਂ ਕਰੀ ਜਾਂਦੇ। ਸ਼ਾਸਤਰ ਉਹ ਹੋਣਾ ਚਾਹੀਦਾ ਸਾਧ ਸੰਗਤ ਆਪ ਜੀ ਦੀ ਕੋਈ ਸਹਾਇਤਾ ਵੀ ਕਰ ਸਕੇ ਤੇ ਤੁਸੀਂ ਕਿਸੇ ਦੀ ਵੀ ਕਰਨ ਜੋਗੇ ਹੋ। ਤੇ ਮਹਾਰਾਜ ਨੇ ਬੁਲੰਦ ਭਾਵ ਵੱਡੀ ਸ੍ਰੀ ਸਾਹਿਬ 3 ਫੁੱਟੀ ਪਾਈ ਜੀ। ਧਾਰਾ ਖਰ ਲਗ ਹੇਮ ਸੁਧਾਰਾ। ਕਹਿੰਦੇ ਬਹੁਤ ਤਿੱਖੀ ਸ੍ਰੀ ਸਾਹਿਬ ਸੀ, ਪਰ ਜਿਹੜੇ ਮੁੱਠੀ ਦੇ ਉੱਤੇ ਕੀ ਲੱਗਿਆ ਸੀ? ਹੇਮ ਸੁਧਾਰਾ।
ਜਿਹੜਾ ਉਹਦਾ ਸ੍ਰੀ ਸਾਹਿਬ ਦਾ ਜਿਹੜਾ ਮੁੱਠਾ ਸੀ ਬਹੁਤ ਸੁੰਦਰ ਸੋਨੇ ਦਾ ਬਣਿਆ ਸੀ ਜੀ। ਭਰਿਓ ਖਤੰਗਨ ਸੰਗ ਨਿਖੰਗ, ਤੇ ਸਾਰਾ ਜਿਹੜਾ ਭੱਥਾ ਸੀਗਾ ਤੀਰਾਂ ਦੇ ਨਾਲ ਭਰਿਆ ਮਹਾਰਾਜ ਦਾ ਜੀ। ਕੱਟ ਸੋ ਕਸਿਓ ਸੁਲਾਇਕ ਜੰਗ, ਕਹਿੰਦੇ ਇਉਂ ਕੱਸ ਕੇ ਤਿਆਰੀ ਕੀਤੀ ਸੀ ਜਿਵੇਂ ਮਹਾਰਾਜ ਨੇ ਕੋਈ ਅੱਜ ਜੰਗ ਲੜਨੀ ਹੋਵੇ ਜੀ। ਤਨੁਖ ਕਠੋਰ ਹੱਥ ਮਹਿ ਲਿਓ, ਤੇ ਕਹਿੰਦੇ ਮਹਾਰਾਜ ਨੇ ਇੱਕ ਬਹੁਤ ਭਾਰੀ ਧਨੁਖ ਹੱਥ ਵਿੱਚ ਫੜਿਆ ਹੋਇਆ, ਇੰਨਾ ਸਖਤ। ਇੱਕ ਵਾਰ ਸਮਾਂ ਬਣਿਆ ਸਾਧ ਸੰਗਤ, ਕਲਗੀਧਰ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਸਜੇ ਹੋਏ, ਮਹਾਰਾਜ ਬੇਅੰਤ ਸੰਗਤਾਂ ਦਾ ਭਲਾ ਕਰ ਰਹੇ ਸਨ। ਜਿੱਥੇ ਬੇਅੰਤ ਸੰਗਤਾਂ ਨੂੰ ਤਾਰ ਰਹੇ ਆ ਤੇ ਉੱਥੇ ਬਾਬਾ ਰਾਮ ਕੌਰ ਜੀ ਔਰ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਨੇ ਯਾਦ ਕੀਤਾ ਤੇ ਦਰਸ਼ਨ ਕਰਨ ਵਾਸਤੇ ਪਹੁੰਚੇ। ਦਰਸ਼ਨ ਕਰ ਰਹੇ ਨੇ ਤੇ ਦੇਖ ਕੇ ਹੈਰਾਨ ਹੋ ਰਹੇ ਆ ਵੀ ਕਲਗੀਧਰ ਪਾਤਸ਼ਾਹ ਦਾ ਸੂਖਮ ਜਿਹਾ ਸਰੀਰ ਆ ਤੇ ਜਿਹੜੇ ਮੂਹਰੇ ਮਹਾਰਾਜ ਜਿਹੜੇ ਕਮਾਨ ਪਏ ਨੇ ਦੋ ਏਡੇ ਵੱਡੇ, ਵੀ ਜਾਂ ਤਾਂ ਵੈਸੀ ਲਾਈਟ ਔਰ ਵਗੈਰਾ ਨੂੰ ਰੱਖੇ ਹੋਏ ਪ੍ਰਭਾਵ ਪਾਉਣ ਨੂੰ, ਇਹਨੂੰ ਕੋਈ ਚਲਾ ਨਹੀਂ ਸਕਦਾ। ਤੇ ਮਹਾਰਾਜ ਦਾ ਸਰੀਰ ਵੀ ਹਲਕਾ ਜਿਹਾ, ਤੇ ਸਤਿਗੁਰ ਸਭ ਦੀਆਂ ਜਾਣਨ ਵਾਲੇ ਨੇ। ਕਲਗੀਧਰ ਪਾਤਸ਼ਾਹ ਨੇ ਬਾਬੇ ਗੁਰਬਖਸ਼ ਸਿੰਘ ਦਾ, ਜਿਹੜੇ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਨੇ, ਹਿਰਦੇ ਦੀ ਗੱਲ ਪੜ੍ਹ ਲਈ। ਮਹਾਰਾਜ ਭਲਾ ਕਰਨਾ ਚਾਹੁੰਦੇ। ਜਿੱਥੇ ਵੀ ਸਿੱਖ ਦੇ ਮਨ 'ਚ ਸ਼ੰਕਾ ਪੈਂਦਾ ਨਾ, ਗੁਰੂ ਸ਼ੰਕਾ ਨਿਵਰਤ ਕਰਨ ਨੂੰ ਤਿਆਰ ਹੋ ਜਾਂਦਾ। ਮਹਾਰਾਜ ਨੇ ਦੇਖਿਆ ਵੀ ਸ਼ੰਕਾ ਆ ਗਿਆ, ਮਹਾਰਾਜ ਨੇ ਚੱਲਦੇ ਦੀਵਾਨ ਦੀ ਸਮਾਪਤੀ ਕਰਾਈ। ਮਹਾਰਾਜ ਕਹਿੰਦੇ ਆਓ, ਬਾਬਾ ਗੁਰਬਖਸ਼ ਸਿੰਘ ਨੂੰ ਕਿਹਾ ਆਓ ਆਪਾਂ ਥੋੜੇ ਨਿਸ਼ਾਨੇਬਾਜ਼ੀ ਕਰੀਏ, ਤੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਜਾਓ ਜਾ ਕੇ ਭਾਈ ਹਾਥੀ ਸ਼ਿੰਗਾਰ ਕੇ ਲੈ ਕੇ ਆਓ ਪ੍ਰਸ਼ਾਦੀ। ਸਿੰਘ ਪ੍ਰਸ਼ਾਦੀ ਹਾਥੀ ਸਾਧ ਸੰਗਤ ਸ਼ਿੰਗਾਰਨ ਚਲੇ ਗਏ। ਕਲਗੀਧਰ ਪਾਤਸ਼ਾਹ ਨੇ ਇੱਕ ਨਹੀਂ ਦੋਨੇ ਕਮਾਣਾ ਸਾਧ ਸੰਗਤ ਇੱਕ ਹੱਥ ਵਿੱਚ ਲੈ ਲਈਆਂ ਤੇ ਸਾਧ ਸੰਗਤ ਦੋ ਦੋ ਤੀਰ ਚੜਾ ਲਏ। ਤੇ ਸਾਧ ਸੰਗਤ ਮਹਾਰਾਜ ਜਦੋਂ ਖਿੱਚਦੇ ਨੇ ਤੇ ਖਿੱਚ ਕੇ ਜਦੋਂ ਕਾਂਦੇ ਬਰਾਬਰ ਕਰਦੇ ਆ ਤੇ ਇਉਂ ਲੱਗਦਾ ਵੀ ਕਮਾਨ ਤੋੜ ਦੇਣਗੇ। ਮਹਾਰਾਜ ਨੇ ਦਰਖਤਾਂ ਨੂੰ ਤੀਰ ਬਖਸ਼ਣੇ ਸ਼ੁਰੂ ਕਰ ਦਿੱਤੇ ਤੇ ਸਾਧ ਸੰਗਤ ਜਿਹੜੇ ਤੀਰ ਸਨ ਦਰਖਤਾਂ ਨੂੰ ਪਰੋਈ ਜਾਂਦੇ ਨੇ, ਕੱਟੀ ਜਾਂਦੇ ਆ ਤੇ ਸਿੱਟੀ ਵੀ ਜਾਂਦੇ ਨੇ। ਬਾਬੇ ਗੁਰਬਖਸ਼ ਸਿੰਘ ਦੀ ਤਸੱਲੀ ਹੋ ਗਈ, ਸਿਰ ਨੀਵਾਂ ਹੋ ਗਿਆ। ਸ਼ੱਕ ਮੈਨੂੰ ਸ਼ੰਕਾ ਇੱਕ ਤੇ ਸੀ ਤੇ ਕਲਗੀਧਰ ਪਾਤਸ਼ਾਹ ਨੇ ਦੋਨੇ ਤੇ ਦੋ ਦੋ ਤੀਰ ਪਾ ਕੇ ਚਲਾਉਂਦੇ ਨੇ ਇਕੱਠੇ ਇੱਕ ਵਾਰ 'ਚ। ਹੁਣ ਅਗਲਾ ਸ਼ੰਕਾ ਸੀ ਕਿ ਕਲਗੀਧਰ ਪਾਤਸ਼ਾਹ ਦਾ ਸਰੀਰ ਹਲਕਾ ਜਿਹਾ, ਇੰਨੇ ਚਿਰ ਨੂੰ ਸਾਧ ਸੰਗਤ ਪ੍ਰਸ਼ਾਦੀ ਹਾਥੀ ਤਿਆਰ ਹੋ ਕੇ ਪਹੁੰਚ ਗਿਆ। ਕਲਗੀਧਰ ਪਾਤਸ਼ਾਹ ਦੇ ਕੋਲੇ ਆਇਆ ਤੇ ਫਿਰ ਨੀਵੇਂ, ਤੁਹਾਨੂੰ ਪਤਾ ਆਪ ਜੀ ਨੂੰ ਜਦੋਂ ਹਾਥੀ ਤੇ ਚੜ੍ਹਨਾ ਹੁੰਦਾ ਤੇ ਗੋਡਿਆਂ ਭਾਰ ਨੀਵਾਂ ਹੋ ਜਾਂਦਾ, ਮੁਹਾਵਤ ਨੀਵਾਂ ਬਹਾ ਲੈਂਦਾ। ਪਰ ਬੈਠਿਆ ਵੀ ਸਾਧ ਸੰਗਤ ਜਿਹੜਾ ਆਮ ਇਨਸਾਨ ਆ ਚੜ੍ਹ ਨਹੀਂ ਸਕਦਾ ਉਹਦੇ ਤੇ, ਆਮ ਇਨਸਾਨ ਤੋਂ ਕਾਫੀ ਉੱਚਾ ਹੁੰਦਾ, ਉਹਨੂੰ ਕੋਈ ਨਾ ਕੋਈ ਆਸਰਾ ਚਾਹੀਦਾ ਹੁੰਦਾ। ਤੇ ਜਿਸ ਸਮੇਂ ਸਾਧ ਸੰਗਤ ਆਸਰੇ ਵਾਸਤੇ ਤੇ ਬਾਬੇ ਗੁਰਬਖਸ਼ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਵੀ ਕਰੋ ਮੋਢਾ ਕੋਲੇ ਤੇ ਤੁਹਾਡੇ ਮੋਢੇ ਦਾ ਆਸਰਾ ਲੈ ਕੇ ਚੜ੍ਹ ਗਏ ਹਾਥੀ ਤੇ। ਸਾਧ ਸੰਗਤ ਜਦੋਂ ਕਲਗੀਧਰ ਪਾਤਸ਼ਾਹ ਨੇ ਹੱਥ ਧਰਿਆ ਨਾ ਤੇ ਬਾਬੇ ਗੁਰਬਖਸ਼ ਸਿੰਘ ਦੀਆਂ ਚੀਕਾਂ ਨਿਕਲ ਗਈਆਂ। ਇਉਂ ਲੱਗਿਆ ਕਿ ਪਤਾ ਨਹੀਂ ਕਿੰਨੀਆਂ ਕਿ ਧਰਤੀਆਂ ਦਾ ਭਾਰ ਉੱਤੇ ਪੈ ਗਿਆ ਹੋਵੇ। ਇਉਂ ਲੱਗ ਰਿਹਾ ਸੀ ਕਿ ਅੰਗ ਅੰਗ ਹੁਣ ਟੁੱਟ ਜਾਵੇਗਾ। ਤੇ ਕਲਗੀਧਰ ਪਾਤਸ਼ਾਹ ਦੀ ਸਾਧ ਸੰਗਤ ਜਿਹੜੀ ਉਹ ਮੁਸਕਰਾਹਟ ਸੀ ਨਾ, ਨੇਤਰ ਟੇਢੇ ਕੀਤੇ ਪਾਤਸ਼ਾਹ ਨੇ ਤਿਰਛੇ ਤੇ ਬਾਬੇ ਗੁਰਬਖਸ਼ ਨੂੰ ਕਹਿੰਦੇ ਹੋ ਗਈ ਤਸੱਲੀ? ਇਹ ਤੂੰ ਸਾਡੇ ਬਾਬੇ ਬੁੱਢੇ ਜੀ ਦੇ ਕੁੱਲ ਵਿੱਚੋਂ ਸੀ, ਜੇ ਕੋਈ ਹੋਰ ਹੁੰਦਾ ਤੇ ਫਿਰ ਥੱਲੇ ਬਹਾ ਦੇਣਾ ਸੀ ਅਸੀਂ।
ਕਿਤੇ ਗੁਰੂ ਨੂੰ ਹਲਕਾ ਨਹੀਂ ਜਾਣਨਾ। ਗੁਰੂ ਦੀ ਸਾਧ ਸੰਗਤ ਖੇਡ ਵੱਡੀ ਆ, ਮਾਰੇ ਕੀ ਤੋਂ ਕੀ ਨਹੀਂ ਕਰ ਸਕਦੇ। ਕੀ ਕਹਿ ਰਿਹਾ ਇੱਕ ਵਾਰ ਫੇਰ ਕਰੋ ਸਰਵਣ ਜੀ। ਧਨੁਖ ਕਠੋਰ ਹੱਥ ਮਹਿ ਲਿਓ। ਬਹੁਤ ਜਿਹੜੇ ਕਠੋਰ ਧਨੁਖ ਨੇ ਉਹ ਮਹਾਰਾਜ ਨੇ ਆਪਦੇ ਹੱਥ ਵਿੱਚ ਫੜਿਆ ਜੀ। ਤਿਆਰ ਤੁਰੰਗ ਅਨਾਵਨ ਕਯੋ। ਤੇ ਸਾਧ ਸੰਗਤ ਮਹਾਰਾਜ ਨੇ ਹੁਕਮ ਕਰ ਦਿੱਤਾ, ਭਾਈ ਛੇਦੜੇ ਨੇ ਘੋੜਾ ਤਿਆਰ ਕਰਕੇ ਲੈ ਕੇ ਆਵੋ ਜੀ। ਨਹਰ ਨਗਰ ਕੈ ਹੇਰਨ ਹੇਤ। ਮਹਾਰਾਜ ਕਹਿੰਦੇ ਚਲੋ ਭਾਈ ਨਹਰ ਨਗਰ ਨੂੰ ਦੇਖ ਕੇ ਆਈਏ ਜੀ। ਗਮਨੇ ਸਤਿਗੁਰ ਬਨੇ ਸੁਚੇਤ। ਸੁਚੇਤ ਅੱਜ ਸਾਧ ਸੰਗਤ ਇਹ ਸ਼ਬਦ ਅਸੀਂ ਭੁੱਲ ਗਏ ਹਾਂ। ਖਾਲਸਾ ਕੋਈ ਆਮ ਨਹੀਂ ਹੁੰਦਾ ਸੀ, ਸਿੱਖ ਬੜੇ ਸੁਚੇਤ ਹੁੰਦੇ ਸਨ। ਕਿਉਂ? ਚਾਚਰੀ ਚੱਲ ਲਾਖ ਗੁਰੂ ਗੋਬਿੰਦ ਸਿੰਘ। ਜਿਵੇਂ ਬਿਜਲੀ ਧਰਤੀ ਤੇ ਡਿੱਗਦੀ ਆ ਤੇ ਫੜੀ ਨਹੀਂ ਜਾ ਸਕਦੀ, ਇੰਨੀ ਤੇਜ਼ ਉਵੇਂ ਕਹਿੰਦੇ ਭਾਈ ਨੰਦ ਲਾਲ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਇੰਨੇ ਚਲਾਕ ਹੋ, ਇੰਨੇ ਤੇਜ਼ ਹੋ ਤੁਸੀਂ। ਤੇ ਉਹਦੇ ਬੱਚਿਆਂ ਨੂੰ ਵੀ ਕਿੰਨੇ ਹੋਣਾ ਚਾਹੀਦਾ। ਤੇ ਅੱਜ ਕੱਲ ਜਿਉਂ-ਜਿਉਂ ਅਸੀਂ ਸਾਧ ਸੰਗਤ ਵਕਾਰੀ ਤੇ ਮੱਠੇ ਜੇ ਹੋ ਗਏ ਆ, ਤੇ ਇਸੇ ਕਰਕੇ ਸਾਧ ਸੰਗਤ ਪਿੱਛੇ ਵੀ ਰਹਿ ਗਏ ਕਈ ਗੱਲਾਂ ਤੋਂ। ਸਿੱਖ ਚੰਗਾ ਪੜ੍ਹਿਆ ਲਿਖਿਆ ਵੀ ਹੋਵੇ, ਮਿਹਨਤੀ ਵੀ ਹੋਵੇ। ਕਈ ਅੱਗੋਂ ਕਹਿਣਗੇ ਕੋਈ ਨਾ ਜੀ ਮਹਾਰਾਜ ਖਵਾ ਦੇਣਗੇ। ਕਿਤੇ ਇਹ ਭੁਲੇਖੇ ਵਿੱਚ ਨਹੀਂ ਰਹਿਣਾ। ਕਿਤੇ ਸਮਾਂ ਬਣਿਆ, ਅੱਜ ਇੱਕ ਜਗਿਆਸੂ ਮਾਰੂਥਲ ਦੇ ਇਲਾਕੇ ਵਿੱਚ ਫਿਰ ਰਿਹਾ, ਇੰਨੀ ਦੂਰ ਚਲੇ ਗਿਆ ਕਿ ਪਾਣੀ ਨਹੀਂ ਲੱਭ ਰਿਹਾ। ਪਾਣੀ ਮਿਲਿਆ ਹੀ ਨਹੀਂ। ਪਿਆਸ ਲੱਗ ਗਈ, ਜਿਹੜਾ ਮਸ਼ਕ ਵਿੱਚ ਪਾਣੀ ਸੀ ਉਹ ਸਾਰਾ ਪੀ ਲਿਆ, ਤੇ ਹੁਣ ਧਿਆਨ ਉੱਪਰਲੇ ਦਾ ਧਰ ਲਿਆ। ਜੋ ਧਿਆਨ ਉੱਪਰਲੇ ਦਾ ਧਰਿਆ ਤੇ ਕੀ ਦੇਖਿਆ, ਇੱਕ ਲੰਗੜੀ ਵੀ ਹੈ ਤੇ ਖੰਭ ਵੀ ਨਹੀਂ, ਇੱਕ ਚਿੜੀ ਉੱਥੇ ਬੈਠੀ। ਕਮਾਲ। ਇਹ ਇੱਥੇ ਕਿਵੇਂ ਜਿਉਂਦੀ ਹੋਵੇਗੀ? ਖੰਭ ਵੀ ਨਹੀਂ ਲੱਗੇ, ਲੱਤਾਂ ਵੀ ਨਹੀਂ, ਤੇ ਪਈ ਆ ਥੋੜਾ ਜਿਹਾ ਕਿਤੇ ਪਾਸਾ ਮਾਰ ਕੇ ਇੱਧਰ ਨੂੰ ਹੋ ਜਾਂਦੀ ਹੈ ਤੇ ਕਿਤੇ ਉੱਧਰ ਨੂੰ ਹੋ ਜਾਂਦੀ ਹੈ। ਇਹਦਾ ਗੁਜਰਾਨ ਕਿਵੇਂ ਚੱਲਦਾ ਹੋਵੇ? ਤੇ ਸਾਧ ਸੰਗਤ ਇੰਨੇ ਸਮੇਂ ਵਿੱਚ ਕੀ ਦੇਖਿਆ, ਇੱਕ ਚਿੜੀ ਹੋਰ ਆਈ ਹੈ, ਚੁੰਝ ਵਿੱਚ ਕੁਛ ਭਰ ਕੇ ਲੈ ਕੇ ਆਈ ਹੈ ਤੇ ਗਾਲੀ ਕੀਤੀ ਉਹਦੇ ਮੂੰਹ ਦੇ ਵਿੱਚ, ਲੱਥਾ ਕੀਤਾ ਉਹਦੇ ਮੂੰਹ ਦੇ ਵਿੱਚ ਤੇ ਉੱਡ ਗਈ ਹੈ। ਖੁਸ਼ੀ ਹੋਈ ਤੇ ਘਰ ਵਿੱਚ ਆ ਕੇ ਕਹਿੰਦਾ ਸਾਰਾ ਕੰਮ ਛੱਡਿਆ, ਹੁਣ ਆਪੇ ਸੰਭੂਗਾ। ਪਰ ਉਹ ਜਿਹੜਾ ਸੀਗਾ ਮੁਹੰਮਦ ਸਾਹਿਬ ਦਾ ਪਿਆਰਾ ਸੀ, ਉਸੇ ਮੁਹੰਮਦ ਸਾਹਿਬ ਨੂੰ ਪਿਆਰ ਕਰਨ ਵਾਲਾ। ਤੇ ਕਈ ਦਿਨਾਂ ਬਾਅਦ ਪੁੱਛਿਆ ਬਈ ਉਹ ਦੇਖਿਆ ਨਹੀਂ? ਕਹਿੰਦੇ ਉਹਨੇ ਕਿਰਤ ਛੱਡ ਦਿੱਤੀ। ਕਿਉਂ ਬਈ? ਕਹਿੰਦੇ ਉਹ ਆਪੇ ਚਲਾਵੇਗਾ। ਤੇ ਮੁਹੰਮਦ ਸਾਹਿਬ ਘਰ ਗਏ, ਕਹਿੰਦੇ ਕੀ ਗੱਲ ਬਈ ਕੰਮ ਛੱਡ ਦਿੱਤਾ? ਤੇ ਅੱਗੋਂ ਜਵਾਬ ਦੇਣ ਲੱਗਾ, ਕਹਿੰਦੇ ਜੀ ਮੈਂ ਗਿਆ ਸੀ ਮਾਰੂਥਲ ਦੇ ਵਿੱਚ, ਪਿਆਸ ਬਹੁਤ ਲੱਗੀ ਤੇ ਇੱਕ ਉਦਾਹਰਨ ਦੇਖ ਕੇ ਮਨ ਦੀ ਤਸੱਲੀ ਹੋ ਗਈ ਤੇ ਹੁਣ ਕੰਮ ਨਹੀਂ ਕਰਨਾ ਤੇ ਹੁਣ ਆਪੇ ਚਲਾਵੇਗਾ। ਕਹਿੰਦੇ ਕੀ ਦੇਖਿਆ ਬਈ? ਫਿਰ ਚਿੜੀਆਂ ਦੀ ਉਦਾਹਰਨ ਦਿੱਤੀ। ਇੱਕ ਲੰਗੜੀ ਸੀ ਪਰ ਰੱਬ ਉਹਦਾ ਵੀ ਭਲਾ ਕਰ ਰਿਹਾ ਸੀ। ਇੱਕ ਖੰਭਾਂ ਵਾਲੀ ਚਿੜੀ ਉੱਡ ਕੇ ਆਉਂਦੀ ਸੀ ਤੇ ਉਹਨੂੰ ਖਵਾ ਕੇ ਜਾਂਦੀ ਸੀ। ਮੁਹੰਮਦ ਸਾਹਿਬ ਗੁੱਸੇ ਵਿੱਚ ਆ ਗਏ, ਕਹਿੰਦੇ ਤੂੰ ਲੰਗੜੀ ਚਿੜੀ ਬਣਨਾ ਕਿਉਂ ਪ੍ਰਵਾਨ ਕੀਤਾ? ਜਿਹੜੀ ਉੱਡ ਕੇ ਆਈ ਤੂੰ ਉਹ ਕਿਉਂ ਨਹੀਂ ਬਣਨਾ ਚੰਗਾ ਸਮਝੇ? ਤੂੰ ਆਪਦਾ ਵੀ ਚਲਾਵੇਂ ਤੇ ਦੂਜਿਆਂ ਦਾ ਵੀ ਭਲਾ ਕਰੇ। ਗੁਰੂ ਸਾਹਿਬ ਨੇ ਸਿੱਖ ਨੂੰ ਵੀ ਇੱਕ ਦਾਤਾ ਛੋਟਾ ਜਿਹਾ ਬਣਾਇਆ ਸੀ ਕਿ ਤੂੰ ਕੰਮ ਵੀ ਕਰੀ ਜਾਵੇਂ ਤੇ ਕਰੀ ਨਾਲ ਕਈਆਂ ਦਾ ਸਾਰੀ ਵੀ ਜਾਵੇਂ। ਅੱਜ ਕੱਲ ਕਿਰਤ ਵੀ ਛੱਡ ਦਿੱਤੀ ਹੈ, ਬੰਦਗੀ ਵੀ ਨਹੀਂ ਹੈਗੀ, ਤੇ ਸਾਧ ਸੰਗਤ ਚੰਗੀ ਕੋਈ ਹੋਰ ਸਿੱਖਿਆ ਵੀ ਨਹੀਂ ਰਹਿ ਸਕੀ। ਮਹਾਰਾਜ ਨੇ ਬਣਾਇਆ ਸੀ ਸੁਚੇਤ, ਮਹਾਰਾਜ ਨੇ ਬਣਾਇਆ ਸੀ ਨਾਲ ਸਿਪਾਹੀ ਬਣਾਇਆ ਸੀ। ਕੀ ਬਚਨ ਕਰਦੇ ਇੱਕ ਵਾਰ ਫੇਰ ਕਰੋ ਸਰਵਣ ਜੀ। ਗਮਨੇ ਸਤਿਗੁਰ ਬਨੇ ਸੁਚੇਤ। ਤੇ ਗੁਰੂ ਸਾਹਿਬ ਬਹੁਤ ਸੁਚੇਤ ਐਨ ਹੋ ਕੇ ਤੇ ਗਏ ਨੇ ਅੱਗੇ ਜੀ। ਕੇਤਕ ਸਿੰਘ ਪਦਾਂਤੀ ਸਾਥ। ਪਦਾਂਤੀ ਹੁੰਦਾ ਸਾਧ ਸੰਗਤ ਜਿਹੜੇ ਪੈਦਲ ਚੱਲਣ ਵਾਲੇ ਹੋਣ। ਬਹੁਤ ਸਾਰੇ ਸਿੱਖ ਜਿਹੜੇ ਪੈਦਲ ਵੀ ਸਨ ਨਾਲ,
ਉਹ ਵੀ ਨਾਲ ਚੱਲੇ ਨੇ ਜੀ। ਜਾਏ ਪ੍ਰਵੇਸ਼ੇ ਪੁਰ ਮਹਿ ਨਾਥ, ਤੇ ਮਹਾਰਾਜ ਨੌਹਰ ਸ਼ਹਿਰ ਦੇ ਅੰਦਰ ਗਏ ਨੇ ਜੀ। ਪੂਰਬ ਜਹ ਚਬੂਤਰਾ ਚੌਰਾ, ਤੇ ਸਾਧ ਸੰਗਤ ਜਿੱਥੇ ਇੱਕ ਚਬੂਤਰਾ ਸੀ ਉੱਚੇ ਥਾਂ, ਦੂਜੇ ਪਾਸੇ ਤਲਾਅ ਛੱਪੜ, ਤੇ ਸਾਧ ਸੰਗਤ ਉਹਦੇ ਸਾਹਮਣੇ ਇੱਕ ਚਬੂਤਰਾ ਸੀਗਾ, ਜਿੱਥੇ ਸ਼ਹਿਰ ਦੇ ਵਿੱਚੋਂ ਨਗਰ ਦੇ ਵਿੱਚੋਂ ਵਿਆਹ ਤੋਂ ਉੱਥੇ ਕਬੂਤਰ ਉੱਡ ਕੇ ਆਉਂਦੇ, ਨਗਰ ਵਾਲੇ ਦਾਣਾ ਪਾਉਂਦੇ, ਤੇ ਬੇਅੰਤ ਸੈਂਕੜਿਆਂ ਨਹੀਂ ਹਜ਼ਾਰਾਂ ਹਿਸਾਬ ਨਾਲ ਉੱਥੇ ਕਬੂਤਰਾਂ ਦਾ ਉੱਥੇ ਆਵਾਗਾਉਣ ਰਹਿੰਦਾ। ਉਹ ਸਥਾਨ ਤੇ ਕਲਗੀਧਰ ਪਾਤਸ਼ਾਹ ਸਮੇਤ ਘੋੜੇ ਪਹੁੰਚਦੇ, ਨਾਲ ਸਿੱਖ ਨੇ ਜੀ। ਤਹ ਪਹੁੰਚੇ ਸੋਢੀ ਸਿਰਮੌਰਾ, ਤੇ ਸੋਢੀਆਂ ਦੇ ਸਰਮੌਰ ਕਲਗੀਧਰ ਪਾਤਸ਼ਾਹ ਪਹੁੰਚੇ ਨੇ ਜੀ। ਕੁਛ ਸੌ ਪਾਨ ਉੱਚੇ ਰੋਥਾਨ, ਤੇ ਉੱਚੀਆਂ ਉੱਚੀਆਂ ਪੌੜੀਆਂ ਸਨ ਸਾਧ ਸੰਗਤ, ਤੇ ਉੱਚਾ ਉਹ ਸਥਾਨ ਸੀ। ਉੱਚੀਆਂ ਪੌੜੀਆਂ ਦੇ ਉੱਤੋਂ ਕਲਗੀਧਰ ਪਾਤਸ਼ਾਹ ਨੇ ਘੋੜੇ ਨੂੰ ਚੜਾਇਆ ਜੀ। ਉੱਪਰ ਦਿਓ ਚੜਾਏ ਕਿਕਾਨ, ਤੇ ਘੋੜੇ ਨੇ ਸਾਧ ਸੰਗਤ ਉੱਤੇ ਮਾਰੇ ਪੌੜਨੇ ਤੇ ਉੱਪਰ ਜਾ ਪਹੁੰਚਿਆ ਜੀ। ਥਲ ਉੱਚੇ ਚੜ ਕਰ ਥਿਰ ਥਏ, ਕਲਗੀਧਰ ਪਾਤਸ਼ਾਹ ਉਵੇਂ ਸਜੇ ਰਹੇ। ਉੱਚੇ ਥਾਂ ਤੇ ਚੜ ਕੇ ਘੋੜਾ ਜਦੋਂ ਚੜ ਗਿਆ ਤੇ ਪਾਤਸ਼ਾਹ ਨੇ ਉੱਪਰ ਫੇਰਿਆ ਜੀ। ਦੂਰ ਦੂਰ ਲੱਗ ਦੇਖਤ ਭਏ, ਕਲਗੀਧਰ ਪਾਤਸ਼ਾਹ ਦੂਰ ਤੱਕ ਨਿਗਾਹ ਮਾਰ ਰਹੇ ਨੇ ਜੀ। ਦਾਸ ਸੁਰਾਹੀ ਦਾਰ ਤਰੇ ਤੇ ਮਹਾਰਾਜ ਦੇ ਨਾਲ ਸਾਧ ਸੰਗ ਇੱਕ ਸਿੱਖ ਸੀ, ਜਿਹੜਾ ਹਮੇਸ਼ਾ ਕਲਗੀਧਰ ਪਾਤਸ਼ਾਹ ਨੂੰ ਜਲ ਛਕਾਇਆ ਕਰਦਾ। ਉਹਦੇ ਕੋਲ ਸਰਾਹੀ ਹੁੰਦੀ ਹੈ। ਸਰਾਹੀ ਕਈ ਨਵੇਂ ਬੱਚਿਆਂ ਨੂੰ ਜਦੋਂ ਕੋਈ ਉਦਾਹਰਨ ਦੇਈਦੀ ਹੈ ਤੇ ਨਹੀਂ ਕਈ ਵਾਰ ਪਤਾ ਲੱਗਦਾ। ਘੜੇ ਨੂੰ ਮਿੱਟੀ ਦੇ ਨੂੰ ਛੋਟੀ ਹੁੰਦੀ ਹੈ, ਤੇ ਘੜੇ ਦਾ ਜਿਵੇਂ ਮੂੰਹ ਚੌੜਾ ਹੁੰਦਾ ਤੇ ਸੁਰਾਹੀ ਦਾ ਮੂੰਹ ਪਤਲਾ ਹੁੰਦਾ, ਮੁੱਠੀ ਕੇ ਆਉਣ ਜੋਗਾ, ਤੇ ਲੰਮਾ ਮੂੰਹ ਹੁੰਦਾ। ਉਹ ਸੁਰਾਹੀ ਲੈ ਕੇ ਤੇ ਸਾਧ ਸੰਗ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਨੂੰ ਜਲ ਛਕਾਇਆ ਕਰਦਾ। ਉਹ ਲੈ ਕੇ ਜਦੋਂ ਦੇਖਿਆ ਕਲਗੀਧਰ ਪਾਤਸ਼ਾਹ ਸਮੇਤ ਘੋੜੇ ਪੌੜੀਆਂ ਉਹ ਚੜ੍ਹਦੇ ਹੋਏ ਉੱਪਰ ਜਾ ਚੜਿਆ, ਸਮੇਤ ਘੋੜੇ ਪਾਤਸ਼ਾਹ ਉੱਪਰ ਹੋ ਗਏ ਨੇ। ਉਹ ਵੀ 6 ਦਿਨ ਛਾਲੀ ਹੁੰਦਾ ਤੇ ਉੱਪਰ ਜਾ ਪਹੁੰਚਿਆ ਜੀ। ਚੜਿਓ ਧਾਏ ਕਰ ਬੇਗ ਧਰੇ ਤੇ, ਬੇਗ ਹੁੰਦਾ ਤੇਜ਼ੀ ਨਾਲ ਚੱਲਣਾ, ਬਹੁਤ ਤੇਜ਼ੀ ਨਾਲ ਚੜ੍ਹਦਾ ਹੋਇਆ ਤੇ ਸਿੱਖ ਸਰਾਹੀ ਲੈ ਕੇ ਉੱਪਰ ਜਾ ਚੜਿਆ ਪਹੁੰਚਿਆ ਜੀ। ਪਹੁੰਚਿਓ ਚਾਹੇ ਗੁਰੂ ਕੇ ਪਾਸ, ਤੇ ਜਲਦੀ ਚਾਹੁੰਦਾ ਕਿ ਮਾਰੇ ਆਵਾਜ਼ ਦੇਣ ਜਲ ਵਾਸਤੇ ਤੇ ਮੈਂ ਉਹਦੀ ਛਕਾ ਦੇਵਾਂ, ਤੇ ਧਾਈ ਦੌੜਦਾ ਹੋਇਆ ਤੇ ਉੱਪਰ ਜਾ ਪਹੁੰਚਿਆ ਜੀ। ਪੱਗ ਸੋ ਦਰਿਓ ਕਬੂਤਰ ਨਾਸ਼, ਤੇ ਸਾਧ ਸੰਗਤ ਮਹਾਰਾਜ ਦੇ ਪ੍ਰੇਮ ਵਿੱਚ ਸੀ। ਸਾਧ ਸੰਗਤ ਉਹਨੂੰ ਥੱਲੇ ਨਹੀਂ ਨਾ ਕਿਤੇ ਹੋਰ ਕੁਝ ਦਿਖਦਾ ਸੀ, ਸਿਰਫ ਤੇ ਸਿਰਫ ਉਹਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਸਨ। ਮਹਾਰਾਜ ਹੁਕਮ ਕਰਨ ਤੇ ਮੈਂ ਮਹਾਰਾਜ ਦੀ ਸੇਵਾ ਕਰੀ ਜਾਵਾਂ। ਦਰਸ਼ਨ ਕਰਕੇ ਰੱਜ ਰਿਹਾ, ਤੇ ਜਿਹੜੇ ਸਰਾਹੀ ਆ ਸਿੱਖ ਕੋਲੇ ਜਿਹੜਾ ਜਲ ਛਕਾਉਂਦਾ, ਉਹਨੇ ਥੱਲੇ ਤੱਕਿਆ ਹੀ ਨਾ। ਸਾਧ ਸੰਗਤ ਕਾਲੀ ਦੇਣੇ ਗਿਆ ਤੇ ਪਤਾ ਲੱਗਿਆ ਹੀ ਨਾ। ਕਬੂਤਰ ਉੱਥੇ ਚੋਗਾ ਚੁਗ ਰਹੇ ਸਨ। ਉਹਨਾਂ ਵਿੱਚੋਂ ਇੱਕ ਕਬੂਤਰ ਦੇ ਉੱਤੇ ਉਹ ਸਿੱਖ ਦਾ ਪੈਰ ਰੱਖਿਆ ਗਿਆ, ਜਿਹਦੇ ਕੋਲ ਸਰਾਹੀ ਫੜੀ ਸੀ। ਰੱਖਣ ਦੀ ਦੇਰ ਸਾਧ ਸੰਗਤ ਉਹ ਕਬੂਤਰ ਉੱਥੇ ਮਰ ਗਿਆ ਜੀ। ਤਹਿ ਨਰ ਗਨ ਬੈਠੇ ਰਿਸਠਾਨੀ, ਤੇ ਜਿਹੜੇ ਉੱਥੇ ਬਜ਼ੁਰਗ ਹੋਰ ਲੋਕ ਬੈਠੇ ਸਨ, ਬੜੇ ਗੁੱਸੇ ਵਿੱਚ ਆ ਗਏ ਦੇਖ ਕੇ ਜੀ। ਕਹਾ ਕਰਮ ਤੈ ਕੀਨ ਬਖਾਨੀ, ਤੇ ਅੱਗੋਂ ਸਾਧ ਸੰਗਤ ਬੋਲਣ ਲੱਗੇ, ਇਹ ਤੂੰ ਕੀ ਕੰਮ ਕਰ ਦਿੱਤਾ? ਤੂੰ ਦੇਖਿਆ ਨਹੀਂ ਕਿ ਕਬੂਤਰ ਚੋਗਾ ਚੋਗ ਰਹੇ ਨੇ, ਤੇ ਤੂੰ ਕਬੂਤਰ ਮਾਰ ਦਿੱਤਾ। ਇਤਿਆਦਿਕ ਕਬੂਲ ਬੋਲੇ ਨੇ ਜੀ। ਰਹਿ ਚਬੂਤਰੇ ਤੋਮ ਕਬੂਤਰ, ਕਹਿੰਦੇ ਤੈਨੂੰ ਪਤਾ ਨਹੀਂ ਕਿ ਇਹ ਚਬੂਤਰੇ ਉੱਪਰ ਕਬੂਤਰ ਰਹਿੰਦੇ ਨੇ ਜੀ। ਹਤਿਓ ਪਿਖੇ ਬਿਨ ਦਇਓ ਪਗੂਤਰ, ਕਹਿੰਦੇ ਤੂੰ ਦੇਖੇ ਬਗੈਰ ਹੀ ਮਾਰ ਸੁੱਟਿਆ ਜੀ। ਸਤਿਗੁਰ ਕਹਿਓ ਕਹਾਂ ਹੋਏ ਗਇਓ। ਮਾਰੇ ਕਹਿੰਦੇ ਭਾਈ ਕੀ ਹੋ ਗਿਆ? ਕਿਉਂ? ਮਹਾਰਾਜ ਦਾ ਜਿਹੜਾ ਆਸ਼ਾ ਵੱਡਾ, ਗੁਰੂ ਸਾਹਿਬ ਨੂੰ ਪਤਾ ਕਿ ਉਹ ਜਿਹੜਾ ਕਬੂਤਰ ਦਾ ਸਮਾਂ ਆਇਆ ਸੀ, ਕਾਰਨ ਬਣ ਗਿਆ, ਤੇ ਉਹਦੇ ਕਰਕੇ ਸਿੱਖ ਦੇ ਪੈਰ ਥੱਲੇ ਆ ਗਏ। ਪਰ ਲੋਕਾਂ ਨੂੰ ਲੱਗਦਾ ਵੀ ਐਂ ਮਾਰ ਦਿੱਤਾ। ਕਿਉਂ? ਆਉਣ ਤੋਂ ਪਹਿਲਾਂ ਸਾਧ ਸੰਗਤ ਲਿਖਿਆ ਜਾਂਦਾ, ਜਾਣ ਦਾ ਸਮਾਂ ਕਾਰਨ ਲਿਖਿਆ ਜਾਂਦਾ, ਤੇ ਉਹ ਸਬਬ ਬਣ ਗਏ। ਮਾਰੇ ਕਹਿੰਦੇ ਦੱਸੋ ਭਾਈ ਕੀ ਹੋਇਆ ਜੀ? ਬਿਨਸਨ ਕੋ ਸਗਰੇ ਤਨ ਕਇਓ। ਮਾਰੇ ਕਹਿੰਦੇ ਇੱਥੇ ਸਾਰੇ ਸਰੀਰਾਂ ਨੇ ਖਤਮ ਹੋ ਜਾਣਾ ਭਾਈ, ਇੱਥੇ ਸਾਰੇ ਆਏ ਮਰਨ ਵਾਸਤੇ ਤੇ ਜਾਣਾ ਵਾਪਸ ਜੀ। ਏਕ ਮਰੇ ਤੇ ਅਚਰਜ ਕਹਾ। ਮਾਰੇ ਕਹਿੰਦੇ ਇੱਕ ਮਰਨ ਕਿਹੜੀ ਕੋਈ ਵੱਡੀ ਗੱਲ ਹੋ ਗਈ, ਕੋਈ ਹੈਰਾਨੀ ਕਰਨ ਵਾਲੀ ਗੱਲ ਹੋ ਗਈ?
ਤੇ ਜੇ ਇੱਕ ਕਬੂਤਰ ਮਰ ਗਿਆ ਜੀ, ਹੋਨ ਹਾਰ ਪਰ ਰਿਸ ਕਿਆ ਲਹਾ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਹੋਣੀ ਸੀ, ਰਿਸ ਭਾਵ ਗੁੱਸਾ ਕੀ ਕਰਨਾ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਉਹਨੇ ਮਰਨਾ ਹੀ ਸੀ, ਕਬੂਤਰ ਨੇ ਕਾਰਨ ਬਣਨਾ ਸੀ, ਸਿੱਖ ਦੇ ਉੱਤੇ ਪੈਰ ਟਿਕਣਾ ਸੀ, ਤੇ ਕਬੂਤਰ ਨੇ ਮੁੱਕਣਾ ਸੀ। ਉਹ ਲਿਖੀ ਉਵੇਂ ਸੀ, ਉਹ ਲਿਖੀ ਦੇ ਉੱਤੇ ਤੁਸੀਂ ਕਿਉਂ ਗੁੱਸਾ ਕਰ ਰਹੇ ਹੋ ਜੀ। ਸੁਨ ਸਭ ਬੋਲੇ ਭਾਲ ਤੁਮ ਆਏ। ਅੱਗੋਂ ਕਲਗੀਧਰ ਪਾਤਸ਼ਾਹ ਨੂੰ ਬੋਲਣ ਲੱਗ ਗਏ, ਕਹਿੰਦੇ ਚੰਗੇ ਭਲੇ ਤੁਸੀਂ ਆਏ ਹੋ ਇੱਥੇ, ਸਾਡੇ ਕਬੂਤਰ ਹੀ ਮਾਰ ਦਿੱਤਾ ਤੁਸੀਂ। ਅਤੇ ਆਦਿਕ ਸਾਧ ਸੰਗ ਪਤਾ ਨਹੀਂ ਕਿ ਸ੍ਰਿਸ਼ਟੀ ਦਾ ਮਾਲਕ ਖੜਾ ਕੇ ਭਲਾ ਹੋ ਜਾਊਗਾ ਜੇ ਚਰਨ ਫੜ ਲਓਗੇ। ਰੱਬ ਨਾਲ ਹੀ ਝਗੜਾ ਕਰੀ ਜਾਂਦੇ। ਅੱਗੋਂ ਮਹਾਰਾਜ ਨੂੰ ਕਬੂਲ ਬੋਲ ਰਹੇ ਨੇ ਜੀ, ਸਰਬ ਕਬੂਤਰ ਦੇਹੋ ਮਰਾਏ। ਮਹਾਰਾਜ ਜਦੋਂ ਕਿਹਾ ਨਾ ਵੀ ਭਾਈ ਫੇਰ ਕੀ ਹੋ ਗਿਆ, ਗੁੱਸਾ ਮੰਨਿਆ ਹੋਇਆ ਮਨ ਵਿੱਚ, ਪਤਾ ਨਹੀਂ ਅੱਗੇ ਸ੍ਰਿਸ਼ਟੀ ਦਾ ਮਾਲਕ ਆ। ਕਹਿੰਦੇ ਚੰਗਾ ਫਿਰ ਜੇ ਇੰਨਾ ਹੀ ਆ, ਜੇ ਉਦੋਂ ਲਿਖਿਆ ਸੀ ਤੇ ਬਾਕੀ ਵੀ ਮਾਰ ਦਿਓ ਕਬੂਤਰ ਜੀ। ਸੁਨ ਗੁਰ ਕਹਿਓ ਜੇ ਆਸ ਮਨ ਆਈ। ਮਹਾਰਾਜ ਕਹਿੰਦੇ ਚੰਗਾ ਭਾਈ ਜੇ ਤੁਹਾਡੀ ਮਨ ਦੀ ਇੱਛਾ ਹੀ ਇਹ ਹੈਗੀ ਆ ਤੇ ਭਾਈ ਫਿਰ ਇਉਂ ਹੋ ਜਾਊਗਾ ਜੀ। ਮਰਹਿ ਕਬੂਤਰ ਆਬ ਸਮੁਦਾਈ। ਮਹਾਰਾਜ ਕਹਿੰਦੇ ਚੰਗਾ ਭਾਈ ਫਿਰ ਸਾਰੇ ਕਬੂਤਰ ਮਰ ਜਾਣਗੇ। ਮਹਾਰਾਜ ਵਾਸਤੇ ਕੀ ਔਖਾ ਸਾਧ ਸੰਗ। ਤੇ ਸਾਧ ਸੰਗ ਕਲਗੀਧਰ ਪਾਤਸ਼ਾਹ ਨੇ ਬਚਨ ਕਰ ਦਿੱਤੇ ਨੇ ਜੀ, ਬਚਨ ਗੁਰੂ ਕੇ ਕਹਿਨੇ ਕਰਕੇ। ਬਸ ਜਦੋਂ ਕਲਗੀਧਰ ਪਾਤਸ਼ਾਹ ਨੇ ਬਚਨ ਕਰ ਦਿੱਤਾ, ਜੇ ਤੁਹਾਡੇ ਮਨ ਦਾ ਆਸ਼ਾ ਹੀ ਇਹ ਹੈ, ਤੁਹਾਡੇ ਮਨ ਦੀ ਇੱਛਾ ਹੀ ਇਹ ਹੈ ਕਿ ਤੁਸੀਂ ਬਾਕੀ ਕਬੂਤਰ ਤੁਸੀਂ ਕਹਿੰਦੇ ਉਹ ਵੀ ਮਾਰ ਦਵੋ, ਤੇ ਜੇ ਤੁਸੀਂ ਚਾਹੁੰਦੇ ਹੋ ਤੇ ਫੇਰ ਜੀ ਜਿੱਤੇ ਕਬੂਤਰ ਗਿਰੇ ਸੋ ਮਰ ਕੇ। ਬਸ ਸਾਧ ਸੰਗਤ ਉੱਥੇ ਦੇਖੇ ਜਿੰਨੇ ਕਬੂਤਰ ਸਾਧ ਸੰਗਤ ਉੱਥੇ ਚੋਗਾ ਚੌਕ ਰਹੇ ਸਨ ਤੇ ਸਾਰੇ ਡਿੱਗ ਪਏ। ਉੱਥੇ ਨਹੀਂ ਕੱਲੇ, ਅੱਗੇ ਵੀ ਦੇਖੋ ਜੀ, ਹੁਤੋ ਹਜ਼ਾਰੋਂ ਕੀਰਨ ਥਾਨ। ਤੇ ਸਾਧ ਸੰਗ ਹੋਰ ਵੀ ਜਿੱਥੇ ਜਿੱਥੇ ਕਬੂਤਰ ਸਨ, ਸਾਧ ਸੰਗਤ ਦੇਖਦੇ ਆ ਤੇ ਸਾਰੇ ਕਬੂਤਰ ਮਰ ਗਏ ਨੇ ਜੀ। ਹੇਰ ਹੇਰ ਨਰ ਭਏ ਹੈਰਾਨ। ਹੁਣ ਸਾਧ ਸੰਗ ਡਰ ਗਏ, ਹੈਰਾਨ ਜੇ ਹੁੰਦੇ ਵੀ ਇਹ ਕੀ ਗੱਲ ਹੋ ਗਈ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਤੇ ਦੇਖਦੇ ਆ ਸਾਰੇ ਕਬੂਤਰ ਮਰ ਗਏ। ਹੁਣ ਜਿਹੜੀ ਉਹ ਸਿਆਣਪ ਸੀ ਨਾ ਸਾਡੇ ਸਾਧ ਸੰਗਤ, ਉਹ ਜਿਹੜੀ ਕੜਤਣ ਸੀ ਸਾਧ ਸੰਗਤ, ਦੇਖਦੇ ਆ ਫਿੱਕੀ ਪੈਣ ਲੱਗ ਗਏ। ਕਿਉਂ ਪਤਾ ਤੇ ਜੇ ਕਲਗੀਧਰ ਪਾਤਸ਼ਾਹ ਨੇ ਇੱਧਰ ਨੂੰ ਕੋਈ ਦ੍ਰਿਸ਼ਟੀ ਦੂਜ ਕਰ ਦਿੱਤੀ ਨਾ ਵੀਰ ਰਸ ਵਾਲੀ, ਤੇ ਰਹਿਣਾ ਕੁਛ ਨਹੀਂ ਜੀ। ਇਹ ਅਜ਼ਮਤ ਜੁਤ ਪੁਰਖ ਵਿਸਾਲੇ। ਤੇ ਸਮਝ ਗਏ ਤੇ ਲੱਗੇ ਕਹਿਣ, ਸਮਝਦੇ ਕੀ ਨੇ ਕਿ ਕਲਗੀਧਰ ਪਾਤਸ਼ਾਹ ਬਹੁਤ ਸ਼ਕਤੀ ਵਾਲੇ ਨੇ ਜੀ। ਕਰੇ ਬਾਕ ਤੇ ਖੱਗ ਹੱਥ ਜਾਲੇ। ਕਹਿੰਦੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਤੇ ਦੇਖਦੇ ਆ ਸਾਰੇ ਕਬੂਤਰ ਮਰ ਗਏ ਨੇ ਜੀ। ਉਠ ਉਠ ਕਰ ਪੱਗ ਬੰਧਨ ਕਰੇ। ਬਸ ਸਾਧ ਸੰਗਤ ਡਰ ਗਏ। ਫਿਰ ਉਹ ਜਿਹੜਾ ਧੌਣ 'ਚ ਲੱਗਿਆ ਸੀ ਨਾ ਕਿੱਲਾ ਜਾ, ਫਿਰ ਨਿਕਲ ਗਿਆ 1 ਮਿੰਟ 'ਚ। ਬਸ ਫਿਰ ਭੱਜ ਲਏ। ਉੱਠ ਉੱਠ ਕੇ ਸਾਧ ਸੰਗਤ ਜਾ ਕੇ ਤੇ ਕਲਗੀਧਰ ਪਾਤਸ਼ਾਹ ਸਵਾਰ ਨੇ ਘੋੜੇ ਤੇ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ ਜੀ। ਛਿਮਹੋ ਭੂਲ ਪ੍ਰਤੀਕੂਲ ਜੇ ਉਚਰੇ। ਕਹਿੰਦੇ ਮਹਾਰਾਜ ਸਾਨੂੰ ਮਾਫ ਕਰ ਦਿਓ, ਅਸੀਂ ਆਪ ਜੀ ਦੇ ਇੱਜ਼ਤ ਦੇ ਖਿਲਾਫ ਬੋਲੇ। ਮਹਾਰਾਜ ਅਸੀਂ ਆਪ ਜੀ ਦਾ ਸਤਿਕਾਰ ਨਹੀਂ ਕੀਤਾ, ਅਸੀਂ ਨਰਾਦਰ ਕੀਤਾ, ਸਾਨੂੰ ਮਾਫ ਕਰ ਦਿਓ, ਸਾਨੂੰ ਬਖਸ਼ ਦੇਵੋ ਜੀ। ਰਾਵਰ ਕੋ ਪ੍ਰਤਾਪ ਨਹਿ ਜਾਣਾ। ਮਹਾਰਾਜ ਅਸੀਂ ਤੁਹਾਡਾ ਪ੍ਰਤਾਪ ਹੀ ਨਹੀਂ ਜਾਣਿਆ। ਇੱਕ ਨੇ ਜਾਣਿਆ ਨਹੀਂ ਤੇ ਇੱਕ ਸਿੱਖ ਜਾਣ ਕੇ ਛੱਡੀ ਫਿਰਦੇ। ਘਰ ਮੈਂ ਠਾਕੁਰ ਨਦਰ ਨਾ ਆਵੇ। ਸਾਹਮਣੇ ਗੁਰੂ ਸਾਹਿਬ ਨੇ ਤੇ ਦਿਸਦੇ ਹੀ ਨਹੀਂ। ਦੁਨਿਆਵੀ ਸੌਖੀ ਦਿਸੀ ਜਾਂਦੇ, ਦੁਨਿਆਵੀ ਚੀਜ਼ਾਂ ਦਿਸਦੀਆਂ ਨੇ ਜੀ। ਅਬ ਜਾਨਾ ਜਬ ਬਾਕ ਬਖਾਨਾ। ਮਹਾਰਾਜ ਹੁਣ ਸਮਝੇ ਅਸੀਂ ਜਦੋਂ ਆਪ ਜੀ ਨੇ ਹੁਣ ਬਚਨ ਕੀਤੇ ਨੇ ਜੀ। ਮਰੇ ਕਬੂਤਰ ਦੇਹੋ ਜਿਵਾਏ। ਫਿਰ ਲਾਗੇ ਹੱਥ ਬੰਨਣ, ਮਹਾਰਾਜ ਕਿਰਪਾ ਕਰੋ, ਜਿੰਨੇ ਕਬੂਤਰ ਮਰੇ ਨੇ ਪਾਤਸ਼ਾਹ ਦਇਆ ਕਰੋ, ਇਹਨਾਂ ਨੂੰ ਜਿਉਂਦੇ ਕਰੋ ਜੀ। ਕਰਹਿ ਅਵਗਿਆ ਅਪਰ ਨਾ ਕਾਏ। ਮਹਾਰਾਜ ਅਸੀਂ ਆਪ ਜੀ ਨੂੰ ਵਾਅਦਾ ਕਰਦੇ ਆਂ,
ਅੱਜ ਤੋਂ ਕਿਤੇ ਵੀ ਆਪ ਜੀ ਅੱਗੇ ਨਹੀਂ ਬੋਲਾਂਗੇ, ਨਰਾਦਰ ਨਹੀਂ ਕਰਾਂਗੇ, ਸਭ ਦਾ ਆਪ ਜੀ ਦਾ ਤੇ ਬਾਕੀ ਸਿੱਖਾਂ ਦਾ ਸਤਿਕਾਰ ਕਰਾਂਗੇ ਜੀ। ਸੁਨ ਬੇਨਤੀ ਕਰ ਕਿਰਪਾ ਉਚਾਰੇ। ਫਿਰ ਗੁਰੂ ਸਾਹਿਬ ਵੀ ਸਾਧ ਸੰਗਤ ਚਰਨ ਫੜ ਲਓ ਤੇ ਮੰਨ ਵੀ ਜਾਂਦੇ ਫਿਰ, ਪਰ ਚਰਨ ਐਵੇਂ ਨਹੀਂ ਦੇਖਾ ਦੇਖੀ ਵਾਲੇ, ਅੰਦਰੋਂ ਪ੍ਰੇਮ ਦੇ ਨਾਲ, ਕਿਉਂਕਿ ਗੁਰੂ ਸਾਹਿਬ ਅੰਦਰਲੀਆਂ ਜਾਣਦੇ ਨੇ ਨਾ। ਤੇ ਜਦੋਂ ਸਾਧ ਸੰਗ ਅੰਦਰੋਂ ਢਏ ਨੇ, ਮਾਫੀਆਂ ਮੰਗੀਆਂ ਨੇ, ਆਉਣ ਵਾਲੇ ਦਿਨਾਂ ਦੀਆਂ ਜਿਹੜੀਆਂ ਗਲਤੀਆਂ ਤੋਂ ਬਚਣ ਵਾਸਤੇ, ਸਤਿਕਾਰ ਕਰਨ ਵਾਸਤੇ ਜਦੋਂ ਵਾਅਦੇ ਕੀਤੇ ਤੇ ਫੇਰ ਕਰੋ ਸਰਵਣ ਜੀ। ਸੁਨ ਬੇਨਤੀ ਕਰ ਕਿਰਪਾ ਉਚਾਰੇ। ਕਹਿੰਦੇ ਮਹਾਰਾਜ ਕਰੋ ਕਿਰਪਾ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਬੇਨਤੀ ਤੇ ਮਹਾਰਾਜ ਨੇ ਬਖਸ਼ੇ ਦੇ ਘਰ ਵਿੱਚ ਆ ਕੇ ਜੀ ਪਾਵੋ ਚੋਗ ਜੀਵ ਹੈ ਸਾਰੇ। ਮਹਾਰਾਜ ਕਹਿੰਦੇ ਚੰਗਾ ਫਿਰ ਬਈ ਇਉਂ ਕਰੋ, ਇਹਨਾਂ ਅੱਗੇ ਚੋਗਾ ਪਾਓ ਤੇ ਇਹ ਜਿਉਂਦੇ ਹੋਣਗੇ। ਪਾਓ ਚੋਗਾ ਜੀ। ਦਾਣੇ ਆਨ ਬਿਖੇਰਨ ਕਰੇ। ਤੇ ਸਾਧ ਸੰਗਤ ਜਦੋਂ ਮਹਾਰਾਜ ਨੇ ਬਚਨ ਕੀਤਾ ਤੇ ਸਾਰੇ ਭੱਜ ਲਏ। ਭੱਜੇ ਨੇ, ਸ਼ੇਰੇ ਨੇ ਦਾਣੇ ਲੱਭੇ ਆ ਤੇ ਜਿਉਂ ਸਾਧ ਸੰਗਤ ਕਬੂਤਰਾਂ ਅੱਗੇ ਜਿਉਂ ਪਾਉਂਦੇ ਨੇ ਜੀ, ਉਠ ਪਾਰਾਵਤ ਜੀਵਨ ਧਰੇ। ਬਸ ਸਾਧ ਸੰਗਤ ਜਿਹਦੇ ਮੂਹਰੇ ਜਾ ਕੇ ਮੁੱਠੀ ਦਾਣੇ ਜਿਉਂ ਸਿੱਟੀ ਜਾਂਦੇ ਆ, ਜਿਹਦੇ ਮੂਹਰੇ ਜਾ ਕੇ ਦਾਣੇ ਡੈਗਦੇ ਆ ਤੇ ਉੱਠ ਕੇ ਉਹ ਚੁਗਣ ਲੱਗੇ ਨੇ, ਜਿਉਂਦੇ ਹੋ ਗਏ ਨੇ ਜੀ। ਬੀਨ ਬੀਨ ਚੋਗਾ ਨਿਜ ਖਾਵੇ। ਬਸ ਫਿਰ ਐ ਦੇਖ ਕੇ ਕਬੂਤਰ ਸਿਆਣਪ ਦੇ ਨਾਲ ਚੋਗਾ ਚੁਗ ਰਹੇ ਨੇ, ਦੇਖ ਕੇ ਪਰਖ ਕੇ ਜੀ। ਹੇਰ ਹੇਰ ਸਗਰੇ ਬਿਸਮਾਵੇ। ਤੇ ਸਾਧ ਸੰਗਤ ਸਾਰੇ ਦੇਖੀ ਜਾਂਦੇ ਆ ਤੇ ਹੈਰਾਨ ਹੋਈ ਜਾਂਦੇ। ਕਲਗੀਧਰ ਪਾਤਸ਼ਾਹ ਏਡੀ ਖੇਡ ਕਿ ਮਹਾਰਾਜ ਸਾਧ ਸੰਗਤ ਉਹੀ ਗੁਰੂ ਨਾਨਕ ਪਾਤਸ਼ਾਹ ਨੇ ਤੇ ਉਹੀ ਕਲਗੀਧਰ ਪਾਤਸ਼ਾਹ ਨੇ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਭਲਾ ਕਰ ਰਹੇ ਨੇ, ਦਿੱਲੀ ਪਹੁੰਚੇ ਆ, ਮਜਨੂ ਟਿੱਲੇ ਵਾਲਾ ਸਥਾਨ। ਜਦੋਂ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਤੇ ਜਿੱਥੇ ਚਰਨ ਪਾਏ ਬਿਲਕੁਲ ਨਾਲ ਹੀ ਉੱਥੇ ਰਾਜੇ ਦਾ ਇੱਕ ਮਹਾਵਤ ਰਹਿੰਦਾ ਸੀ, ਜਿਹੜਾ ਮਹਾਵਤ ਕਹਿੰਦੇ ਜਿਹੜਾ ਹਾਥੀਆਂ ਨੂੰ ਸਾਧ ਸੰਗਤ ਪਾਲਣ ਵਾਲਾ ਜਾਂ ਚਲਾਉਣ ਵਾਲਾ ਕਹਿ ਦਈਏ। ਤੇ ਸਾਧ ਸੰਗਤ ਕੀ ਸਮਾਂ ਬਣਿਆ ਕਿ ਉਹ ਹਾਥੀ ਚੜਾਈ ਕਰ ਗਏ। ਗਰੀਬ ਪਰਿਵਾਰ ਆ, ਰੋ ਰਿਹਾ। ਭਾਈ ਮਰਦਾਨਾ ਜੀ ਲੰਘਣ ਲੱਗੇ, ਭਈ ਕੀ ਗੱਲ ਰੋਨੇ ਹੋ ਤੁਸੀਂ? ਕਹਿੰਦੇ ਤਾਂ ਰੋਨੇ ਆ ਵੀ ਸਾਡੀ ਰੋਜੀ ਰੋਟੀ ਇਹ ਹਾਥੀ ਸੀ ਤੇ ਸਾਡਾ ਤਾਂ ਸਾਰਾ ਕੰਮ ਹੀ ਰੁਕ ਗਿਆ, ਅਸੀਂ ਗਰੀਬ ਰੁਲ ਗਏ। ਕਹਿੰਦੇ ਆ ਜਾਓ, ਮੈਂ ਜਿਹੜੀ ਸੇਵਾ ਵਿੱਚੋਂ ਆਪ ਰੱਬ ਨੇ, ਆਪ ਅਕਾਲ ਪੁਰਖ ਨੇ, ਆਓ ਮੈਂ ਤੁਹਾਨੂੰ ਉਹਨਾਂ ਕੋਲ ਲੈ ਕੇ ਚੱਲਾਂ। ਪਰ ਗੱਲ ਇਉਂ ਕਰਿਓ, ਜਦੋਂ ਮੈਂ ਤਾਰ ਛੇੜਾ ਨਾ ਕੀਰਤਨ ਕਰਦੇ ਹੋਣ ਤੇ ਬਸ ਤੁਹਾਨੂੰ ਮੈਂ ਇਸ਼ਾਰਾ ਕਰੂੰ ਤੇ ਚਰਨ ਫੜ ਲਿਓ ਬਸ ਆ। ਕਹਿੰਦੇ ਜੀ ਸੱਤ। ਸਮਾਂ ਬਣਿਆ, ਮਜਨੂ ਟਿੱਲੇ ਵਾਲੇ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਸਜੇ ਨੇ, ਤਾਰ ਛਿੜੀ ਹੋਈ ਹੈ, ਕੀਰਤਨ ਦੀ ਧੁਨ ਚੱਲ ਰਹੀ ਹੈ ਤੇ ਮਰਦਾਨਾ ਜੀ ਨੇ ਦੇਖ ਕੇ, ਸੋਹਣਾ ਸਮਾਂ ਦੇਖ ਕੇ ਤੇ ਇਸ਼ਾਰਾ ਕਰ ਦਿੱਤਾ। ਮਹਾਵਤ ਤੇ ਉਹਦੇ ਘਰੋਂ ਬੀਬੀ ਨੇ ਆ ਕੇ ਚਰਨ ਫੜ ਲਏ ਗੁਰੂ ਨਾਨਕ ਪਾਤਸ਼ਾਹ। ਮਾਰੇ ਕਹਿੰਦੇ ਵੀ ਇਹ ਕਿੱਥੋਂ ਆ ਗਏ ਬਈ ਤੁਸੀਂ ਚੱਲਦੇ ਕੀਰਤਨ ਵਿੱਚ? ਕਹਿੰਦੇ ਮਾਰੇ ਕਿਰਪਾ ਕਰੋ, ਗਰੀਬ ਆ, ਆਹ ਦੇਖੋ ਸਾਹਮਣੇ ਹਾਥੀ ਸਾਡਾ ਮਰਿਆ ਪਿਆ, ਮਾਰੇ ਕਰੋ ਜਿਉਂਦਾ, ਕਰੋ ਬਖਸ਼ਿਸ਼। ਮਾਰੇ ਕਹਿੰਦੇ ਕਰਤਾਰ ਦੀ ਨੇਤ ਆ ਭਾਈ, ਉਹ ਜੀਆਂ ਨੂੰ ਬੁਲਾਉਂਦਾ ਤੇ ਚਾਹਵੇ ਤੇ ਜੀਦਾਨ ਵੀ ਦੇ ਸਕਦਾ। ਬਖਸ਼ਿਸ਼ ਦਾ ਸ਼ਬਦ ਵਚਨ ਕਹਿਣ ਦੀ ਦੇਰ ਸਾਧ ਸੰਗਤ ਤੇ ਦੇਖਦੇ ਆ ਜਿਹੜਾ ਮਰਿਆ ਹਾਥੀ ਸਾਧ ਸੰਗਤ ਜਿਉਂਦਾ ਹੋ ਗਿਆ। ਕੋਲੇ ਖੜਾ ਇੱਕ ਕਾਜੀ ਈਰਖਾ ਨਾਲ ਸੜ ਗਿਆ। ਅੱਗੋਂ ਕਹਿੰਦਾ ਹੈ, ਕਹਿੰਦਾ ਮਰਿਆ ਹਾਥੀ ਜਿਉਂਦਾ ਕਰਨਾ ਕੀ ਔਖਾ? ਕਹਿੰਦੇ ਤਾਂ ਮੰਨੀਏ ਜੇ ਇਹਨੂੰ ਜਿਉਂਦੇ ਨੂੰ ਮਾਰ ਕੇ ਦਿਖਾਉਣ। ਮਾਰੇ ਕਹਿੰਦੇ ਜੇ ਕਰਤਾਰ ਸਵਾਸ ਦਿੰਦਾ ਤੇ ਲੈ ਵੀ ਸਕਦਾ ਭਾਈ। ਕਹਿਣ ਦੀ ਦੇਰ ਸਾਧ ਸੰਗਤ ਜਿਹੜਾ ਹਾਥੀ ਜਿਉਂਦਾ ਹੋਇਆ ਸੀ ਤੇ ਫੇਰ ਲੰਮਾ ਪੈ ਗਿਆ, ਮਰ ਗਿਆ। ਥੋੜੇ ਚਿਰ ਨੂੰ ਮਹਾਵਤ ਤੇ ਉਹਦੇ ਘਰੋਂ ਬੀਬੀ ਨੇ ਦੇਖਿਆ ਵੀ ਸਾਡਾ ਤਾਂ ਕੋਈ ਰੌਲਾ ਨਹੀਂ ਸੀ, ਇਹ ਨਾ ਈਰਖਾ ਨੇ ਸੜੇ ਹੋਏ। ਕਾਜੀ ਨੇ ਇਹ ਗੱਲ ਕਹੀ, ਕਹਿੰਦੇ ਮਹਾਰਾਜ ਸਾਡੇ ਤੇ ਤਰਸ ਕਰੋ ਗਰੀਬਾਂ ਤੇ, ਇਹਦੇ ਕਿਸੇ ਬਚਨ ਨੂੰ ਮਨ ਤੇ ਨਾ ਲਾਓ। ਆਪ ਜੀ ਕਿਰਪਾ ਕਰੋ, ਸਾਡੀ ਗਰੀਬਾਂ ਦੀ ਰੋਜੀ ਰੋਟੀ ਸੀ, ਸਾਡੇ ਤੇ ਬਖਸ਼ਿਸ਼ ਕਰੋ। ਮਹਾਰਾਜ ਅਸੀਂ ਤਾਂ ਫੇਰ ਪਹਿਲਾਂ ਵਰਗੇ ਰਹਿ ਗਏ। ਮਹਾਰਾਜ ਨੇ ਫੇਰ ਬਖਸ਼ਿਸ਼ ਦਾ ਬਚਨ ਕੀਤਾ ਤੇ ਹਾਥੀ ਜਿਉਂਦਾ ਕਰ ਦਿੱਤਾ। ਉਹੀ ਕਲਾ ਕਲਗੀਧਰ ਪਾਤਸ਼ਾਹ ਵਰਤਾ ਰਹੇ ਨੇ। ਮਹਾਰਾਜ ਨੇ ਬਚਨ ਕੀਤਾ ਤੇ ਸਾਧ ਸੰਗਤ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਜਦੋਂ ਦਾਣਾ ਪਾਇਆ, ਕਬੂਤਰਾਂ ਨੇ ਚੁਗਿਆ ਤੇ ਸਾਰੇ ਕਬੂਤਰ ਜਿਉਂਦੇ ਹੋਏ, ਪਰ ਉਹਨਾਂ ਵਿੱਚੋਂ
ਰਹਿ ਗਿਆ ਜਿਹੜਾ ਜਿਉਂਦਾ ਨਹੀਂ ਹੋਇਆ। ਹੁਣ ਉਹਦੇ ਬਾਰੇ ਸੁਣੋ ਜੀ। ਸਿੱਖ ਕੇ ਪੈਰਨ ਤੇ ਜੋ ਮਰਿਓ। ਜਿਹੜਾ ਸਾਧ ਸੰਗਤ ਜਦੋਂ ਸਰਾਹੀ ਵਾਲਾ ਸਿੱਖ ਗਿਆ ਸੀ, ਜਿਹੜਾ ਕਲਗੀਧਰ ਪਾਤਸ਼ਾਹ ਨੂੰ ਜਲ ਛਕਾਉਂਦਾ ਸੀ, ਉਹਦੇ ਜਿਹੜੇ ਸਾਧ ਸੰਗਤ ਪੈਰ ਥੱਲੇ ਆ ਕੇ ਜਿਹੜਾ ਕਬੂਤਰ ਮਰਿਆ ਸੀ ਜੀ, ਸੋ ਨਹ ਜਿਉ ਰਹਿਓ ਧਰ ਪਰਿਓ। ਤੇ ਸਾਧ ਸੰਗਤ ਉਹ ਧਰਤੀ ਉੱਤੇ ਪਿਆ ਹੀ ਰਹਿ ਗਿਆ, ਉਹ ਨਾ ਜਿਉਂਦਾ ਹੋਇਆ ਜੀ। ਤਿਸ ਕੋ ਦੇਖਤ ਬਹੁਰ ਉਚਾਰੇ। ਤੇ ਸਾਧ ਸੰਗਤ ਫਿਰ ਜਦੋਂ ਉਹਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਸਨ, ਉਹ ਦੇਖਦਿਆਂ ਤੇ ਹੁਣ ਸਾਰਿਆਂ ਨੇ ਕੀਤੀ ਬੇਨਤੀ ਜੀ, ਇਸ ਪਰ ਕਿਉਂ ਨਾ ਕਿਰਪਾ ਨਿਜ ਧਾਰੇ। ਕਹਿੰਦੇ ਮਹਾਰਾਜ ਤੁਸੀਂ ਇਹਦੇ ਉੱਤੇ ਕਿਉਂ ਨਹੀਂ ਕਿਰਪਾ ਕੀਤੀ ਜੀ। ਸਿੰਘਨ ਪੀ ਕਹੇ ਇਸੇ ਜਵਾਬੋ। ਤੇ ਸਾਰੇ ਸਿੰਘ ਕਹਿਣ ਲੱਗੇ ਮਹਾਰਾਜ ਇਹ ਤੇ ਕਿਰਪਾ ਕਰੋ, ਇਹਨੂੰ ਜਿਉਂਦਾ ਕਰੋ ਜੀ। ਪ੍ਰਭ ਫਰਮਾਏ ਚੋਗ ਇਸ ਪਾਵੋ। ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ, ਇਹ ਸਾਡੇ ਸਿੰਘ ਦੇ ਚਰਨ ਥੱਲੇ ਆਇਆ ਸੀ, ਇਹਦਾ ਸਮਾਂ ਬਣਿਆ ਸੀ, ਇਹਦਾ ਮੌਤ ਦਾ ਕਾਰਨ ਲਿਖੇ ਆਏ ਸੀ, ਪਰ ਜੇ ਹੁਣ ਤੁਸੀਂ ਬੇਨਤੀ ਕਰਦੇ ਹੋ ਤਾਂ ਭਾਈ ਬਾਕੀ ਨਹੀਂ, ਇਹ ਫਿਰ ਹੁਣ ਸਾਡੇ ਸਿੰਘ ਚੋਗਾ ਪਾਉਣੇ ਨੂੰ। ਤੇ ਸਿੰਘਾਂ ਤੋਂ ਫਿਰ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਬਚਨ ਕਰਕੇ ਤੇ ਜਦੋਂ ਪਵਾਇਆ ਚੋਗਾ ਜੀ, ਲੇਕਰ ਸਿੱਖਨ ਤਿਸੈ ਅਗੇਰੇ। ਤੇ ਜਦੋਂ ਸਿੱਖਾਂ ਨੇ ਲੈ ਕੇ ਤੇ ਦਾਣੇ ਅੱਗੇ ਹਾਂਜੀ, ਮੋਠ ਬਾਜਰੀ ਜਬਹਿ ਬਖੇਰੇ। ਤੇ ਜਦੋਂ ਸਾਧ ਸੰਗਤ ਮੋਠ ਬਾਜਰਾ ਜਦੋਂ ਸਿੱਟਿਆ ਅੱਗੇ ਜੀ, ਉਠ ਜੀਵਿਓ ਹੇਰਤ ਬਿਸਮਾਏ। ਤੇ ਸਾਧ ਸੰਗਤ ਦੇਖਦੇ ਉੱਠ ਕੇ ਬਹਿ ਗਏ। ਉਹ ਜਿਹੜਾ ਮਰਿਆ ਕਬੂਤਰ ਸਾਧ ਸੰਗਤ ਉਹ ਵੀ ਜਿਉਂਦਾ ਹੋ ਗਿਆ। ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਵਾਲੇ ਵੱਡੇ ਮਹਾਂਪੁਰਸ਼, ਬਾਬਾ ਨਾਨਕ ਸਿੰਘ ਦੇ ਉਸਤਾਦ। ਸਮਾਂ ਬਣਿਆ, ਬਾਬਾ ਜੀ ਆਪਦੇ ਆਸਣ ਦੇ ਉੱਤੇ ਆ ਕੇ ਬੈਠੇ ਤੇ ਸੰਤ ਨਾਰਾਇਣ ਸਿੰਘ ਜੀ ਸੇਵਾ ਵਿੱਚ ਸਨ ਉਹਨਾਂ ਦੇ। ਕਹਿੰਦੇ ਨਾਰਾਇਣ ਸਿੰਘ ਆਹ ਕੀ ਪਿਆ ਬਈ? ਆਸਣ ਤੋਂ ਥੋੜਾ ਪਰੇ ਕੁਛ ਪਿਆ ਦਿਸਦਾ ਤੇ ਮਹਾਂਪੁਰਸ਼ਾਂ ਨੇ ਜਾਣਦੇ ਸਭ ਕੁਛ ਨੇ, ਪਰ ਪੁੱਛ ਲਿਆ। ਸੰਤ ਨਾਰਾਇਣ ਸਿੰਘ ਕਹਿੰਦੇ ਮਹਾਂਪੁਰਸ਼ੋ ਇੱਥੇ ਇੱਕ ਚਿੜੀ ਮਰੀ ਪਈ ਹੈ। ਬਾਬੇ ਕਹਿੰਦੇ ਅੱਛਾ ਸਾਡੇ ਆਸਣ ਕੋਲੇ ਮਰ ਗਈ ਹੈ? ਕਹਿੰਦੇ ਹਾਂਜੀ। ਜਾਓ ਜਾ ਕੇ ਟਿੱਲੇ ਤੋਂ ਕਿਤੇ ਜਲ ਵੀ ਕਹਿੰਦੇ ਕਿਤੇ ਅੰਮ੍ਰਿਤ ਵੀ ਕਹਿੰਦੇ ਸਨ ਕਿ ਉਹ ਬਾਣੀ ਜਦੋਂ ਵਿੱਚ ਪਾ ਦਈਏ ਤੇ ਫਿਰ ਖੇਡ ਵੱਡੀ ਵਰਤ ਜਾਂਦੀ। ਕਹਿੰਦੇ ਜਾਓ ਉੱਤੇ ਘੜਿਆਂ ਚੋਂ ਜਾਓ ਜਲ ਲੈ ਕੇ ਆਓ ਤੇ ਚਿੜੀ ਦੇ ਪਾਓ ਮੁੱਖ ਦੇ ਵਿੱਚ। ਸਾਧ ਸੰਗਤ ਦੇਖਦੇ ਆ ਜਦੋਂ ਮੁੱਖ ਦੇ ਵਿੱਚ ਚਿੜੀ ਦੇ ਪਾਇਆ ਨਾ ਜਲ ਲੈ ਕੇ, ਤੇ ਦੇਖਦੇ ਆ ਚਿੜੀ ਪੈਰਾਂ ਭਾਰ ਹੋਈ ਤੇ ਉੱਡ ਗਈ, ਜਿਉਂਦੀ ਹੋ ਗਈ। ਕੋਲੇ ਭਜਨ ਸਿੰਘ ਮਹਿਰਾ ਖੜਾ ਤੇ ਬੇਨਤੀ ਕਰਨ ਲੱਗਾ, ਬਾਬਾ ਜੀ ਬਹੁਤ ਗੜੇ ਪਏ ਆ, ਮੀਂਹ ਪਿਆ ਰਾਤ, ਕੱਲੀ ਇਹ ਨਹੀਂ ਚਿੜੀ, ਬਹੁਤ ਸਾਰੀਆਂ ਹੋਰ ਬੇਅੰਤ ਜਿਹੜੇ ਜਨੌਰ ਕਹਿੰਦੇ ਸਾਧ ਸਿੰਘ ਮਾਲਵੇ ਦੀ ਬੋਲੀ 'ਚ ਪੰਛੀਆਂ ਨੂੰ, ਹੋਰ ਵੀ ਕਈ ਤਰ੍ਹਾਂ ਦੇ ਜਨੌਰ ਭਾਵ ਕਬੂਤਰ, ਘੋਗੀਆਂ ਅਤੇ ਆਦਿ ਕਟਾਰਾਂ, ਹੋਰ ਬੇਅੰਤ ਤਰ੍ਹਾਂ ਦੇ ਜਿਹੜੇ ਪੰਛੀ ਹੋਰ ਵੀ ਮਰੇ ਨੇ। ਬਾਬਾ ਜੀ ਆਪ ਜੀ ਹੁਕਮ ਕਰੋ ਤਾਂ ਮੈਂ ਉਹਨਾਂ ਨੂੰ ਵੀ ਲਿਆਵਾਂ। ਬਾਬਾ ਮਹਾਂ ਹਰਨਾਮ ਸਿੰਘ ਭੁੱਚੋ ਵਾਲੇ ਵੱਡੇ ਬਾਬਾ ਜੀ ਪੈ ਗਏ, ਕਹਿੰਦੇ ਅਸੀਂ ਠੇਕਾ ਲਿਆ ਸਾਰਿਆਂ ਜਿਉਂਦੇ ਕਰਨ ਦਾ। ਉਦੋਂ ਭਜਨ ਸਿੰਘ ਮਹਿਰਾ ਤਾਂ ਬੈਠ ਗਿਆ ਇੱਕ ਵਾਰ ਡਰ ਕੇ, ਤੇ ਸਾਧ ਸੰਗਤ ਕੁਛ ਸਮਾਂ ਹਲੇ ਹੋਇਆ ਨਹੀਂ ਤੇ ਫਿਰ ਹੱਥ ਜੋੜ ਕੇ ਖੜ ਗਿਆ। ਬਾਬਾ ਜੀ ਅਸੀਂ ਸਾਖੀ ਲਿਖਣੀ ਆ, ਸਾਨੂੰ ਕਿਰਪਾ ਕਰਕੇ ਦੱਸੋ ਵੀ ਇਹ ਚਿੜੀ ਦਾ ਕੀ ਸੀਗਾ, ਇਹਨੂੰ ਕੱਲੀ ਨੂੰ ਕਿਉਂ ਜਿਉਂਦਾ ਕੀਤਾ? ਬਾਬਾ ਮਹਾਂ ਹਰਨਾਮ ਸਿੰਘ ਭੁੱਚੋ ਵਾਲੇ ਬਾਬਾ ਜੀ ਨੇ ਫਿਰ ਬਚਨ ਕੀਤਾ ਮਹਾਂਪੁਰਸ਼ਾਂ ਨੇ, ਭਾਈ ਜਦੋਂ ਅਸੀਂ ਪਿਛਲੇ ਜਨਮ 'ਚ ਭਗਤੀ ਕਰਦੇ ਸੀ ਨਾ, ਇਹ ਜਿਹੜੀ ਚਿੜੀ ਸੀ ਜਿਹੜੀ ਜਿਉਂਦੀ ਹੋਈ ਹੈ, ਇਹ ਜ਼ਿਮੀਂਦਾਰ ਦੀ ਧੀ ਸੀ ਜਿਹਨਾਂ ਦੇ ਅਸੀਂ ਅਸਥਾਨ ਤੇ ਰਹਿ ਕੇ ਭਗਤੀ ਕਰਦੇ ਸਾਂ। ਭਗਤੀ ਕਰਨੀ, ਬੰਦਗੀ ਕਰਨੀ, ਲੁਕ ਛਿਪ ਕੇ ਰਹਿਣਾ। ਤੇ ਇਹ ਜਿਹੜੀ ਬੱਚੀ ਸੀ ਉਹ ਜ਼ਿਮੀਂਦਾਰ ਦੀ, ਤੇ ਇਹਨੇ ਜਦੋਂ ਅਸੀਂ ਭਗਤੀ ਵਿੱਚ ਬੈਠਣਾ ਤੇ ਇਹਨੇ ਚੈਂ ਚੈਂ ਕਰੀ ਜਾਣਾ, ਰੌਲਾ ਰੱਪਾ ਪਾਉਂਦੇ ਰਹਿਣਾ। ਤੇ ਕਹਿੰਦੇ ਫਿਰ ਜਦੋਂ ਇਹਨੇ ਰੋਜ਼ ਰੌਲਾ ਪਾਉਣਾ, ਸਾਨੂੰ ਪਾਠ ਤੇ ਸਿਮਰਨ ਦੇ ਵਿੱਚ ਬੰਦਗੀ 'ਚ ਵਿਘਨ ਪਾਉਣਾ ਜਦੋਂ, ਤੇ ਇੱਕ ਦਿਨ ਕਹਿੰਦੇ ਮੁੱਖੋਂ ਨਿਕਲ ਹੀ ਗਿਆ ਸ਼ਬਦ, ਕੀ ਕਹਿੰਦੇ ਕੀ ਤੂੰ ਕਹਿੰਦੇ ਚਿੜੀਆਂ ਮੂੰਹ ਚੀਂ ਚੀਂ ਲਾਈ ਹੈ? ਕਹਿਣ ਦੀ ਦੇਰ ਸੀ, ਕਹਿੰਦੇ ਇਹਨੂੰ ਫਿਰ ਚਿੜੀ ਦੀ ਜੂਨੀ ਮਰ ਕੇ ਮਿਲੀ ਫਿਰ। ਪਰ ਇਸੇ ਸਰੀਰ ਵਿੱਚ ਹੁੰਦਿਆਂ ਇਹਨੂੰ ਦੁਬਾਰਾ ਜਿਹੜਾ ਇਹਨੂੰ ਆਤਮਾ ਮਿਲੀ ਹੈ, ਦੁਬਾਰਾ ਜਨਮ ਜਿਹੜਾ ਇਹਨੂੰ ਦੁਬਾਰਾ ਦਵਾਇਆ, ਹੁਣ ਇਹਦਾ ਆਵਾਗਾਉਣ ਮਿਟ ਗਿਆ ਇਹਦਾ, ਹੁਣ ਇਹਨੂੰ ਦੁਬਾਰਾ ਨਹੀਂ ਆਉਣਾ ਪਵੇਗਾ।
ਸਮਾਂ ਬਣਿਆ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਪ੍ਰੇਮ ਵਿੱਚ ਸਾਰੇ ਜਾਣਦੇ ਕਿ ਬੜੀ ਬੰਦਗੀ ਵਾਲੇ ਸਾਧੂ ਹੋਏ, ਲੱਖਾਂ ਰੂਹਾਂ ਦਾ ਉਹਨਾਂ ਨੇ ਵੀ ਭਲਾ ਕੀਤਾ। ਬਾਬਾ ਅਜੀਤ ਸਿੰਘ ਜੀ ਬੈਠੇ ਨੇ ਹੰਸਾਲੀ ਵਾਲੇ ਸਥਾਨ ਤੇ ਆਪਦੇ, ਤੇ ਇੱਕਦਮ ਹੀ 5-7 ਜਿਹੜੇ ਸੰਗੀ ਆਉਂਦੇ ਆ ਤੇ ਅੱਖਾਂ ਭਰੀਆਂ, ਕੁਛ ਨਾਲ ਬੀਬੀਆਂ ਵੀ ਨੇ, ਵੀ ਬਾਬਾ ਜੀ ਪਰਮਜੀਤ ਸਿੰਘ ਚੜ੍ਹਾਈ ਕਰ ਗਿਆ। ਅੱਛਾ, ਕਹਿੰਦੇ ਹਾਂਜੀ, ਉੱਥੇ ਅਪੋਲੋ ਹਸਪਤਾਲ ਦਾਖਲ ਕਰਾਇਆ ਸੀ ਤੇ ਉਹ ਚੜ੍ਹਾਈ ਕਰ ਗਿਆ। ਤੇ ਬਾਬਾ ਜੀ ਕਹਿੰਦੇ ਨਹੀਂ, ਕਿਤੇ ਨਹੀਂ ਚੜ੍ਹਾਈ ਕਰ ਗਿਆ, ਉਹ ਜਿਹੜਾ ਉਹਦਾ ਦਿਲ ਆਰਾਮ ਕਰ ਰਿਹਾ ਇਸ ਵੇਲੇ ਥੋੜਾ ਜਿਹਾ। ਜਾਓ ਜਾ ਕੇ ਡਾਕਟਰਾਂ ਨੂੰ ਆਖੋ ਆਪਦਾ ਭਾਈ ਫੇਰ ਕਰਨ ਔੜ ਪੌੜ, ਉਹ ਜਿਉਂਦਾ ਹੋਊਗਾ। ਉਹ ਹੁਣ ਇਸ ਵੇਲੇ ਹੰਸਾਲੀ ਵਾਲੇ ਅਸਥਾਨ ਤੇ ਮਹਾਂਪੁਰਸ਼ ਬਾਬਾ ਪਰਮਜੀਤ ਸਿੰਘ ਹੈਗੇ ਨੇ। ਇਸ ਵੇਲੇ ਬਚਨ ਹੋਇਆ ਸਾਧੂ ਦਾ ਤੇ ਜਿਉਂਦੇ ਹੋ ਗਏ ਸਨ। ਖੇਡ ਵੱਡੀ ਆ ਸਾਧ ਸੰਗਤ, ਮਰਿਆਂ ਨੂੰ ਸਵਾਸ ਦੇ ਸਕਦਾ। ਮਿਰਤਕ ਕੋ ਪਾਇਓ ਧਨ ਸਾਸਾ, ਵਿਚਰਤ ਆਣ ਮਿਲਾਏ। ਵਿਛੜੀਆਂ ਰੂਹਾਂ ਨੂੰ ਮਿਲਾ ਲੈਂਦੇ ਨੇ ਤੇ ਤਾਰ ਦਿੰਦੇ ਨੇ। ਇਹੋ ਜਿਹੇ ਗੁਰਮੁਖਾਂ ਸਾਧੂਆਂ ਦੀ ਸਾਨੂੰ ਸੰਸਾਰ ਤੇ ਲੋੜ ਹੈ, ਜਿਹੜੇ ਕਿ ਇੱਕ ਨਹੀਂ ਲੱਖਾਂ ਕਰੋੜਾਂ ਜਿਹੜੇ ਰੁਲਦਿਆਂ ਨੂੰ ਸਾਨੂੰ ਜੋੜ ਦੇਣ। ਤੇ ਕਲਗੀਧਰ ਪਾਤਸ਼ਾਹ ਨੇ ਉਹ ਜਿਹੜਾ ਮਰਿਆ ਕਬੂਤਰ ਸੀ ਸਾਧ ਸੰਗਤ, ਸਿੱਖਾਂ ਤੋਂ ਦਾਣਾ ਪਵਾ ਕੇ ਤੇ ਕਰ ਦਿੱਤਾ ਜਿਉਂਦਾ ਜੀ। ਉਠ ਜੀਵਿਓ ਹੇਰਤ ਬਿਸਮਾਏ। ਤੇ ਜਦੋਂ ਉਹ ਵੀ ਉੱਠ ਕੇ ਜਿਉਂਦਾ ਹੋ ਗਿਆ ਤੇ ਦੇਖ ਕੇ ਸਾਰੇ ਬਹੁਤ ਹੈਰਾਨ ਹੋਏ ਨੇ, ਬਿਸਮਾਤ 'ਚ ਚਲੇ ਗਏ ਨੇ ਜੀ। ਲਿਆਏ ਉਪਾਇਨ ਸੀਸ ਨਿਵਾਏ। ਤੇ ਮਹਾਰਾਜ ਵਾਸਤੇ ਫਿਰ ਉਦੋਂ ਹੀ ਬਹੁਤ ਤਰ੍ਹਾਂ ਦੇ ਉਪਹਾਰ, ਕੋਈ ਵਸਤਰ, ਗਹਿਣੇ ਅਤੇ ਆਦਿਕ ਮਾਇਆ ਲੈ ਕੇ ਪਹੁੰਚੇ ਨੇ ਜੀ। ਸ੍ਰੀ ਗੁਰ ਸੁਜਸ ਸੁਨਿਓ ਹਮ ਜੈਸੇ। ਕਹਿੰਦੇ ਵੀ ਜਿਵੇਂ ਅਸੀਂ ਮਹਾਰਾਜ ਤੁਹਾਡੀ ਵਡਿਆਈ ਸੁਣੀ ਸੀ, ਮਹਾਰਾਜ ਉਵੇਂ ਤੁਹਾਨੂੰ ਦੇਖਿਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕਹਿੰਦੇ ਮਹਾਰਾਜ ਜਿਵੇਂ ਜਿਵੇਂ ਸੁਣਿਆ ਸੀ ਨਾ ਉਵੇਂ ਦੇਖਿਆ। ਆ ਕੱਲ ਆਪਣੀਆਂ ਕੁੜੀਆਂ ਨੇ ਐਕਸੀਡੈਂਟ ਕਰ ਦਿੱਤਾ ਸੀ, ਐਕਸੀਡੈਂਟ ਕਰ ਦਿੱਤਾ। ਦੇਖੋ ਖੇਡ, ਦੇਖੋ ਗੁਰਬਾਣੀ ਦੀ ਕਿੱਡੀ ਹੈ। ਤੇ ਜਦੋਂ ਐਕਸੀਡੈਂਟ ਹੋਇਆ ਦੋਨਾਂ ਗੁੱਡੀਆਂ ਦਾ, ਇਹਨਾਂ ਦਾ, ਤੇ ਗੁਰਜੀਤ ਕੌਰ ਦੀ ਪਸਲੀ ਟੁੱਟ ਗਈ। ਕੱਲ ਡਾਕਟਰ ਕਹਿੰਦਾ ਪਸਲੀ ਟੁੱਟ ਗਈ ਤੇ ਵੀ ਇਲਾਜ। ਦਾਸ ਨੇ ਆਖਿਆ ਜੇ ਗੁਰਬਾਣੀ ਤੋਂ ਉੱਪਰ ਕੋਈ ਇਲਾਜ ਨਹੀਂ, ਕਿਤੇ ਐਵੇਂ ਨਾ ਕੋਈ ਇੱਥੇ ਕੋਈ ਰੋਮਾਂ ਦੀ ਬੇਅਦਬੀ ਜਾਂ ਕੋਈ ਹੋਰ ਨਾ ਕਰਾ ਲਿਓ। ਗੁਰੂ ਸਾਹਿਬ ਦੇ ਭੈ ਦੇ ਵਿੱਚ ਇੱਕ ਭਾਈ ਤੂੰ ਸੁਖਮਣੀ, ਆ ਦੂਜੇ ਦੁੱਖ ਭੰਜਨੀ ਸਾਰਾ ਪਾਠ ਕਰਦੇ ਕਰ ਜਣ ਸਿਆ ਤੂੰ ਸੁਣਾ ਇਹਨੂੰ। ਰਾਤ ਨੂੰ ਡਾਕਟਰ ਨੇ ਕਿਹਾ ਪਸਲੀ ਟੁੱਟੀ ਹੈ, ਤੇ ਸਾਧ ਸੰਗਤ ਵਿੱਚੇ ਬੈਠੇ ਇੱਥੇ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ। ਤੇ ਸਾਧ ਸੰਗਤ ਡਾਕਟਰ ਕਹਿੰਦਾ ਜਾਓ ਘਰਾਂ ਨੂੰ। ਕਹਿੰਦੇ ਕੀ ਗੱਲ? ਕਹਿੰਦੇ ਪਸਲੀ ਜੁੜੀ ਹੋਈ। ਕਹਿੰਦੇ ਹੈ ਹੀ ਨਹੀਂ ਟੁੱਟੀ। ਭਰੋਸਾ ਕਰਨਾ ਪੈਂਦਾ ਸਾਧ ਸੰਗਤ। ਤੁਹਾਡੇ ਟੱਬਰ ਦੀ ਗੱਲ ਸੁਣਾਉਂਦਾ ਦਾਸ, ਕੋਈ ਬਾਹਰਲੀ ਨਹੀਂ ਉਦਾਹਰਨ ਦਿੰਦਾ। ਜਦੋਂ ਭਰੋਸੇ ਨਾਲ, ਪ੍ਰਤੀਤੀ ਨਾਲ ਬਾਣੀ ਪੜੋਗੇ, ਕਲਾ ਵਰਤੋਗੇ। ਤੇ ਜੇ ਆਪਾਂ ਐਂ ਦੇਖਣਾ ਜੀ ਇਹ ਗੁਰੂ ਸਾਹਿਬ ਨੇ ਦੁੱਖ ਭੰਜਨੀ ਸਾਰੀ ਬਾਣੀ ਕਿਵੇਂ ਸੀ ਹਿਸਾਬ, ਉਦੋਂ ਤਾਂ ਨਹੀਂ ਸੀ। ਇਹ ਕਿਸੇ ਸਾਧੂਆਂ ਗੁਰਮੁਖਾਂ ਨੇ, ਬੰਦਗੀ ਵਾਲਿਆਂ ਨੇ, ਉਹ ਸਾਰੇ ਜਿਹੜੇ ਉਹ ਸ਼ਬਦ ਨੇ ਬਖਸ਼ਿਸ਼ ਵਾਲੇ ਇਕੱਤਰ ਕਰਕੇ ਤੇ ਇਹ ਬਾਣੀ ਤਿਆਰ ਕੀਤੀ ਕਿ ਸਾਡਾ ਉਧਾਰ ਹੋ ਸਕੇ, ਸਾਡਾ ਭਲਾ ਹੋ ਸਕੇ। ਕਿਤੇ ਸ਼ੰਕਾ ਦੁਵਿਧਾ ਵਿੱਚ ਨਹੀਂ ਬਾਣੀ ਦੇ ਵਿੱਚ ਪੈਣਾ। ਅਗਲੇ ਹਫ਼ਤੇ ਇਸ ਵਿਸ਼ੇ ਨੂੰ ਥੋੜਾ ਆਪਾਂ ਹੋਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਗੁਰਬਾਣੀ ਸਦਕਾ, ਮਹਾਰਾਜ ਦੇ ਇੱਕ ਇੱਕ ਬਚਨ ਸਦਕਾ ਕੀ ਕੀ ਕਲਾ ਵਰਤਦੀ। ਅਗਲੇ ਹਫ਼ਤੇ ਉਹ ਕੁਦਰਤੀ ਮਹਾਰਾਜ ਦੀ ਬਖਸ਼ਿਸ਼ ਸਦਕਾ ਪ੍ਰਸੰਗ ਵੀ ਉਵੇਂ ਆ ਰਹੇ। ਕੀ ਕੀ ਅੱਗੇ ਮਹਾਰਾਜ ਬਚਨ ਕਰਦੇ, ਕਰੋ ਸਰਵਣ ਜੀ। ਸ੍ਰੀ ਗੁਰ ਸੁਜਸ ਸੁਨਿਓ ਹਮ ਜੈਸੇ। ਮਹਾਰਾਜ ਜਿਵੇਂ ਆਪ ਜੀ ਦੀ ਵਡਿਆਈ ਸੁਣੀ ਉਵੇਂ ਅਸੀਂ ਤੱਕਿਆ ਜੀ। ਦਰਸ਼ਨ ਕਰਿਓ ਆਪ ਕੋ ਤੈਸੇ। ਮਹਾਰਾਜ ਉਵੇਂ ਹੀ ਆਪ ਜੀ ਦੇ ਦਰਸ਼ਨ ਕੀਤੇ ਨੇ ਜੀ। ਦੋਏ ਘੜੀ ਠਹਿਰੇ ਗੁਰ ਤਹਾਂ। 2 ਘੜੀ ਕਲਗੀਧਰ ਪਾਤਸ਼ਾਹ ਨੇ ਉੱਥੇ ਰੁਕਣਾ ਕੀਤਾ ਜੀ। ਪੁੰਨ ਗਮਨੇ ਬਾਜ਼ਾਰ ਵੱਡ ਜਹਾਂ। ਮਹਾਰਾਜ ਕਹਿੰਦੇ ਚਲੋ ਵੀ ਫੌਜੋ ਅੱਜ ਆਪਾਂ ਬਾਜ਼ਾਰ ਵੀ ਤੁਹਾਨੂੰ ਘੁਮਾ ਕੇ ਲੈ ਕੇ ਆਏ। ਕਿਉਂ ਖੁਸ਼ ਰਹਿੰਦੇ ਨਾ ਬਾਜ਼ਾਰ ਬਜ਼ੂਰ ਜਾਣ ਕੇ ਸਾਰੀ, ਸ਼ਾਪਿੰਗ ਚੰਗੀ ਲੱਗਦੀ ਨਾ। ਅੱਗੇ ਹੁਣ ਅੰਦਰ ਬੈਠੇ ਰਹੇ ਕਈਆਂ ਤਾਂ ਫਿਰ ਆਏ ਅਖਿਆਈ ਹੋਈ ਰਹੀ ਵੀ ਬਾਜ਼ਾਰ ਨਹੀਂ ਜਾਂਦੇ ਅਸੀਂ।
ਮਹਾਰਾਜ ਕਹਿੰਦੇ ਚਲੋ ਫੌਜੋ ਤੁਹਾਨੂੰ ਬਾਜ਼ਾਰ ਲੈ ਕੇ ਚੱਲੀਏ ਜੀ। ਬੜੇ ਧਨਾੜ ਬਨਕ ਵਿਵਹਾਰੂ, ਬੜੇ ਉੱਥੇ ਮਾਇਆ ਵਾਲੇ ਲੋਕ, ਵੱਡੇ ਵੱਡੇ ਧਨਾਟ ਲੋਕ, ਚੰਗੇ ਚੰਗੇ ਵਪਾਰੀ ਰਹਿੰਦੇ ਸਨ ਜੀ। ਹਾਟਨ ਮਹਿ ਦਿਨਾਰ ਅੰਬਾਰੂ, ਤੇ ਕਹਿੰਦੇ ਸਾਧ ਸੰਗਤ ਥੋੜੇ ਜਿਹੇ ਨਹੀਂ ਗੱਲਿਆਂ 'ਚ ਪਾਏ ਹੋਏ ਸਨ। ਉੱਥੇ ਦਿਨਾਰਾਂ ਦੀ, ਮਾਇਆ ਦੀਆਂ, ਸ਼ਰਪੀਆਂ ਦੀਆਂ ਸਾਧ ਸੰਗਤ ਢੇਰੀਆਂ ਲੱਗੀਆਂ ਸਨ। ਐਂ ਕਾਰੋਬਾਰ ਕਰਦੇ ਸਨ ਜੀ। ਗਿਣਤੀ ਕਹਾਂ ਰਜਤ ਪਨ ਕੇਰੀ, ਕਹਿੰਦੇ ਇੰਨੇ ਪੈਸੇ ਚਾਂਦੀ ਦੇ, ਕਹਿੰਦੇ ਗਿਣਤੀ ਤੋਂ ਬਾਹਰ ਪਏ ਨੇ ਜੀ। ਮੁਕਤਾ ਬਹੁ ਪ੍ਰਵਾਲ ਕੋ ਹੇਰੀ, ਮੋਹਰਨ ਦੇਖਿਆ ਆਨੰਦ ਉਦਾਰਾ। ਮਹਾਰਾਜ ਕਹਿੰਦਾ ਦੇਖੋ ਭਾਈ, ਆਨੰਦ ਸਹਿਤ ਹੋ ਗਏ ਸਾਰੇ ਸਿੰਘ। ਕਹਿੰਦੇ ਵੀ ਮਹਾਰਾਜ ਆ ਤਾਂ ਮੌਜਾਂ ਲਾਈਆਂ ਪਈਆਂ, ਬੜੀ ਮਾਇਆ ਇੱਥੇ ਜੀ। ਸਿੰਘਨ ਸੰਗ ਸੁਨਾਏ ਉਚਾਰਾ, ਮਹਾਰਾਜ ਕਹਿੰਦੇ ਚੰਗਾ ਵੀ ਸਿੰਘੋ, ਮਾਇਆ ਦੇਖ ਕੇ ਖੁਸ਼ ਹੋਇਓ। ਆ ਹੁਣ ਸਾਡਾ ਅੱਗੇ ਭਵਿੱਖ ਦਾ ਬਚਨ ਸੁਣੋ ਜੀ। ਨਹਰ ਗੁਰੂ ਕੀ ਮੋਹਰ, ਮਹਾਰਾਜ ਕਹਿੰਦੇ ਨਹਰ ਗੁਰੂ ਕੀ ਮੋਹਰ। ਮਹਾਰਾਜ ਕਹਿੰਦੇ ਆ ਜਿਹੜੀਆਂ ਮੋਹਰਾਂ ਦਿੰਦੀਆਂ ਤੇ ਭਾਈ ਗੁਰੂ ਦੀਆਂ ਨੇ ਜੀ। ਸਿੰਘ ਆਵਹਿਗੇ ਜਬ ਲੁੱਟਹਿਗੇ, ਮਹਾਰਾਜ ਕਹਿੰਦੇ ਖਾਲਸਾ ਆਊਗਾ, ਸਮਾਂ ਪੈਣ ਤੇ ਇਹ ਨੌਹਰ ਸ਼ਹਿਰ ਨੂੰ ਲੁੱਟੂਗਾ ਖਾਲਸਾ ਜੀ। ਚੌਪਈ ਇਮਕਹਿ ਨਗਰ ਨਿਹਾਰਿਓ ਸਾਰਾ, ਮਹਾਰਾਜ ਨੇ ਆਇਆ ਕਰਕੇ ਤੇ ਸਾਰੇ ਸ਼ਹਿਰ ਨੂੰ, ਨਗਰ ਨੂੰ ਤੱਕਣਾ ਕੀਤਾ ਜੀ। ਪੁਨ ਆਏ ਡੇਰੋ ਜਹ ਡਾਰਾ, ਤੇ ਸਾਧ ਸੰਗਤ ਜਿੱਥੇ ਪਹਿਲੇ ਸਨ ਉੱਥੇ ਆ ਕੇ ਸਥਾਨ ਤੇ ਆ ਕੇ ਮਹਾਰਾਜ ਨੇ ਰੁਕਣਾ ਕੀਤਾ ਜੀ। ਨਾਮ ਥਾਨ ਕੋ ਸ਼ੀਨ ਤਲਾਈ, ਹੁਣ ਜਿੱਥੇ ਜਾ ਕੇ ਰੁਕੇ ਨੇ ਉਹ ਸਥਾਨ ਦਾ ਨਾਮ ਹੈਗਾ ਛੀਨ ਤਲਾਈ ਜੀ। ਜਹ ਉਤਰੇ ਨਿਸ ਬਸਨ ਗੁਸਾਈ, ਉੱਥੇ ਆ ਕੇ ਰੁਕੇ ਨੇ ਤੇ ਛੇਤੀ ਦਿਨੇ ਤੰਬੂ ਕਸੇ ਗਏ ਤੇ ਸਾਰੀਆਂ ਤਿਆਰੀਆਂ ਕੀਤੀਆਂ ਤੇ ਬੈਠਣ ਵਾਸਤੇ ਆਸਨ ਬਣਾਇਆ ਜੀ। ਖਾਨ ਪਾਨ ਕਰ ਸੈਨਾ ਸਾਰੀ, ਤੇ ਸਾਰਿਆਂ ਨੇ ਭੋਜਨ ਛਕਿਆ ਜੀ। ਸੁਪਤ ਜਥਾ ਸੁਖ ਰਾਤ ਗੁਜ਼ਾਰੀ, ਤੇ ਸਾਧ ਸੰਗਤ ਸਾਰਿਆਂ ਨੇ ਸੁਖ ਦੇ ਨਾਲ ਜਿਹੜੀ ਹੈ ਰਾਤ ਬਤੀਤ ਕੀਤੀ ਜੀ। ਲੂਟਨ ਬਚਨ ਗੁਰੂ ਜੋ ਭਨਿਓ, ਤੇ ਸਾਧ ਸੰਗਤ ਜਿਹੜਾ ਬਚਨ ਕੀਤਾ ਸੀ ਨਾ ਵੀ ਸਮਾਂ ਬਣੂਗਾ ਤੇ ਖਾਲਸਾ ਆ ਕੇ ਨੌਹਰ ਨੂੰ ਲੁੱਟੂਗਾ ਜੀ। ਹੋ ਪੂਰਨ ਭਾ ਹਮ ਇਮ ਸੁਨਿਓ, ਤੇ ਕਹਿੰਦੇ ਫਿਰ ਦੱਸਦੇ ਕਵੀ ਸੰਤੋਖ ਸਿੰਘ ਜੀ, ਕਹਿੰਦੇ ਸਮਾਂ ਬਣਿਆ, ਅਸੀਂ ਉਸ ਇਲਾਕੇ ਵਿੱਚ ਗਏ ਤੇ ਇਹ ਅਸੀਂ ਸਾਰੀ ਜਿਹੜੀ ਖਬਰ ਉੱਥੋਂ ਸੁਣ ਕੇ ਆਏ, ਉੱਥੋਂ ਦੇ ਬਜ਼ੁਰਗਾਂ ਤੋਂ, ਉਹ ਦੱਸਣ ਲੱਗੇ ਨੇ ਜੀ। ਬਰਖ 18 ਸੈਰੋ ਇਕਾਦਸ਼, ਤੇ ਕਹਿੰਦੇ ਜਦੋਂ 1811 ਦਾ ਜਦੋਂ ਸਮਾਂ ਆਇਆ ਜੀ, ਪੰਥ ਖਾਲਸਾ ਗਮਨਿਓ ਬਰਸਬ, ਤੇ ਉਦੋਂ ਕਹਿੰਦੇ ਖਾਲਸਾ ਇਕੱਠਾ ਹੋ ਕੇ ਗਿਆ। ਕਹਿੰਦੇ ਮਾਇਆ ਦੀ ਲੋੜ ਆ ਵੀ ਚਲੋ ਚੱਲੀਏ ਫੌਜੋ। ਚੂਰੋਪੁਰ ਕੀ ਸੁਨ ਬੜ ਮਾਇਆ, ਤੇ ਜਦੋਂ ਕਹਿੰਦੇ ਸੁਣਿਆ ਵੀ ਭਾਈ ਇਹਨਾਂ ਇਲਾਕਿਆਂ ਦੇ ਵਿੱਚ ਮਾਇਆ ਬੜੀ ਹੈ ਤੇ ਸਿੰਘ ਸਾਰੇ ਇਕੱਠੇ ਹੋ ਕੇ ਤੇ ਜਾਂਦੇ ਨੇ ਜੀ। ਬ੍ਰਿੰਦ ਖਾਲਸੇ ਕੋ ਦਲ ਧਾਇਆ, ਬਹੁਤ ਭਾਰੀ ਜਿਹੜਾ ਇਕੱਠ ਸੀ ਖਾਲਸੇ ਦਾ ਜੀ। ਪਹੁੰਚੇ ਨਿਕਟ ਸੁਣੀ ਸਭ ਬਾਤ, ਪਰ ਜਦੋਂ ਉੱਥੇ ਥੋੜੇ ਪਿੱਛੇ ਸਨ ਤੇ ਉਦੋਂ ਇਹ ਗੱਲ ਸੁਣੀ ਜੀ। ਬਾਰੀ ਖਾਰਾ ਪੀਓ ਨਾ ਜਾਤ, ਕਹਿੰਦੇ ਉੱਥੇ ਬੜਾ ਖਾਰਾ ਪਾਣੀ ਆ ਤੇ ਪੀ ਨਹੀਂ ਸਕਦੇ ਜੀ, ਪੀਣ ਯੋਗ ਨਹੀਂ ਜੀ। ਜੇ ਪੀਵੇਂ ਲਾਗੇ ਅਤਸਾਰਾ, ਤੇ ਕਹਿੰਦੇ ਜਿਹੜਾ ਪੀ ਲਵੇ ਤੇ ਫਿਰ ਕਹਿੰਦੇ ਸਰੀਰ ਚ ਢਿਲਾਈ ਆ ਜਾਂਦੀ, ਪੇਟ ਖਰਾਬ ਹੁੰਦਾ ਜੀ। ਹੋਤ ਜਾਤ ਮਾਨਵ ਬਿਮਾਰਾ, ਤੇ ਕਹਿੰਦੇ ਜਿਹੜੇ ਮਨੁੱਖ ਬਿਮਾਰ ਹੋ ਜਾਂਦੇ ਜਲ ਛਕ ਕੇ ਉਹ ਜੀ। ਪੁਰ ਕੇ ਵਹਿਰ ਅਹਿ ਜਲ ਐਸੋ, ਕਹਿੰਦੇ ਇੱਕ ਹੋਰ ਆ, ਜੇ ਜਲ ਛਕਣਾ ਤੇ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੇ। ਸਿੰਘਾਂ ਨੇ ਆਪਸ ਵਿੱਚ ਸਾਧ ਸੰਗਤ ਵਿਚਾਰ ਕੀਤੀ, ਪਾਣੀ ਤੋਂ ਬਗੈਰ ਔਖਾ, ਆਪਾਂ ਇੱਥੋਂ ਛੱਡ ਕੇ ਤੇ ਹੁਣ ਸਿੱਖ ਜਿਹੜੇ ਸਿੰਘ ਖਾਲਸੇ ਹੁਣ ਅਗਲੀ ਜਿਹੜੀ ਵਿਚਾਰ ਕਰਨਗੇ ਜੀ। ਪੀਓ ਨਾ ਜਾਏ ਪੀਓ ਰੁਜ ਜੈਸੇ, ਕਹਿੰਦੇ ਇਹ ਪੀਣ ਯੋਗ ਨਹੀਂ ਤੇ ਪੀ ਨਹੀਂ ਸਕਦੇ ਤੇ ਪਾਣੀ ਬਗੈਰ ਮੁਸ਼ਕਲ ਆਵੇਗੀ ਜੀ। ਸੁਣ ਕੇ ਹਟਿਓ ਖਾਲਸਾ ਬਲੀ, ਤੇ ਖਾਲਸਾ ਉਧਰੋਂ ਹਟ ਕੇ ਤੇ ਹੁਣ ਅੱਗੇ ਜਾ ਰਿਹਾ ਜੀ। ਛੂਛੇ ਚਲੇ ਬਾਤ ਨਹਿ ਭਲੀ, ਕਹਿੰਦੇ ਜੇ ਖਾਲੀ ਮੁੜ ਗਏ ਤਾਂ ਗੱਲ ਨਹੀਂ ਬਣਨੀ ਜੀ। ਪੁਰ ਨੌਹਰ ਕੋ ਦਲ ਚਲ ਆਇਓ, ਕਹਿੰਦੇ ਚਲੋ ਫਿਰ ਨੌਹਰ ਸ਼ਹਿਰ ਹੀ ਚੱਲਦੇ ਆ ਜਿੱਥੇ ਮਹਾਰਾਜ ਦਾ ਬਚਨ ਹੋਇਆ ਸੀਗਾ। ਤੇ ਖਾਲਸੇ ਜਿਹੜੀ ਮੋਹਰ ਦਾ ਮਹਾਰਾਜ ਨੇ ਬਚਨ ਕੀਤਾ, ਗੁਰੂ ਦੀ ਮੋਹਰ ਦਾ ਜੀ। ਸੰਗ ਤੁਫੰਗੇ ਜੰਗ ਮਚਾਇਓ, ਤੇ ਸਿੰਘ ਸਾਧ ਸੰਗਤ ਰਫਲਾਂ ਲੈ ਕੇ ਪਹੁੰਚੇ ਨੇ ਜੀ। ਬਰੇ ਹੇਲ ਕਰ ਲੂਟ ਬਜ਼ਾਰਾ, ਤੇ ਸਾਧ ਸੰਗਤ ਹੱਲਾ ਕਰ ਦਿੱਤਾ ਉਹਨਾਂ ਤੇ ਸਾਧ ਸੰਗਤ, ਤੇ ਫਿਰ ਲੁੱਟ ਲਿਆ। ਤੇ ਇਹ ਇਸ ਕਰਕੇ ਨਹੀਂ ਲੁੱਟਦੇ ਸਨ ਕਿ ਅਸੀਂ ਆਪ ਦਾ ਢਿੱਡ ਭਰੀਏ, ਨਹੀਂ। ਪੰਥ ਦੇ ਸਾਧ ਸੰਗਤ ਬੇਅੰਤ ਕਾਰਜ ਕਰਨ ਵਾਲੇ ਸਨ। ਜਿਹੜੇ ਸਾਧ ਸੰਗਤ ਜਿਹੜੇ ਮਾੜੀਆਂ ਕਰਤੂਤਾਂ ਕਰਦੇ ਸਨ, ਲੋਕਾਂ ਦੀ ਲੁੱਟ ਖਸੁੱਟ ਕਰਦੇ ਸਨ, ਖਾਲਸਾ ਉਹਨਾਂ ਤੋਂ ਲੈ ਕੇ ਲੋੜਵੰਦਾਂ ਨੂੰ ਵੰਡ ਦਿੰਦਾ ਸੀ। ਜਾਂ ਹੋਰ ਵੱਡੇ ਕਾਰਜ ਹੁਣ ਆ ਦੇਖੋ ਦੱਸਣਗੇ
ਤੇ ਸਿੰਘ ਕੀ ਕਰਦੇ ਨੇ ਜੀ? ਲੀਨੋ ਦਰਬ ਬ੍ਰਿੰਦ ਦਿਨਾਰਾ, ਤੇ ਉਹਨਾਂ ਤੋਂ ਸਾਧ ਸੰਗਤ ਬਿਆੰਤ ਦਿਨਾਰ ਜਿਹੜੇ ਲੈ ਲਏ ਨੇ ਜੀ। ਤ੍ਰਿਪਤ ਹੋਏ ਤਹਿ ਤੇ ਚੱਲ ਆਏ, ਤੇ ਸਾਧ ਸੰਗਤ ਉੱਥੋਂ ਲੈ ਕੇ ਤੇ ਬਿਆੰਤ ਮਾਇਆ ਆ ਪਹੁੰਚੇ ਨੇ ਵਾਪਸ ਜੀ। ਮੁੱਲ ਹੈ ਲੈ ਅਸਵਾਰ ਬਣਾਏ, ਤੇ ਸਾਧ ਸੰਗਤ ਹਥਿਆਰ ਵੀ ਲਏ ਨੇ ਤੇ ਮੁੱਲ ਲੈ ਤੇ ਮਾਇਆ ਦੇ ਕੇ ਤੇ ਘੋੜੇ ਖਰੀਦੇ ਨੇ, ਕਿਉਂ ਸਿੰਘਾਂ ਨੇ ਖਾਲਸੇ ਨੇ ਕੰਮ ਵੀ ਅੱਗੇ ਵੱਡੇ ਕਰਨੇ ਨੇ ਜੀ। ਕੇਤਕ ਭਏ ਤਬ ਹੈ ਸਿਰਦਾਰ, ਤੇ ਸਾਧ ਸੰਗਤ ਫਿਰ ਕਈ ਵੱਡੇ ਵੱਡੇ ਸਰਦਾਰ ਬਣੇ ਨੇ, ਅੱਗੇ ਫਿਰ ਵੱਡੇ ਕਾਰਜ ਵੱਡੇ ਨੇ ਜੀ। ਲਏ ਗ੍ਰਾਮ ਗਨ ਤੁਰਕਨ ਮਾਰ, ਤੇ ਕਈ ਪਿੰਡ ਫਿਰ ਰੋਕ ਲਏ ਜਿਹੜੇ ਤੁਰਕਾਂ ਨੂੰ ਮਾਰ ਕੇ ਉਹਨਾਂ ਖਾਲਸੇ ਨੇ ਜੀ। ਕਹਿਓ ਗੁਰੂ ਕੋ ਤਬ ਸਫਲਿਓ, ਤੇ ਕਹਿੰਦੇ ਵੀ ਹੁਣ ਮਹਾਰਾਜ ਜਿਹੜਾ ਬਚਨ ਕੀਤਾ ਜਿਹੜਾ ਉਹ ਸਫਲਾ ਹੋਇਆ ਜੀ। ਬ੍ਰਿਧ ਸਿੰਘਨ ਤੇ ਹਮ ਸੁਣ ਲਿਓ, ਕਹਿੰਦੇ ਬਹੁਤ ਪੁਰਾਣੇ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਫਿਰ ਜਿਹੜੀ ਜੀ। ਸ਼ੀਨ ਤਲਾਈ ਡੇਰਾ ਪਾਏ, ਤੇ ਜਦੋਂ ਚੀਨ ਤਲਾਈ ਵਿੱਚ ਡੇਰਾ ਕੀਤਾ ਜੀ, ਸ੍ਰੀ ਪ੍ਰਭ ਬਸ ਤਹਿ ਰਾਤ ਬਿਤਾਏ, ਤੇ ਉੱਥੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਨੇ ਰਾਤ ਬਤੀਤ ਕੀਤੀ। ਜੋ ਲੁੱਟੇ ਸੋ ਖਾਲਸਾ, ਕਹਿੰਦੇ ਜਿਹੜੇ ਲੁੱਟਦੇ ਨੇ ਖਾਲਸੇ ਨੇ, ਭਾਵ ਨਜਾਇਜ਼ ਨਹੀਂ ਕਰਨੀ। ਆ ਹੁਣ ਸਮਾਂ ਬਣਨ ਅੱਗੇ ਕਲਗੀਧਰ ਪਾਤਸ਼ਾਹ ਨੇ ਹਜੂਰ ਸਾਹਿਬ ਪਹੁੰਚਣਾ, ਬੰਦੇ ਉੱਤੇ ਬਖਸ਼ਿਸ਼ ਕਰਨੀ ਆ। ਬੰਦੇ ਨੂੰ ਕਿਹਾ ਕਿ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਤੇ ਵਾਅਦੇ ਕੀਤੇ, ਸਿੱਖਾਂ ਦੇ ਵਾਅਦੇ ਕੀਤੇ, ਭਾਈ ਛੱਡਿਓ ਨਾ। ਤੇ ਸਾਧ ਸੰਗਤ ਜਦੋਂ ਹੁਣ ਆਉਣਾ ਬੰਦੇ ਨੇ, ਉਦੋਂ ਵੀ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਸਾਧ ਸੰਗਤ ਮੁਗਲ ਪਠਾਨ ਨੇ ਜਿਹੜੇ ਵਾਅਦੇ ਕਰਦੇ ਸਨ, ਤੇ ਸਾਧ ਸੰਗਤ ਸਭ ਨੂੰ ਲੁੱਟ ਮਾਰ ਵੀ ਹੋਣੀ, ਮਾਰ ਵੀ ਹੋਣੀ ਹੈ, ਖਾਲਸੇ ਨੇ ਮਾਰ ਕਰਨੀ ਹੈ। ਤੇ ਨਾਲ ਜਿਹੜੇ ਸਾਧ ਸੰਗਤ ਲੁਟੇਰੇ ਰੱਖੇ ਹੋਣੇ ਉਹਨਾਂ ਲੁੱਟ ਵੀ ਕਰਨੀ ਨਾਲ ਜੀ। ਪ੍ਰਾਤ ਹੋਤ ਕਰ ਸੋਚ ਇਸ਼ਨਾਨਾ, ਤੇ ਸਾਧ ਸੰਗਤ ਫਿਰ ਇਸ਼ਨਾਨ ਪਾਣੀ ਕੀਤਾ ਅੰਮ੍ਰਿਤ ਵੇਲੇ ਜੀ। ਚੜ ਕੇ ਕਾਨ ਪਰ ਕਰਿਓ ਪਿਆਨਾ, ਤੇ ਸਾਧ ਸੰਗਤ ਅੱਗੇ ਚਾਲੇ ਪਾਏ ਨੇ ਜੀ। ਜਾਤ ਖਾਲਸੇ ਕੋ ਦਲ ਸਾਥ, ਤੇ ਜਿਹੜਾ ਖਾਲਸੇ ਦਾ ਦਲ ਨਾਲ ਹੈ ਜੀ। ਕੋਸ ਅਸ਼ਟ 10 ਪਹੁੰਚੇ ਨਾਥ, ਤੇ ਸਾਧ ਸੰਗਤ 18 ਕੋ ਜਦੋਂ ਅੱਗੇ ਪਹੁੰਚੇ ਕਲਗੀਧਰ ਪਾਤਸ਼ਾਹ ਜੀ। ਨਗਰ ਭਾਦਰਾ ਉਤਰੇ ਜਾਏ, ਤੇ ਨਗਰ ਭਾਦਰਾ ਆ ਗਿਆ ਅੱਗੇ ਜੀ। ਸ਼ਰਮਤ ਬਹੀਰ ਪਹੁੰਚਿਓ ਆਏ, ਹੁਣ ਜਿਹੜੇ ਪੈਦਲ ਸਨ ਸਾਧ ਸੰਗਤ 18 ਕੋ ਤੁਰ ਕੇ ਤੇ ਸਾਰੇ ਥੱਕ ਗਏ ਨੇ। ਉਹਨਾਂ ਨੇ ਜਦੋਂ ਥੱਕੇ ਹੋਏ ਜਦੋਂ ਪਹੁੰਚੇ ਪਿੱਛੇ ਜੀ, ਤ੍ਰਿਣ ਦਾਣਾ ਗਨ ਦੀਨ ਨਿਹਾਰੀ, ਤੇ ਬਾਹਰ ਘੋੜਿਆਂ ਨੇ ਨਿਹਾਰੀਆਂ ਦਿੱਤੀਆਂ ਕਿ ਸਫ਼ਰ ਤੈਅ ਕਰਕੇ ਆਏ ਨੇ ਜੀ। ਸ਼ਰਮ ਨਿਰਵਾਰਿਓ ਬਾਹਨ ਭਾਰੀ, ਤੇ ਸਾਰਿਆਂ ਨੇ ਜਿਹੜੇ ਹੈਗੇ ਆ ਜਿਹੜੀ ਥਕਾਵਟ ਜਿਹੜੀ ਦੂਰ ਕਰਨੀ ਕੀਤੀ ਜੀ। ਲੋਕਨ ਕੋ ਕ੍ਰਿਤ ਬਹੁ ਮਿਸ਼ਟਾਨ, ਤੇ ਜਿਹੜੇ ਨਾਲ ਦੇ ਨੇ ਹੋਰ ਉਧਰੋਂ ਲੋਕ ਵੀ ਸਾਧ ਸੰਗਤ ਬਹੁਤ ਘਿਓ ਤੇ ਆਟਾ ਲੈ ਕੇ ਆਏ ਨੇ ਜੀ। ਸਤਿਗੁਰ ਦੀਨ ਸ਼ਰਮਤ ਗਨ ਜਾਨ, ਤੇ ਮਾਰੇ ਕਹਿੰਦੇ ਸਿੰਘੋ ਛਕੋ ਵੀ ਥੱਕੇ ਹੋਏ ਹੋ, ਤੇ ਦੇਗਾਂ ਤਿਆਰ ਕਰਕੇ ਤੇ ਛਕਾਉਣੀਆਂ ਕੀਤੀਆਂ ਜੀ। ਦੇਗ ਤਿਆਰ ਹੋਈ ਵਰਤਾਏ, ਤੇ ਦੇਗ ਤਿਆਰ ਕਰਕੇ ਤੇ ਵਰਤਾਉਣੀ ਕੀਤੀ ਜੀ। ਖਾਨ ਪਾਨ ਕਰ ਸਭ ਤ੍ਰਿਪਤਾਏ, ਤੇ ਛਕ ਛਕਾ ਕੇ ਤੇ ਸਾਰੇ ਤ੍ਰਿਪਤ ਹੋਏ ਨੇ ਜੀ। ਸੁਪਤ ਹੋਏ ਕਰ ਸ਼ਰਮ ਨਿਰਵਾਰਾ, ਤੇ ਸਾਧ ਸੰਗਤ ਆਰਾਮ ਕੀਤਾ ਤੇ ਥਕਾਵਟ ਨੂੰ ਦੂਰ ਕਰਨਾ ਕੀਤਾ ਜੀ। ਭਈ ਭਰਾਤ ਪੁਨ ਕੀਨਸ ਤਿਆਰਾ, ਤੇ ਰਾਤ ਬਤੀਤ ਹੋਣ ਤੇ ਸਵੇਰ ਨੂੰ ਤਿਆਰੇ ਕੀਤੇ ਨੇ ਜੀ। ਪਰਮ ਸਿੰਘ ਅਰ ਧਰਮ ਸਿੰਘ ਦੋਏ, ਤੇ ਜਿਹੜਾ ਪਰਮ ਸਿੰਘ ਤੇ ਧਰਮ ਸਿੰਘ ਸਾਧ ਸੰਗਤ ਆਪ ਜੀ ਪਿਛਲੇ ਦਿਨਾਂ 'ਚ ਵੀ ਸਰਵਣ ਕਰ ਰਹੇ ਸੀ। ਇਹ ਗੁਰਮੁਖ ਪਿਆਰੇ ਕਿਰਤੀ ਸਿੱਖ ਨੇ, ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਬੇਅੰਤ ਪਿਆਰ ਕਰਨ ਵਾਲੇ ਨੇ। ਤੇ ਵੱਡੇ ਬਜ਼ੁਰਗ ਜਿਹੜੇ ਸਾਧ ਸੰਗਤ ਉਹ ਵੀ ਲੰਮੇ ਸਮੇਂ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ, ਲੰਮੇ ਸਮੇਂ ਤੋਂ ਲੱਗੇ ਹੋਏ ਨੇ। ਮਹਾਰਾਜ ਨੇ ਬੇਅੰਤ ਪ੍ਰੇਮ ਆ, ਜਿਹੜੇ ਨਗਰ ਪਹੁੰਚਦੇ ਕਿ ਕਲਗੀਧਰ ਪਾਤਸ਼ਾਹ ਤੋਂ ਪਹਿਲਾਂ ਪਲਗਾ ਤਿਆਰ ਕਰ ਦਿੰਦੇ ਨੇ। ਮਹਾਰਾਜ ਨੇ ਸੇਵਾ ਦੇ ਇਹਨਾਂ ਦੇਖ ਕੇ ਪ੍ਰੇਮ ਜਾਣ ਕੇ ਤੇ ਮਾਰੇ ਹੁਣ ਬਖਸ਼ਿਸ਼ ਕਰਨਗੇ ਜੀ। ਪਿਖ ਸੇਵਾ ਕੋ ਪ੍ਰਭ ਪ੍ਰਸੰਨ ਹੋਏ, ਕਿਉਂ ਭਾਈ ਰੂਪੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਇਹਨਾਂ ਤੱਕ ਸੇਵਾ ਦੇਖ ਕੇ ਤੇ ਕਲਗੀਧਰ ਪਾਤਸ਼ਾਹ ਖੁਸ਼ ਹੋਏ ਨੇ ਜੀ। ਪਹੁੰਚੇ ਪਗ ਤੇ ਪੂਰਬ ਜਾਏ, ਤੇ ਕਹਿੰਦੇ ਪਗ ਤੇ ਪੂਰਬ ਜਾਏ, ਪੂਰਬ ਭਾਵ ਹੁੰਦਾ ਪਹਿਲਾਂ ਹੀ। ਕਹਿੰਦੇ ਪੈਦਲ ਚੱਲ ਕੇ ਕਲਗੀਧਰ ਪਾਤਸ਼ਾਹ ਤੋਂ ਪਹਿਲਾਂ ਪਹੁੰਚ ਕੇ ਤੇ ਪਲੰਘਾਂ ਤਿਆਰ ਕਰਦੇ ਨੇ ਜੀ। ਨਵੋ ਮੰਚ ਨਿਤ ਲੇਤ ਬਣਾਏ, ਤੇ ਕਹਿੰਦੇ ਹਰ ਜਿੱਥੇ ਪਹੁੰਚਦੇ ਨੇ ਹਰ ਜਗ੍ਹਾ ਜਾ ਕੇ ਤੇ ਨਵਾਂ ਪਲੰਘਾ ਬਣਾਉਂਦੇ ਨੇ ਜੀ। ਦੋਏ ਤੁਰੰਗ ਬਖਸ਼ੇ ਹਥਿਆਰ, ਮਾਰੇ ਖੁਸ਼ ਹੋ ਗਏ ਸਾਧ ਸੰਗਤ। ਕਲਗੀਧਰ ਪਾਤਸ਼ਾਹ ਟੁੱਟੇ ਨੇ ਤੇ ਖੁਸ਼ ਹੋ ਕੇ ਸਾਧ ਸੰਗਤ ਕਲਗੀਧਰ ਪਾਤਸ਼ਾਹ ਨੇ 2 ਘੋੜੇ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਨੂੰ ਦਿੱਤੇ।
ਨਾਲ ਮਹਾਰਾਜ ਨੇ ਹਥਿਆਰ ਸ਼ਾਸਤਰ ਦਿੱਤੇ ਨੇ ਜੀ। ਗੁਰ ਬਖਸ਼ਿਸ਼ ਲੀਨਸ ਕਰ ਧਾਰ। ਬਸ ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਨਮਸਕਾਰ ਕਰਕੇ ਤੇ ਉਹ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਜੀ ਸਤਕਾਰ ਨਾਲ ਜੀ। ਸ੍ਰੀ ਪ੍ਰਭ ਆਗੇ ਪੰਥ ਪਿਆਨੇ। ਤੇ ਮਹਾਰਾਜ ਬਖਸ਼ਿਸ਼ ਕਰਕੇ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਤੇ ਕਲਗੀਧਰ ਪਾਤਸ਼ਾਹ ਅੱਗੇ ਚਾਲੇ ਪਾਏ ਨੇ ਜੀ। ਇਸ ਦਿਨ ਸ਼ਰਮਤ ਸਾਥ ਕੋ ਜਾਣੇ, ਅਲਪ ਮਜਲ ਕਰ ਉਤਰੇ ਜਾ। ਜੋ ਦੇਖਿਆ ਵੀ ਸਿੰਘ ਸਾਰੇ ਥੱਕੇ ਹੋਏ ਨੇ, ਮਹਾਰਾਜ ਕਹਿੰਦੇ ਇਉਂ ਕਰੋ ਭਾਈ, ਹੁਣ ਬਹੁਤਾ ਦੂਰ ਨਹੀਂ ਜਾਣਾ, ਆ ਛੋਟੀ ਜਿਹੀ ਮੰਜ਼ਲ ਤੈਅ ਕਰਕੇ ਤੇ ਰੁਕਣਾ ਕਰੋ ਜੀ। ਸਪਤ ਕੋਸ ਪਰ ਗ੍ਰਾਮ ਜੋ ਆਏ। ਸੱਤਾਂ ਕੋਹਾਂ ਦੇ ਉੱਤੇ ਸਾਧ ਸੰਗ ਜਿਹੜਾ ਅੱਗੇ ਨਗਰ ਆ ਰਿਹਾ ਜੀ। ਨਾਮ ਸੁਹੇਵਾ ਤਿਸ ਕੋ ਜਾਨ। ਤੇ ਸਾਧ ਸੰਗਤ ਇਹਦਾ ਨਗਰ ਦਾ ਨਾਮ ਹੈਗਾ ਸੁਹੇਵਾ। ਇਸ ਨਗਰ ਪਹੁੰਚੇ ਨੇ ਜੀ। ਉਤਰਿਓ ਡੇਰਾ ਸਭ ਹੂੰ ਆਨ। ਤੇ ਆ ਕੇ ਸਾਧ ਸੰਗਤ ਸਾਰਿਆਂ ਨੇ ਡੇਰਾ ਕੀਤਾ। ਚੂਰੂ ਜ਼ਿਲ੍ਹੇ ਵਿੱਚ ਪੈਂਦਾ ਸਾਧ ਸੰਗਤ ਰਾਜਸਥਾਨ ਵਿੱਚ ਜੀ। ਪਰਮ ਸਿੰਘ ਤਬ ਲੈ ਹਥਿਆਰ। ਤੇ ਸਾਧ ਸੰਗਤ ਪਰਮ ਸਿੰਘ ਨੇ ਹਥਿਆਰ ਨਾਲ ਲਏ ਨੇ। ਤੇ ਸਾਧ ਸੰਗਤ ਜਿੱਥੇ ਇਹ ਅਸਥਾਨ ਹੈ ਸੁਹਾਵਾ ਸਾਹਿਬ ਦਾ, ਇੱਥੇ ਨੇੜੇ ਹੀ ਸਾਧ ਸੰਗਤ ਮਹਾਰਾਜ ਦਾ ਅਸਥਾਨ, ਗੁਰੂ ਨਾਨਕ ਪਾਤਸ਼ਾਹ ਨੇ ਵੀ ਚਰਨ ਪਾਏ ਨੇ। ਬੇਅੰਤ ਮਹਾਰਾਜ ਨੇ ਉੱਥੇ ਬਖਸ਼ੀਸ਼ਾਂ ਕੀਤੀਆਂ, ਸਮਾਂ ਬਣਿਆ ਤੇ ਇੱਥੇ ਸਾਧ ਸੰਗਤ ਸਿੱਧ ਵੀ ਰਹਿੰਦੇ ਸਨ। ਗੁਰੂ ਨਾਨਕ ਪਾਤਸ਼ਾਹ ਪਹਿਲਾਂ ਆਏ ਨੇ। ਇਹ ਕਲਗੀਧਰ ਪਾਤਸ਼ਾਹ ਦੇ ਅਸਥਾਨ ਤੋਂ ਤਕਰੀਬਨ 7 ਕਿਲੋਮੀਟਰ ਦੂਰ ਉਹ ਅਸਥਾਨ ਪੈਂਦਾ। ਤੇ ਜਿਹੜਾ ਹੈਗਾ ਜਦੋਂ ਉੱਥੇ ਟਿੱਲਾ ਸਾਹਿਬ ਅਸਥਾਨ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਨੇ ਤੇ ਸਿੱਧ ਸਾਧ ਸੰਗਤ ਈਰਖਾ ਕਰਦੇ ਗੁਰੂ ਨਾਨਕ ਪਾਤਸ਼ਾਹ, ਈਰਖਾ ਕਰਦੇ ਆ। ਤੇ ਉਧਰੋਂ ਇੱਕ ਪਿਆਰਾ ਵਪਾਰੀ ਹੈ ਜਿਹੜਾ ਵਪਾਰ ਕਰਦਾ ਹੈਗਾ ਕਿ ਉਹ ਬਲਦਾਂ ਨੂੰ ਵੇਚਦਾ। ਜੇ ਆਪ ਜੀ ਅੱਜ ਵੀ ਦੇਖੋ ਨਾ, ਉਸ ਇਲਾਕੇ ਦੇ ਬਲਦ ਨਗੌਰੀ ਬੱਚੇ ਆਪਣੇ ਮਾਲਵੇ ਵਿੱਚ ਤਾਂ ਬਹੁਤ ਹੈ, ਪਰ ਬਾਕੀ ਦੂਜੇ ਇਲਾਕਿਆਂ ਦਾ ਨਹੀਂ ਪਤਾ। ਇੱਧਰ ਬੜੇ ਸ਼ੌਂਕ ਦੇ ਨਾਲ ਰੱਖਦੇ ਨੇ। ਸ਼ਾਇਦ ਘਰ ਦੇ ਬੱਚੇ ਨੂੰ ਉਨੀ ਵਧੀਆ ਖੁਰਾਕ ਨਾ ਮਿਲਦੀ ਹੋਵੇ ਜਿਹੜੇ ਕਿ ਨਗੌਰੀ ਬੱਚਿਆਂ ਨੂੰ ਘਿਓ ਅਤੇ ਆਦਿਕ ਬਦਾਮ ਬੜੀਆਂ ਛਕਾ ਕੇ ਤੇ ਠੋਕਰਾਂ ਤੇ ਲਾਉਂਦੇ ਨੇ। ਉਹ ਜਿਹੜਾ ਹੈਗਾ ਲక్ష్ਮੀ ਸ਼ਾਹ ਹੈਗਾ ਨਾਂ ਉਹਦਾ। ਤੇ ਜਦੋਂ ਲక్ష్ਮੀ ਸ਼ਾਹ ਨੇ ਜੋ ਸੁਣਿਆ ਜਲ ਛਕਣਾ ਚਾਹੁੰਦਾ, ਸਿੱਧਾਂ ਨੂੰ ਮਿਲਿਆ, ਜਾ ਕੇ ਜਲ ਛਕਾਓ, ਬਲਦ ਮੇਰੇ ਪਿਆਸੇ ਨੇ। ਤੇ ਉਹ ਕਹਿੰਦੇ ਇਉਂ ਕਰ, ਇੱਥੇ ਨਹੀਂ, ਗੁਰੂ ਨਾਨਕ ਪਾਤਸ਼ਾਹ ਵਾਲੇ ਪਾਸੇ ਇਸ਼ਾਰਾ ਕਰਕੇ ਕਹਿੰਦੇ ਤੂੰ ਉਹਨਾਂ ਕੋਲੇ ਜਾ ਤੇ ਉਹ ਜਲ ਛਕਾਉਣਗੇ। ਬਹੁਤਾ ਪਾਣੀ ਦਾ ਉੱਥੇ ਪ੍ਰਬੰਧ ਨਹੀਂ ਸਾਸ। ਇਹ ਆਪਦੇ 100 ਬਲਦਾਂ ਨੂੰ ਲੈ ਕੇ ਉੱਥੇ ਜਾ ਪਹੁੰਚੇ। ਮਹਾਰਾਜ ਨੇ ਬੇਨਤੀ ਕੀਤੀ, ਮਹਾਰਾਜ ਤਰਸ ਕਰੋ। ਇਹ ਜੀ ਮਹਾਰਾਜ ਪਿਆਸ ਨਾਲ ਤੜਫ ਰਹੇ ਨੇ, ਆਪ ਜੀ ਬਖਸ਼ਿਸ਼ ਕਰੋ। ਸਿੱਧਾ ਨੇ ਆਪ ਜੀ ਕੋਲੇ ਭੇਜਿਆ ਜਲ ਛਕਾਉਣ ਵਾਸਤੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਥੋੜਾ ਇੱਥੇ ਮਿੱਟੀ ਪੱਟ। ਥੋੜੀ ਮਿੱਟੀ ਪਟਾਈ, ਸਾਧ ਸੰਗ ਹੱਥਾਂ ਨਾਲ ਗੁਰੂ ਨਾਨਕ ਪਾਤਸ਼ਾਹ ਨਾਲ ਇੱਕ ਮੰਡਲ ਚੋਂ ਜਲ ਪਾ ਦਿੱਤਾ ਉੱਥੇ। ਮਹਾਰਾਜ ਕਹਿੰਦੇ ਲਿਆ ਆਪਦੇ ਬਲਦਾਂ ਨੂੰ ਲਿਆ ਤੇ ਸਾਰੇ ਬਲਦਾਂ ਨੂੰ ਜਲ ਛਕਾਈ ਚੱਲ, ਪਹਿਲਾਂ ਤੂੰ ਵੀ ਛਕ ਲੈ। ਕਹਿੰਦੇ ਮਹਾਰਾਜ ਮੈਂ ਜਲ ਛਕਾਉਣ ਨੂੰ ਕਹਿੰਦਾ, ਮਜ਼ਾਕ ਕਰਨ ਨੂੰ ਨਹੀਂ ਕਹਿ ਰਿਹਾ। ਇਹ ਜੀ ਪਿਆਸੇ ਨੇ ਮਹਾਰਾਜ, ਕਈ ਦਿਨਾਂ ਤੋਂ ਜਲ ਨਹੀਂ ਮਿਲਿਆ ਇਹਨਾਂ ਨੂੰ। ਮਹਾਰਾਜ ਕਹਿੰਦੇ ਜਲ ਛਕਣ ਨੂੰ ਹੀ ਕਹਿੰਦੇ ਭਾਈ, ਇਹ ਜਲ ਮੁੱਕੇਗਾ ਨਹੀਂ। ਸਾਤਾ ਮਹਾਰਾਜ ਤੇ ਸਾਧ ਸੰਗਤ ਬੁੱਕ ਕੇ ਜਿੰਨੇ ਜਿਹੜੀ ਜਗ੍ਹਾ ਉੱਥੇ ਪਟਵਾਈ ਸੀ ਜਲ ਪਾਇਆ ਤੇ ਸਾਧ ਸੰਗਤ 100 ਬਲਦ ਨੇ ਜਲ ਛਕਿਆ ਤੇ ਆਪ ਛਕਿਆ ਤੇ ਉਹਨੇ ਨਾਲ ਉਹਨੇ ਰਹਿ ਗਏ। ਸਿੱਧ ਦੇਖ ਕੇ ਹੈਰਾਨ ਹੋ ਗਏ, ਮਹਾਰਾਜ ਦਾ ਲੋਹਾ ਮੰਨ ਗਏ, ਨਮਸਕਾਰ ਕੀਤੀ ਤੇ ਮਹਾਰਾਜ ਨੇ ਸੋਝੀ ਦਿੱਤੀ। ਇਹ ਉਸ ਸਥਾਨ ਤੇ ਕਲਗੀਧਰ ਪਾਤਸ਼ਾਹ ਚਰਨ ਪਾ ਰਹੇ ਨੇ ਜੀ। ਪਰਮ ਸਿੰਘ ਤਬ ਲੈ ਹਥਿਆਰ। ਤੇ ਪਰਮ ਸਿੰਘ ਨੇ ਸਾਧ ਸੰਗ ਹਥਿਆਰ ਲੈ ਕੇ ਜੀ ਬੰਦ ਭਲੇ ਸਿਰ ਲੀਨੇ ਧਾਰ। ਤੇ ਸਾਧ ਸੰਗ ਦਸਤਾਰ ਦੇ ਵਿੱਚ ਅੱਗੇ ਲਪੇਟ ਕੇ ਹੋਰ ਕੱਪੜਾ ਲੈ ਕੇ ਤੇ ਸੀਸ ਉੱਪਰ ਚੱਕ ਲਿਆ ਜੀ। ਘੋਰਨ ਕੋ ਮਗ ਮਹਿ ਡੁਰਿਆਏ। ਤੇ ਸਾਧ ਸੰਗ ਘੋੜਿਆਂ ਨੂੰ ਕੀ ਕੀਤਾ? ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਨੇ ਸਾਧ ਸੰਗਤ ਆਪਦੇ ਹੱਥਾਂ ਵਿੱਚ ਉਹਨਾਂ ਦੀਆਂ ਲਗਾਮਾਂ ਫੜ ਕੇ
ਤੇ ਉਹਨਾਂ ਨੂੰ ਲੈ ਕੇ ਤੇ ਤੁਰ ਕੇ ਆਪ ਆ ਰਹੇ ਨੇ ਜੀ। ਨਹਿ ਚੜਬੇ ਕਹੋ ਚਿਤ ਲਲਚਾਏ, ਤੇ ਇਸ ਮਨ ਵਿੱਚ ਖਿਆਲ ਵੀ ਨਹੀਂ ਆ ਰਿਹਾ, ਲਾਲਚ ਨਹੀਂ ਆ ਰਿਹਾ ਕਿ ਘੋੜਿਆਂ ਦੇ ਉੱਪਰ ਚੜ ਗਏ ਜੀ। ਗੁਰ ਬਖਸ਼ਿਸ਼ ਉੱਤਮ ਬਹੁ ਜਾਨੀ, ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਨੂੰ ਵੱਡੀ ਕਰਕੇ ਜਾਣਿਆ ਜੀ। ਰਾਖਿਆ ਦਾਇਬ ਕੋ ਬਹੁ ਮਾਨੀ, ਬਹੁਤ ਸਤਿਕਾਰ ਕੀਤਾ ਮਹਾਰਾਜ ਦੀ ਬਖਸ਼ਿਸ਼ ਦਾ ਜੀ। ਸਿੱਖਨ ਪ੍ਰਭ ਸੋ ਜਾਏ ਬਤਾਏ, ਜਦੋਂ ਸਿੱਖਾਂ ਨੇ ਜਾ ਕੇ ਦੱਸਿਆ ਕਲਗੀਧਰ ਪਾਤਸ਼ਾਹ ਨੂੰ ਜੀ, ਹੈਨ ਚੜੇ ਨਹਿ ਪਗ ਸੋ ਆਏ। ਮਹਾਰਾਜ ਉਹ ਤਾਂ ਘੋੜਿਆਂ ਦੇ ਚੜੇ ਹੀ ਨੇ, ਉਹ ਤਾਂ ਪੈਦਲ ਹੀ ਚੱਲ ਕੇ ਪਹੁੰਚੇ ਨੇ ਜੀ। ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਜੀ ਸ਼ਸਤਰ ਸਕਲ ਸਿਰ ਪਰ ਧਰ ਆਨੇ, ਮਹਾਰਾਜ ਜਿਹੜੇ ਸ਼ਾਸਤਰ ਦਿੱਤੇ ਸਨ ਉਹ ਵੀ ਸਿਰ ਉੱਪਰ ਧਰ ਕੇ ਲੈ ਕੇ ਆਏ ਨੇ ਜੀ। ਉਲਟੋ ਖੇਦ ਚਲਨ ਮੋ ਜਾਣੇ, ਮਹਾਰਾਜ ਉਹਨਾਂ ਦਾ ਸਮਾਂ ਦੀ ਅਖਿਆਈ ਹੋਈ ਹੈ ਜਿਹੜੀ ਘੋੜੇ ਦਿੱਤੇ ਤੁਸੀਂ। ਅੱਗੇ ਇਕੱਲੇ ਤੁਰਦੇ ਸਨ ਤੇ ਰਾਹ 'ਚ ਆਉਂਦੇ ਲੱਕੜਾਂ ਵੀ ਵੱਢ ਲੈਂਦੇ ਸਨ। ਹੁਣ ਮਹਾਰਾਜ ਜਿਹੜੇ ਸ਼ਾਸਤਰ ਦਿੱਤੇ ਆਪ ਜੀ ਨੇ ਉਹ ਸੀਸਦੇ ਨੇ ਤੇ ਮਹਾਰਾਜ ਘੋੜੇ ਫੜੇ ਨੇ, ਤੇ ਜਿਹੜੇ ਮਹਾਰਾਜ ਉਹਨਾਂ ਕੋਲੇ ਤੇਸੇ ਅਤੇ ਆਦਿਕ ਜਿਹੜੇ ਹੋਰ ਲੱਕੜ ਘਾੜਨ ਵਾਸਤੇ ਹੈਗਾ ਮਹਾਰਾਜ ਉਹ ਵੀ ਸਮਾਨ ਵਸਤਰ ਚੱਕਿਆ ਹੋਇਆ, ਉਹਨਾਂ ਤੋਂ ਅਖਿਆਈ ਆਪ ਜੀ ਦੇ ਬਖਸ਼ੇ ਦੇਣਾ ਵੱਧ ਗਈ ਜੀ। ਸੁਨ ਸਤਿਗੁਰ ਨਿਜ ਨਿਕਟ ਹਕਾਰੇ, ਮਹਾਰਾਜ ਕਹਿੰਦੇ ਸਾਡੇ ਕੋਲੇ ਬੁਲਾਉਣਾ ਕਰੋ ਜੀ। ਬੂਝਿਓ ਇਹ ਕਿਆ ਕੀਨ ਸਕਾਰੇ, ਮਹਾਰਾਜ ਕਹਿੰਦੇ ਭਾਈ ਤੁਸੀਂ ਇਹ ਕੀ ਕੰਮ ਕੀਤਾ ਜੀ। ਹੈ ਨਾ ਚੜੇ ਨਹਿ ਸ਼ਸਤਰ ਸਜਾਏ, ਮਹਾਰਾਜ ਕਹਿੰਦੇ ਤੁਹਾਨੂੰ ਸ਼ਾਸਤਰ ਦਿੱਤੇ ਸੀ ਧਾਰਨ ਕਰਨ ਨੂੰ, ਤੁਹਾਨੂੰ ਘੋੜਾ ਦਿੱਤਾ ਸੀ ਸਵਾਰ ਹੋਣ ਵਾਸਤੇ, ਤੁਸੀਂ ਭਾਈ ਦੋਨੇ ਨਹੀਂ ਵਰਤੇ ਜੀ। ਸਿਰ ਧਰ ਕਰਮ ਹੈ ਗਹਿ ਕਰ ਲਿਆਏ, ਇਹ ਕੀ ਕੀਤਾ, ਘੋੜੇ ਨੂੰ ਫੜ ਕੇ ਲਿਆਏ ਤੇ ਸ਼ਾਸਤਰਾਂ ਨੂੰ ਸਿਰ ਤੇ ਸਜਾ ਲਿਆਏ ਹੋ ਤੁਸੀਂ ਜੀ। ਖੇਦ ਚਲਨ ਕੋ ਜਾਨ ਸੋ ਦੀਨੇ, ਤੇ ਭਾਈ ਤੁਸੀਂ ਤੁਰ ਕੇ ਕਿਉਂ ਆਏ ਜੀ। ਸੋ ਤੁਮ ਨਹੀਂ ਨਿਵਾਰਨ ਕੀਨੇ, ਭਾਈ ਤੁਸੀਂ ਕਿਉਂ ਨਹੀਂ ਪਹਿਨਣਾ ਕੀਤਾ, ਕਿਉਂ ਨਹੀਂ ਤੁਸੀਂ ਵਰਤਣਾ ਕੀਤਾ ਜੀ। ਇਹ ਕਾਰਨ ਕਿਆ ਦੇਹੋ ਬਤਾਈ, ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਦੱਸੋ ਭਾਈ ਧਰਮ ਸਿੰਘ ਭਾਈ ਪਰਮ ਸਿੰਘ ਕੀ ਕਾਰਨ ਹੈ ਜੀ। ਹਾਥ ਜੋੜ ਤਿਨ ਦੋਹਨ ਸੁਨਾਈ, ਤੇ ਹੱਥ ਜੋੜ ਕੇ ਸਾਧ ਸੰਗਤ ਦੋਨਾਂ ਨੇ ਫਿਰ ਕੀਤੀ ਬੇਨਤੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਜੀ। ਰਾਵਰ ਕੀ ਬਖਸ਼ਿਸ਼ ਕੋ ਅਦਬ, ਮਹਾਰਾਜ ਜਿਹੜੀ ਤੁਸੀਂ ਬਖਸ਼ਿਸ਼ ਦਿੱਤੀ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਮਹਾਰਾਜ ਅਸੀਂ ਨੇ ਯੋਗ ਨਹੀਂ ਕਿ ਆਪ ਜੀ ਬਖਸ਼ਿਸ਼ ਨੂੰ ਮਹਾਰਾਜ ਅੰਗੀਕਾਰ ਪਹਿਨਣਾ ਕਰੀਏ ਜੀ। ਜੇ ਨਾ ਕਰਹਿ ਹਮਕੋ ਵੱਡ ਗਜ਼ਬ, ਮਹਾਰਾਜ ਇਹ ਤਾਂ ਫਿਰ ਬਹੁਤ ਵੱਡਾ ਅਦਬ ਜਿਹੜਾ ਹੈਗਾ ਨਰਾਦਰ ਹੋਵੇਗਾ ਜੀ, ਅਸੀਂ ਇਹਨਾਂ ਨੂੰ ਪਾਵਾਂਗੇ ਜੀ। ਪੂਜਨੀਏ ਹਮ ਤਿਨ ਕੋ ਜਾਣੇ, ਬਸ ਮਹਾਰਾਜ ਅਸੀਂ ਤਾਂ ਇਹਨਾਂ ਨੂੰ ਹੁਣ ਬਾਰੇ ਪੂਜਾ ਹੀ ਕਰਨੀ ਸ਼ਾਸਤਰਾਂ ਦੀ ਜੀ। ਮਸਤਕ ਟੇਕ ਹੈ ਤੁਮ ਸਮ ਮਾਨੇ, ਮਹਾਰਾਜ ਅਸੀਂ ਤਾਂ ਇਹਨਾਂ ਨੂੰ ਮੱਥਾ ਟੇਕੀ ਜਾਂਦੇ, ਘੋੜੇ ਨੂੰ ਮੱਥਾ ਟੇਕੀ ਜਾਂਦੇ ਆਪ ਜੀ ਨੇ ਬਖਸ਼ਿਸ਼ ਦਿੱਤੀ ਕਰਕੇ ਸ਼ਾਸਤਰਾਂ ਨੂੰ, ਕਿ ਆਪ ਜੀ ਨੇ ਜਿਹੜੀ ਬਖਸ਼ਿਸ਼ ਦਿੱਤੀ ਕਰਕੇ ਅਸੀਂ ਆਪ ਜੀ ਦੇ ਮਾਰੇ ਬਖਸ਼ਿਸ਼ ਜਾਣ ਕੇ ਆਪ ਜੀ ਸ਼ਾਸਤਰਾਂ ਨੂੰ ਆਪ ਜੀ ਦੇ ਬਰਾਬਰ ਜਾਣ ਕੇ ਮਾਰੇ ਇਹਨਾਂ ਨੂੰ ਪੂਜ ਰਹੇ ਹਾਂ ਜੀ। ਸੁਨ ਪ੍ਰਸੰਨ ਹੈ ਗੁਰੂ ਉਚਾਰਾ, ਕਲਗੀਧਰ ਪਾਤਸ਼ਾਹ ਸਾਧ ਸੰਗਤ ਖੁਸ਼ ਹੋ ਗਏ ਨੇ। ਕਲਗੀਧਰ ਪਾਤਸ਼ਾਹ ਹੁਣ ਮੁੱਖੋਂ ਬਚਨ ਕਰਨ ਲੱਗੇ ਨੇ, ਬੜੇ ਪ੍ਰੇਮ ਨਾਲ ਸਰਵਣ ਕਰੋ ਤੇ ਨਾਲ ਦਰਸ਼ਨ ਕਰੋ ਜੀ। ਤੁਮਰੀ ਜਿਹਵਾ ਹੀ ਖੱਗ ਧਾਰਾ, ਮਹਾਰਾਜ ਕਹਿੰਦੇ ਜਾਓ ਭਾਈ ਧਰਮ ਸਿੰਘ ਤੇ ਪਰਮ ਸਿੰਘ ਤੁਹਾਡੀ ਰਸਨਾ ਜਿਹੜੀ ਅੱਜ ਤੋਂ ਸਾਧ ਸੰਗਤ ਦੱਸਦੇ ਕੀ ਬਚਨ ਕੀਤਾ ਕਿ ਇਹ ਭਾਈ ਖੱਗ ਭਾਵ ਸ਼ਾਸਤਰ ਹੋ ਗਿਆ ਹੈ। ਜਿਹੜੇ ਰਸਨਾ ਤੋਂ ਬਚਨ ਕਰੋਗੇ ਸ਼ਾਸਤਰ ਚੱਲਣ ਜਿਹਨੇ ਜਿਹੜਾ ਵਾਰ ਕਰੂਗੀ ਜੀ। ਜੇਠਾ ਨਿਕਸੈ ਬਾਕ ਤੁਹਾਰਾ, ਜਿੱਥੋਂ ਆਪ ਜੀ ਰਸਨਾ ਤੋਂ ਕੋਈ ਬਚਨ ਨਿਕਲ ਜਾਵੇਗਾ ਜੀ। ਆਯੁਧ ਤੇ ਤੂਰਨ ਕਰ ਪਾਰਾ, ਬਸ ਜਿਵੇਂ ਕੋਈ ਤੀਰ ਹੈਗਾ ਪਾਰ ਲੰਘ ਜਾਂਦਾ ਉਵੇਂ ਆਪ ਜੀ ਦਾ ਬਚਨ ਲੰਘ ਜਾਇਆ ਕਰੇਗਾ ਜੀ। ਇਮ ਬਰ ਦੇ ਕਰ ਯੁੱਤ ਸਨਮਾਨਾ, ਤੇ ਇਉਂ ਕਰਕੇ ਮਹਾਰਾਜ ਨੇ ਹੋਰ ਬਖਸ਼ਿਸ਼ ਕਰਕੇ ਤੇ ਸਨਮਾਨ ਕੀਤਾ, ਉਹਨਾਂ ਦਾ ਸਤਿਕਾਰ ਕੀਤਾ ਜੀ। ਨਿਕਟ ਬਿਠਾਏ ਕਿਰਪਾ ਨਿਧਾਨਾ, ਤੇ ਮਹਾਰਾਜ ਨੇ ਸਤਿਕਾਰ ਦੇ ਕੇ ਪ੍ਰੇਮ ਦੇ ਕੇ ਤੇ ਕੋਲੇ ਬਿਠਾ ਲਿਆ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਕਿਰਤੀ ਸਿੱਖਾਂ ਨੂੰ ਜੀ। ਤਹਾਂ ਜੰਡ ਇੱਕ ਸਨਮੁਖ ਖਰਿਓ, ਉੱਥੇ ਸਾਧ ਸਿੰਘ ਇੱਕ ਜੰਡ ਖੜਾ ਸੀ ਜੀ। ਤਿਸ ਮਹਿ ਚੱਲ ਦਲ ਇੱਕ ਲੱਗ ਪਰਿਓ, ਤੇ ਸਾਧ ਸੰਗਤ ਤੇ ਕਵੀ ਜੀ ਨੇ ਲਿਖਿਆ ਨਹੀਂ ਪਰ ਉਸ ਉੱਥੋਂ ਦਾ ਇਤਿਹਾਸ ਸਮਾਂ ਬਣਿਆ। ਕਲਗੀਧਰ ਪਾਤਸ਼ਾਹ ਇਧਰੋਂ ਮਾਲਵੇ ਵਿੱਚ ਹੁੰਦੇ ਹੋਏ ਜਦੋਂ ਰਾਜਸਥਾਨ ਦੇ ਵਿੱਚ ਸਾਧ ਸੰਗਤ ਪਹੁੰਚੇ ਹੈ ਤੇ ਜਦੋਂ ਉੱਥੇ ਕਲਗੀਧਰ ਪਾਤਸ਼ਾਹ ਆਰਾਮ ਵਿੱਚ ਬੈਠੇ ਤੇ ਸਿੰਘਾਂ ਨੇ ਪ੍ਰੇਮ ਦੇ ਨਾਲ ਕਲਗੀਧਰ ਪਾਤਸ਼ਾਹ ਦਾ ਕਮਰ ਕਸਾ ਹੌਲੀ ਹੌਲੀ ਢਿੱਲਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਕਮਰ ਕਸਾ ਕੀਤਾ ਸੀ ਜਦੋਂ ਢਿੱਲਾ ਕਰਨਾ ਸ਼ੁਰੂ ਕੀਤਾ ਤੇ ਸਿੰਘ ਦੇਖ ਕੇ ਇੱਕਦਮ ਹੈਰਾਨ ਹੋ ਗਏ ਕਿ ਉਹ ਕਮਰ ਕਸੇ ਵਿੱਚ ਇੱਕ ਸਪੋਲਾ ਨਿਕਲਿਆ, ਭਾਵ ਸੱਪ ਦਾ ਬੱਚਾ ਨਿਕਲਿਆ ਤੇ ਇੱਕਦਮ ਦੌੜਿਆ ਅੱਗੇ। ਕੋਲੇ ਜਿਹੜਾ ਜੰਡ ਦਾ ਦਰਖਤ ਸੀ ਸਾਧ ਸੰਗਤ ਤੇ ਉਹਦੇ ਉੱਤੇ ਚੜ੍ਹਨਾ ਸ਼ੁਰੂ ਹੋ ਗਿਆ। ਸਿੰਘਾਂ ਨੇ ਰੌਲਾ ਪਾਇਆ, ਮਹਾਰਾਜ ਇਹ ਕੀ ਗੱਲ ਹੋਈ, ਆਪ ਜੀ ਦੇ ਕਮਰ ਕਸੇ ਵਿੱਚ ਸੱਪ ਦਾ ਬੱਚਾ ਇੱਕ ਪਾਤਸ਼ਾਹ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਇਹ ਸੱਪ ਦਾ ਸਪੋਲਾ ਨਹੀਂ ਸੀ ਕੱਲਾ, ਇਹ ਅਸੀਂ ਭਾਈ ਮਾਲਵੇ ਦਾ ਕਾਰਡ ਲੈ ਕੇ ਆਏ ਸੀ ਉੱਥੋਂ। ਇਹ ਅਸੀਂ ਦੂਰ ਜਾ ਕੇ ਕਿਸੇ ਇਲਾਕੇ ਵਿੱਚ ਛੱਡਣਾ ਸੀ
ਤੁਸੀਂ ਸਾਡਾ ਭਾਈ ਕਮਰ ਕਸਾ ਖੋਲ ਦਿੱਤਾ, ਇਹਦੇ ਕਰਕੇ ਉਹ ਕਾਲ ਬਾਹਰ ਨਿਕਲਿਆ। ਮਾਰੇ ਕਰੋ ਕਿਰਪਾ। ਹੁਣ ਪਾਤਸ਼ਾਹ ਕਹਿਣ ਲੱਭੋ ਭਾਈ। ਸਿੰਘ ਬਾਹੋਦਾਲ ਉੱਪਰ ਚੜੇ ਨੇ ਤੇ ਸਾਧ ਸੰਗਤ ਸਪੋਲਾ ਲੱਭਿਆ ਨਹੀਂ ਉਹਨਾਂ ਨੂੰ ਜੰਡ ਦੇ ਦਰਖਤ ਉੱਪਰ। ਕਹਿੰਦੇ ਮਹਾਰਾਜ ਦਿਸਦਾ ਨਹੀਂ। ਮਹਾਰਾਜ ਕਹਿੰਦੇ ਉਹ ਜਿਹੜਾ ਪਿੱਪਲ ਉੱਪਰ ਖੜਾ ਦਿਸਦਾ ਨਾ, ਇਹ ਭਾਈ ਇਹ ਮਾਲਵੇ ਦਾ ਕਾਲ ਹੈ। ਮਹਾਰਾਜ ਕਹਿੰਦੇ ਛੱਡਣਾ ਅੱਗੇ ਸੀ, ਪਰ ਹੁਣ ਭਾਈ ਇਸ ਇਲਾਕੇ ਵਿੱਚ ਕਾਲ ਪਵੇਗਾ। ਪਰ ਜਿਉਂ-ਜਿਉਂ ਇਹ ਜਿਹੜਾ ਪਿੱਪਲ ਦਾ ਦਰਖਤ ਹੈ ਇਹ ਇੰਨਾ ਫੈਲੇਗਾ ਕਿ ਇਸ ਜੰਡ ਦੇ ਦਰਖਤ ਨੂੰ ਖਾ ਜਾਵੇਗਾ। ਜਦੋਂ ਭਾਈ ਇਹ ਪੂਰਾ ਇਹਨੂੰ ਢੱਕ ਲਵੇਗਾ ਥੱਲੇ, ਜਦੋਂ ਇਹਨੂੰ ਖਾ ਜਾਵੇਗਾ ਪੂਰਾ, ਇਸ ਇਲਾਕੇ ਵਿੱਚ ਕਾਲ ਖਤਮ ਹੋ ਜਾਵੇਗਾ। ਪਰ ਅੱਗੇ ਵੀ ਇੱਕ ਮਾਰੇ ਹੋਰ ਵੀ ਬਖਸ਼ਿਸ਼ ਕਰ। ਉਹ ਕੀ ਕਰਦੇ? ਕਰੋ ਸਰਵਣ ਜੀ। ਇਹ ਜਬ ਚਲ ਦਲ ਵਧੈ ਮਹਾਨਾ, ਜਿਉਂ-ਜਿਉਂ ਇਹ ਪਿੱਪਲ ਦਾ ਦਰਖਤ ਵਧੇਗਾ ਜਦੋਂ ਜੀ, ਤਰੈ ਜੰਡ ਕੋ ਲੈ ਦਬਾਈ, ਤੇ ਉਦੋਂ ਇਹ ਜੰਡ ਨੂੰ ਦੱਬ ਲਵੇਗਾ ਜੀ। ਸਭ ਦਿਸ਼ ਤੇ ਉੱਪਰ ਲੈ ਛਾਈ, ਤੇ ਉਦੋਂ ਕੀ ਹੋਵੇਗਾ? ਤੇ ਸਾਧ ਸੰਗਤ ਜਦੋਂ ਇਹਦੇ ਤੇ ਪੂਰੀ ਛਾਂ ਪਾ ਕੇ ਤੇ ਜਦੋਂ ਪੂਰਾ ਘੇਰੇਗਾ ਜਦੋਂ ਜੀ, ਤਬ ਹੈ ਖਾਲਸਾ ਵਧੈ ਹਮਾਰਾ। ਮਹਾਰਾਜ ਕਹਿੰਦੇ ਉਦੋਂ ਸਾਡਾ ਖਾਲਸਾ ਵਧੇਗਾ। ਕਾਲ ਵੀ ਖਤਮ ਹੋਵੇਗਾ ਤੇ ਸਾਡਾ ਉਦੋਂ ਖਾਲਸਾ ਵਧੇਗਾ। ਤੇ ਉਦੋਂ ਹਾਂਜੀ ਗੁਡਲੀ ਚਲ ਹੈ ਤੁਰਕ ਕੋ ਮਾਰਾ। ਮਹਾਰਾਜ ਕਹਿੰਦੇ ਹੁਣ ਤਾਂ ਸਾਡਾ ਇਹ ਜਿਹੜਾ ਖਾਲਸਾ ਬੱਚਾ ਏ, ਹਲ ਤਾਂ ਇਹ ਗੋਡਿਆਂ ਭਾਰ ਰੁੜ ਰਿਹਾ ਹਲੇ, ਉਦੋਂ ਬਣੇਗਾ। ਤੇ ਸਾਧ ਸੰਗਤ ਅੱਜ ਦਾਸ ਦੀ ਗੱਲ ਹੋ ਰਹੀ ਸੀ, ਸੁਖਪ੍ਰੀਤ ਸਿੰਘ ਨਾਲ ਸੁਣ ਰਹੇ ਸੀ ਤੇ ਪੁੱਛ ਰਹੇ ਸੀ ਵੀ ਕਿਵੇਂ ਹੁਣ ਉਹ ਜੰਡ ਦਾ ਦਰਖਤ। ਤੇ ਕਹਿੰਦੇ ਜੀ ਹੁਣ ਪਿੱਪਲ ਨੇ ਪੂਰਾ ਦੱਬ ਲਿਆ ਉਹਨੂੰ। ਤੇ ਇਹਦਾ ਮਤਲਬ ਹੁਣ ਜਿਹੜਾ ਸਮਾਂ ਉਹ ਆ ਚੱਲਿਆ ਖਾਲਸੇ ਦਾ। ਕਿਸੇ ਸਮੇਂ ਮਾਰੇ ਉਹ ਬਖਸ਼ਿਸ਼ ਕਰ ਸਕਦੇ। ਤੇ ਉਹ ਸਮਾਂ ਬਣਿਆ ਸੀ ਜਦੋਂ ਕਲਗੀਧਰ ਪਾਤਸ਼ਾਹ ਉੱਥੇ ਗਏ ਨੇ, ਜਦੋਂ ਤੇ ਉੱਥੇ ਦੌਲਤ ਨਾਂ ਦਾ ਸਾਧ ਸੰਗਤ ਇੱਕ ਰਾਜਾ ਰਹਿੰਦਾ ਸੀ। ਰਾਜਾ ਰਵੇ ਤੇ ਕਰਨਪੁਰ ਦਾ ਰਾਜੇ ਨੇ ਹੱਲਾ ਕੀਤਾ ਤੇ ਸਾਧ ਸੰਗਤ ਉਹਨੂੰ ਲੁੱਟ ਮਾਰ ਕੇ ਤੇ ਉਜਾੜ ਦਿੱਤਾ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ। ਜਿਹਨੂੰ ਕੋਈ ਜਗ੍ਹਾ ਨਾ ਮਿਲੇ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦਾ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ। ਆ ਕੇ ਜਦੋਂ ਕੀਤੀ ਬੇਨਤੀ ਰੋ ਕੇ, ਮਹਾਰਾਜ ਮੇਰੇ 5 ਪੁੱਤਰ ਨੇ ਤੇ ਮਹਾਰਾਜ ਮੈਨੂੰ ਘਰੋਂ ਬੇਘਰ ਕਰ ਦਿੱਤਾ, ਕੋਈ ਮੇਰੇ ਤੇ ਬਖਸ਼ਿਸ਼ ਕਰੋ। ਤੇ ਜਦੋਂ 5 ਪੁੱਤਰਾਂ ਵਿੱਚੋਂ ਇੱਕ ਬਾਲਾ ਸੀਗਾ, ਤੇ ਸਾਧ ਸੰਗਤ ਜਿਹੜਾ ਬਾਲਾ ਸੀ ਉਹ ਥੋੜਾ ਦਿਮਾਗ ਕੰਨੋਂ ਸਿੱਧਾ ਸੀ, ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਸੀ ਤੇ ਪਾਗਲ ਵਾਂਗੂ ਸੀਗਾ, ਅਬਨੋਰਮਲ ਸੀਗਾ। ਮਹਾਰਾਜ ਕੋਲ ਜਦੋਂ ਲੈ ਕੇ ਆਏ ਨਾ, ਮਹਾਰਾਜ ਕਹਿੰਦੇ ਕੀ ਨਾ ਬਈ, ਬੋਲਿਆ ਜਾਵੇ ਨਾ। ਤੇ ਦੱਸਣ ਵਾਲੇ ਦੱਸਿਆ ਇਹਨੂੰ ਬਾਲਾ ਕਹਿੰਦੇ। ਮਹਾਰਾਜ ਟੁੱਟ ਪਏ। ਮਹਾਰਾਜ ਕਹਿੰਦੇ ਬਾਲਾ ਨਹੀਂ, ਇਹਨੂੰ ਲਿਆਓ ਭਾਈ, ਇਹਨੂੰ ਦਾਤ ਦਵੋ, ਇਹਨੂੰ ਲਾਲ ਸਿੰਘ ਬਣਾਓ ਇਹਨੂੰ, ਤੇ ਲਾਲ ਸਿੰਘ ਬਣਾ ਕੇ ਇਹਨੂੰ ਲਾਲ ਦਵੋ। ਤੇ ਸਾਧ ਸੰਗਤ ਜਦੋਂ ਫਿਰ ਮਹਾਰਾਜ ਨੇ ਬਖਸ਼ਿਸ਼ ਦਾ ਜੋ ਹੱਥ ਧਰਿਆ ਨਾ ਸਾਧ ਸੰਗਤ, ਤੇ ਸਾਧ ਸੰਗਤ ਜਿਹੜਾ ਪਾਗਲ ਸੀ, ਸਿਆਣਾ ਨਹੀਂ ਕੱਲਾ ਕੀਤਾ। ਕਲਗੀਧਰ ਪਾਤਸ਼ਾਹ ਨੇ ਟੁੱਟ ਕੇ ਤੇ 160 ਪਿੰਡਾਂ ਦੀ ਉਹਨੂੰ ਸਰਦਾਰੀ ਦੇ ਦਿੱਤੀ। 160 ਪਿੰਡਾਂ ਦੀ ਸਰਦਾਰੀ ਨਹੀਂ ਕੱਲੀ ਦਿੱਤੀ, ਮਹਾਰਾਜ ਨੇ ਅਗਲੇ ਭਵਿੱਖ ਬਚਨ ਵੀ ਕਰ ਦਿੱਤਾ। ਮਹਾਰਾਜ ਕਹਿੰਦੇ ਲਾਲ ਸਿੰਘ ਹੁਣ ਸੁਣ ਤੋਂ ਧਿਆਨ ਦੇਣਾ। ਤੇ ਜਿਹੜਾ ਦੌਲਤ ਸੀਗਾ ਉਹ ਹੁਣ ਦੌਲਤ ਸਿੰਘ ਹੋ ਗਿਆ। ਕਹਿੰਦੇ ਸੁਣੋ ਪ੍ਰੇਮ ਦੇ ਨਾਲ ਸਾਡਾ ਬਚਨ, ਜਿੰਨਾ ਚਿਰ ਤੁਹਾਡੀਆਂ ਕੁੱਲਾਂ ਵਿੱਚ ਸਿੱਖੀ ਰਹੇਗੀ ਤੇ ਤੁਹਾਡਾ ਰਾਜ ਚੱਲਦਾ ਰਹੇਗਾ। ਸਿੱਖੀ ਜਾਵੇਗੀ ਤੇ ਰਾਜ ਵੀ ਖੁੰਝ ਜਾਵੇਗਾ। ਜਿੰਨਾ ਚਿਰ ਸਾਧ ਸੰਗਤ ਸਾਂਭਿਆ ਤੇ ਰਾਜ ਚੱਲਦੇ ਰਹੇ। ਤੇ ਸਾਧ ਸੰਗਤ ਤੇ ਰਾਜ ਤੁਹਾਡਾ ਵੀ ਚੱਲਣਾ ਜਿੰਨਾ ਚਿਰ ਫਿਰ ਤੁਸੀਂ ਸਿੱਖੀ ਨੂੰ, ਅੰਮ੍ਰਿਤ ਵੇਲੇ ਨੂੰ ਦਿਨ ਦੇ ਵਿੱਚ ਅਭਿਆਸ ਬੰਦਗੀ ਕਰੋਗੇ ਤੇ ਪੈਣ ਲੱਗੇ ਵੀ ਖਿਆਲ ਰੱਖੋਗੇ। ਇੱਥੇ ਮਾਰੇ ਕੀ ਕੀ ਬਚਨ ਕਰਦੇ, ਇੱਕ ਵਾਰ ਫੇਰ ਕਰੋ ਸਰਵਣ ਜੀ। ਗੁਡਲੀ ਚਲ ਹੈ ਤੁਰਕ ਕੋ ਮਾਰਾ, ਸੁਨਤ ਖਾਲਸੇ ਟੇਕਿਓ ਮਾਥਾ। ਤੇ ਮਾਰੇ ਕਹਿੰਦੇ ਸਮਾਂ ਬਣਨਾ ਭਾਈ, ਤੇ ਖਾਲਸੇ ਨੇ ਇਹੋ ਜਿਹਾ ਬਣ ਜਾਣਾ ਕਿ ਇਹਨਾਂ ਮੁਗਲਾਂ ਪਠਾਣਾਂ ਨੂੰ ਮਾਰ ਮਕਾਉਣਾ। ਤੇ ਸਾਰੀਆਂ ਪੰਕਤੀਆਂ ਪੜੋ ਤੇ ਫਿਰ ਕਰੀਏ ਸਮਾਪਤੀ ਜੀ। ਸੁਨਤ ਖਾਲਸੇ ਟੇਕਿਓ ਮਾਥਾ। ਤੇ ਖਾਲਸੇ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਕੀਤੀ ਨਮਸਕਾਰ। ਆਪ ਜੀ ਵੀ ਪੜ੍ਹ ਕੇ ਇੱਕ ਵਾਰੀ ਪੰਕਤੀ ਕਰੋ ਨਾਲ ਜੀ। ਸੁਨਤ ਖਾਲਸੇ ਟੇਕਿਓ ਮਾਥਾ,
ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਸਾਰੇ ਪੜੋ ਗੱਜ ਕੇ ਜੀ ਫੇਰ ਜੀ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਫੇਰ ਪੜੋ ਗੱਜ ਕੇ ਜੀ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਦੀਵਾਨ ਸਾਰਾ ਭਰਿਆ, ਆਵਾਜ਼ਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੱਕ ਜਾਣੀਆਂ ਚਾਹੀਦੀਆਂ। 5 ਵਾਰ ਆਪਾਂ ਇਹੀ ਪੰਕਤੀ ਗਾ ਕੇ ਪੜ੍ਹਨੀ ਸਾਰਿਆਂ ਨੇ, ਤੇ ਨਾਲ ਹੀ ਆਪਾਂ ਫਤਿਹ ਬੁਲਾ ਕੇ ਸਮਾਪਤੀ ਕਰ ਦੇਣੀ ਹੈ। ਸਮਾਂ ਜਿਹੜਾ ਉੱਪਰ ਹੋਇਆ ਉਹਦੇ ਦਾਸ ਨੇ ਬਾਅਦ ਚ ਮਾਫੀ ਮੰਗ ਲੈਣੀ ਹੈ। ਪੜੋ 5 ਵਾਰ ਗੱਜ ਕੇ ਜੀ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਸੁਨਤ ਖਾਲਸੇ ਟੇਕਿਓ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰ। ਸੁਨਤ ਖਾਲਸੇ ਟੇਕਿਓ ਮਾਥਾ। ਧੰਨ ਧੰਨ ਤੁਮ ਸ੍ਰੀ ਗੁਰਨਾਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਵਿਚਾਰ ਕਰਦਿਆਂ ਤੋਂ ਇੱਕ ਨਹੀਂ, ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਅਰਥਾਂ ਦੇ ਵੀ ਅਨਰਥ ਹੋਏ ਨੇ। ਦਾਸ ਸਾਰੀ ਸੰਗਤ ਦੇ ਚਰਨਾਂ ਨੂੰ ਸਮਾਂ ਉੱਪਰ ਵੀ ਹੋਇਆ ਜਿਹੜਾ ਉਹਦਾ ਵੀ ਵਾਸਤੇ ਵੀ, ਕਿਉਂ ਕਈ ਗੁਰਮੁਖਾਂ ਦੇ ਰਾਤ ਨੂੰ ਕਿਸੇ ਦੀ 12 ਵਜੇ, ਕਿਸੇ ਸਵੇਰੇ ਅੰਮ੍ਰਿਤ ਵੇਲੇ 2 ਵਜੇ ਕਿਰਤ ਸ਼ੁਰੂ ਹੁੰਦੀ ਹੈ ਤੇ ਦੇਰੀ ਹੋ ਜਾਂਦੀ ਹੈ। ਉਹਦੇ ਵਾਸਤੇ ਤੇ ਅਰਥਾਂ ਦੇ ਅਨਰਥ ਹੋਣ ਵਾਸਤੇ, ਕਿਉਂ ਜਿਹੜੀ ਬੁੱਧੀ ਹੈ ਐਡੀ ਕੋਈ ਵਿਸ਼ਾਲ ਨਹੀਂ ਕਿ ਮਹਾਰਾਜ ਦੀ ਵਡਿਆਈ ਨੂੰ ਆਪਾਂ ਪੂਰਨ ਤੌਰ 'ਤੇ ਪੜ੍ਹ ਸੁਣ ਸਕੀਏ ਤੇ ਜਾਂ ਉਹਦੇ ਅਰਥ ਕਰ ਸਕੀਏ। ਅਲਪੱਗ ਜੀ ਨੂੰ ਮਾਫ ਕਰ ਦਿਓ। ਆਪ ਜੀ ਦਾਸ ਸਾਰੀ ਸੰਗਤ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਮੰਗਦਾ। ਜਿਹੜੀਆਂ ਚੰਗੀਆਂ ਗੁਰੂ ਸਾਹਿਬ ਦੀਆਂ ਜਾਣ ਕੇ ਜ਼ਰੂਰ ਆਪਦੇ ਜੀਵਨ 'ਚ ਲਿਆਉਣੀਆਂ ਕਰਿਓ। ਵੱਧ ਚੜ੍ਹ ਕੇ ਭਾਈ ਪਹੁੰਚੋ, ਦਰਸ਼ਨ ਗੁਰੂ ਸਾਹਿਬ ਦੇ, ਤੇ ਨਾਲ ਨਾਲ ਅਖੰਡ ਪਾਠ ਦੇ ਵਿੱਚ ਹਾਜ਼ਰੀਆਂ ਭਰੋ ਆਪਦੀਆਂ। ਤੇ ਨਾਲ ਦਾਸ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਆਪਾਂ ਰੋਟਰੂਆ ਜਿਹੜਾ ਸਥਾਨ ਆਪ ਜੀ ਸਿੱਖ ਸੰਗਤ ਨਿਊਜ਼ੀਲੈਂਡ ਦਾ, ਉੱਥੇ ਉਹਦੇ ਵਾਸਤੇ 8 ਲੱਖ ਤੇ $60,000 ਇਕੱਠਾ ਮਾਰੇ ਕਰਾ ਰਹੇ ਨੇ ਕਿ ਤਕਰੀਬਨ 50% ਦੇ ਕਰੀਬ ਉਹ ਜਿਹੜਾ ਉੱਥੋਂ ਦਾ ਲੋਨ ਪੇ ਹੋ ਜਾਊਗਾ। ਤੇ ਅਸਥਾਨ ਉੱਥੋਂ ਦੇ ਜਿਹੜੇ ਵਿਦਿਆਰਥੀ ਪੜ੍ਹਨ ਆਉਂਦੇ ਆ ਤੇ ਉੱਥੇ ਜਿਹੜੇ ਕੁਝ ਪਰਿਵਾਰ ਆ ਉਹਨਾਂ ਦੇ ਵਾਸਤੇ ਅਸਥਾਨ ਬਣ ਜਾਵੇਗਾ ਕਿ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਰਹਿਣਗੇ ਉਹ। ਤੇ ਦਾਸ ਦੀ ਬੇਨਤੀ, ਸੰਗਤਾਂ ਨੇ ਬਹੁਤ ਵੱਧ ਚੜ੍ਹ ਕੇ ਪਿਛਲੇ ਦਿਨਾਂ ਤੋਂ ਬਿੱਤ ਤੋਂ ਅੱਗੇ ਹੋ ਕੇ ਵੀ ਸੇਵਾ ਪਾ ਰਹੇ ਨੇ ਸਾਰਿਆਂ ਨੇ। ਜਿਨ੍ਹਾਂ ਗੁਰਮੁਖਾਂ ਨੇ ਨਹੀਂ ਪਾਈ, ਦਾਸ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਆਪ ਜੀ ਭਾਈ ਵੱਧ ਚੜ੍ਹ ਕੇ ਹਿੱਸਾ ਪਾਓ, ਕਿ ਜਦੋਂ ਅਸਥਾਨ ਬਣ ਗਏ ਤੇ ਗੁਰੂ ਘਰ ਬਣਾਉਣ ਵਾਸਤੇ ਮੁੜ ਕੇ ਸੇਵਾ ਨਹੀਂ, ਸਿਰਫ ਕੋਈ ਅਖੰਡ ਪਾਠ ਦੀ ਜਾਂ ਲੰਗਰਾਂ ਦੀ ਸੇਵਾ ਸਿਰਫ ਮਿਲ ਸਕਿਆ ਕਰੂਗੀ। ਹੁਣ ਆਪਾਂ ਵੱਡੇ ਭਾਗਾਂ ਵਾਲੇ ਬਣ ਰਹੇ ਹਾਂ ਕਿ ਜਿਹੜੇ ਗੁਰੂ ਨੇ ਸਾਨੂੰ ਇੰਨਾ ਕੁਛ ਦਿੱਤਾ ਤੇ ਅਸੀਂ ਅੱਜ ਉਹਦੇ ਗੁਰੂ ਦੀ ਬਖਸ਼ਿਸ਼ ਸਦਕਾ ਉਹਦੇ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸਥਾਨ ਬਣੇਗਾ, ਆਉਣ ਵਾਲੀਆਂ ਪੀੜ੍ਹੀਆਂ ਆਪ ਜੀ ਨੂੰ ਅਸੀਸਾਂ ਦਿੰਦੀਆਂ ਰਹਿਣਗੀਆਂ। ਵੱਧ ਚੜ੍ਹ ਕੇ ਭਾਈ ਸਹਿਯੋਗ ਦੇਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ